ऐड टाइटल अभी होगा। हाँ इस एरिया ਦੇ ਵਿੱਚ ਸਾਡੇ ਘਰ ਦੇ ਕੋਲੇ ਆਪਣਾ ਫ੍ਰਿਜ ਦੇ ਵਿੱਚ ਆਊਟਲੈਟ ਤੇ ਦੇਖਿਆ ਤੁਸੀਂ ਨਹੀਂ ਦਿੱਤੇ ਰੂਮ ਖਾਲੀ ਆ ਹੁਣ ਤੇ ਇਸੇ ਐਡ ਨੂੰ ਹੁਣ ਉਲਟੀ ਸਮਝਿਆ ਜਾਵੇ। We can also help sell or buy your foreclosure properties and investment properties ਅਸੀਂ ਤੁਹਾਡੀ ਲੋਨ ਲੈਣ ਵਿੱਚ ਵੀ ਮਦਦ ਕਰ ਸਕਦੇ ਹਾਂ। ਹੋਰ ਜਾਣਕਾਰੀ 559 इसको चार्ज अभी चाहिए तो लगा लो। हो गया। किसको? उसको वही है चार्जर। बैटरी ना शो कर देना। ठीक डन। देखो आ गया ना? ऐसे ही आएगा वो बीटर में चेंज कर सकते हैं, ये इस तरह से आएगा। अच्छा उसको सेपरेट होगा। मान लो 4 लोगों से नहीं 4 तो 4 विल। हाँ ठीक, कभी कैसे यहाँ से आप यहाँ से लुक चेंज कर सकते हो। तो जो लगाएंगे वही उतर जाएगा फेसबुक जो वहाँ पे होगा या स्क्रीन ही जाएगी। हाँ स्क्रीन जाएगी। ठीक है और साउंड आप यहाँ से कनेक्ट कर सकते हैं। ट्राई करना पड़ेगा। हाँ जी भाई साहब जी अपना फेसबुक ਦੇ ਤੇ ਲਾਈਵ ਆ ਗਈ ਹੈ ਤੁਹਾਡੀ ਫੋਟੋ। ਪਹਿਲਾਂ ਆ ਰਹੀ ਸੀ ਉਹ ਸਾਡੇ ਅਕਾਊਂਟ ਜ਼ਿਆਦਾ ਹੋਣ ਕਰਕੇ ਤੇ ਸਾਨੂੰ ਸਮਝ ਨਹੀਂ ਆਈ ਤੇ ਅਸੀਂ ਰੌਂਗ ਪਾਤਾ ਸੀਗਾ। ਹੁਣ ਮੈਂ ਕਿਹੜਾ ਲਿੰਕ ਖੋਲਾਂ? ਹਰਜਿੰਦਰ ਸਿੰਘ ਦਾ KVIF ਖੋਲਾਂ? ਹਰਜਿੰਦਰ ਸਿੰਘ। ਅੱਛਾ ਜੀ ਆਪਾਂ ਆਪਦੇ ਨੂੰ ਅਸੀਂ ਕਰ ਸਕਦੇ ਹਾਂ ਨਾ, ਉਹਨਾਂ ਵਾਲੇ ਨੂੰ ਅਸੀਂ ਹੈਂਡਲ ਨਹੀਂ ਕਰ ਸਕਦੇ ਤਾਂ ਕਰਕੇ ਆਪਣਾ ਆ ਗਿਆ ਹਾਂਜੀ ਆ ਗਈ ਜੀ। ਉਹ ਪਹਿਲਾਂ ਚੱਲ ਰਿਹਾ ਸੀ ਉਹ ਗੁਰਨੂਰ ਦੇ ਚੱਲ ਰਿਹਾ ਸੀਗਾ, ਮੇਰੇ ਬੇਟੇ ਵਾਲੇ ਅਕਾਊਂਟ ਤੇ ਚੱਲੀ ਜਾਂਦਾ ਸੀ। ਅਸੀਂ ਉਹ ਜੋ ਪਾਸਪੋਰਟ ਪਾਇਆ ਤੇ ਉਹਨੇ ਆਟੋਮੈਟਿਕ ਫੋਨ ਦੇ ਉੱਤੇ ਦੋਨੋਂ ਨੇ ਤੇ ਉਹਨੇ ਉਹ ਚੱਕ ਲਿਆ। ਅੱਛਾ ਹਾਂ ਗੜਬੜ ਹੋ ਰਹੀ ਤੇ ਕੋਈ ਗੱਲ ਨਹੀਂ ਆਪਾਂ ਲਾਇਆ। ਹਾਂ ਚਲੋ ਹੁਣ ਆਪਾਂ ਸ਼ੁਰੂ ਕਰੀਏ। ਜਦੋਂ ਮਰਜ਼ੀ ਸ਼ੁਰੂ ਕਰਾਓ, ਜੋ ਮਰਜ਼ੀ ਪੁੱਛ ਲਓ। ਹਾਂਜੀ ਆਪਾਂ ਐਡ ਚੱਲ ਰਹੀ ਆ ਤੇ ਉਹ ਐਡ ਖਤਮ ਹੁੰਦੀ ਆ ਤੇ ਫਿਰ ਆਪਾਂ ਚਾਲੂ ਕਰਦੇ। ਠੀਕ ਹੈ ਸਰ ਠੀਕ ਹੈ ਜੀ। ले सकते हो आप, कनेक्ट कर लो और यहीं से कंट्रोल करते हो। ਅੱਛਾ ਇਹਨਾਂ ਨੂੰ ਪੁੱਛੋ ਜੇ ਕੋਈ ਵੀਅਤਨਾਮ ਦੀ ਫੋਟੋਆਂ ਦਿਖਾ ਸਕਦੇ ਜ਼ੂਮ ਦੇ ਉੱਤੇ? ਪੁੱਛੋ ਇਹਨੂੰ ਵੀਅਤਨਾਮ ਦੀ ਫੋਟੋਆਂ WhatsApp ਕਰ ਦੇਣਾ। ਜਿੰਨੀ ਦੇਰ ਐਡ ਚੱਲਦੀ ਹੈ ਫੋਟੋ ਵਗੈਰਾ ਦਿਖਾ ਸਕਦੇ ਵੀਅਤਨਾਮ ਦੀਆਂ? मेरे ख्याल से दिखा सकते हैं। ਜੇਕਰ ਤੁਹਾਡੇ ਕੋਲ ਹੈਗੀਆਂ ਤਾਂ ਕੈਮਰੇ ਤੇ ਕਰ ਸਕਦੇ ਆ, ਵੈਸੇ ਵੀਰੋ ਟਰਾਈ ਕਰਦਾ। ਮੈਂ ਕਰਾਂ ਕੈਮਰੇ ਤੇ ਜਾਣੇ ਨੂੰ ਭੇਜਾਂ? ਜੇ ਹੈਗੀਆਂ ਤਾਂ ਤੁਸੀਂ ਆਪਦੀ ਫੋਟੋ ਦੀ ਜਗ੍ਹਾ ਕੈਮਰੇ ਦੇ ਅੱਗੇ ਜੋ ਵੀ ਫੋਟੋ ਦਿਖਾਓਗੇ ਉਹ ਦਿਸੀ ਜਾਣੀ ਆ। ਮੈਂ ਅੱਗੇ ਕਦੀ ਨਹੀਂ ਨਾ ਇਦਾਂ ਦਿਖਾਉਣਾ ਹੁੰਦਾ, ਜਦੋਂ ਫੇਸਬੁੱਕ ਤੇ ਤੁਹਾਡੀਆਂ ਫੋਟੋਆਂ ਦਿਖਾਉਂਦਾ ਹੁੰਦਾ ਨਾ ਵੀ ਮੇਰੇ ਨਾਲ ਗੈਸਟ ਕੌਣ ਆ ਤੇ ਮੈਂ ਫੋਨ ਦੇ ਵਿੱਚ WhatsApp ਤੋਂ ਉਹਦੀ ਫੋਟੋ ਕੱਢ ਕੇ ਲਾ ਦੇਣਾ ਹੁੰਦਾ। ਹਾਂਜੀ ਹਾਂ ਬਸ ਇਹੀ ਕੰਮ ਕਰਦਾ ਫਿਰ ਮੈਂ ਵੀ ਇਹੀ ਕਰਦਾ। वो अपना कैमरे पे दिखा सकते हैं अगर उनके पास है तो। ਜੇਕਰ ਤੁਹਾਡੇ ਕੋਲ ਹੈ ਤਾਂ ਕੈਮਰੇ ਤੇ ਦਿਖਾ ਦਿਓ ਪਲੀਜ਼, ਮੈਂ ਦਿਖਾਣਾ। ਹਾਂਜੀ ਇਹਨਾਂ ਨੂੰ ਸਰਚ ਕਰਨੀ ਪੈਣੀ ਤੇ ਇੱਕ ਸਾਡੇ ਕੋਲ ਜਿਹੜਾ ਇੱਥੇ ਸੈੱਟ ਲੱਗਿਆ ਹੋਇਆ ਨਾ ਇਹਦੇ ਚ ਹਾਰਡ ਆ ਸਾਨੂੰ ਥੋੜਾ ਜਿਹਾ। ਨਾ ਕੋਈ ਗੱਲ ਨਹੀਂ ਮੈਂ ਕਰਦਾ ਫਿਰ। ਆਪਣੀ ਆਵਾਜ਼ ਵੀ ਇਧਰ ਘੱਟ ਜਾਊਗੀ ਨਾ। हाँ लेटर उनको कुछ सेटिंग करनी पड़ेगी। नहीं अपनी आवाज ठीक जानी है क्योंकि इसका माइक बहुत अच्छा है। अच्छा इवन आप वहां से भी बात करोगे तो भी ठीक है। अच्छा इसका कवर आपको मंगाना अभी मेरे को 2 तो नहीं आवाज जाएगी, 2 आवाज तो नहीं जाएगी, उधर से अलग है और इधर से अलग रेडियो। उसका माइक हम बंद कर सकते हैं नहीं फिर वो उनके भी हो जाती है वो तो कोई बात नहीं, मैं इसको बंद कर लूंगा। हाँ इसको बंद कर लेना। मैं कोशिश कर रहा है। हाँ जी दिसदा। हाँ बस मैं कोशिश कर रहा फोटो कर ला असल ਵਿੱਚ ਨਾ ਫੇਸਬੁੱਕ ਤੇ ਲੱਭਣੀ ਪੈਣੀ। ਫੋਟੋਆਂ ਕੱਢ ਲਿਓ, ਵੀਡੀਓ ਦਿੱਤੇ ਫਿਰ ਉਹਨੀ ਗੁੱਡ ਨਹੀਂ ਆਉਂਦਾ। ਜਿਹੜੀਆਂ ਚੀਜ਼ਾਂ ਤੁਸੀਂ ਦਿਖਾਉਣੀਆਂ ਆਪਣਾ ਹੋ ਗਿਆ ਜੀ, ਸਟਾਰਟ ਹੋ ਗਿਆ ਆਪਾਂ। ਹਾਂ ਇਹ ਰਾਸ਼ਟਰਪਤੀ ਹੈ ਜੀ, ਉਪ ਰਾਸ਼ਟਰਪਤੀ। ਇਹਦੇ ਨਾਲ ਜਿਹੜੀ ਪੱਗ ਹੈ ਮੈਂ ਫੌੜੀਆਂ ਲਈਆਂ ਹੋਈਆਂ, ਇਹ ਮੇਰੀ ਫੋਟੋ ਹੈ ਨਾਲ। ਹਾਂਜੀ ਵੀਰ ਦਿਖਾਉਂਦਾ ਰਹਾਂਗਾ। ਤੇ ਪਹਿਲੋਂ ਦੁਬਾਰਾ ਤੋਂ ਜੁੜ ਲੱਗੇ ਆ ਜੀ। ਵੀਰ ਸਤਨਾਮ ਸਿੰਘ ਦਾਊ ਆਪਣੇ ਨਾਲ ਮੋਹਾਲੀ ਤੋਂ ਜੁੜ ਚੁੱਕੇ ਨੇ ਤੇ ਉਹ ਜਾ ਕੇ ਆਏ ਨੇ ਪਿੱਛੇ ਜੇ ਵੀਅਤਨਾਮ, ਤੇ ਵੀਅਤਨਾਮ ਦੀਆਂ ਗੱਲਾਂ ਦੱਸਦੇ ਆ ਵੀ ਵੀਅਤਨਾਮ ਦਾ ਆਜ਼ਾਦੀ ਦਾ ਤੇ ਸਾਡੀ ਆਜ਼ਾਦੀ ਦਾ ਆਪਸ ਵਿੱਚ ਫਰਕ ਕੀ ਹੈ, ਉਹ ਗੱਲਾਂ ਆਪਾਂ ਨੂੰ ਦੱਸ ਰਹੇ ਨੇ। ਹਾਂਜੀ ਹਾਂ ਕਰੀ ਜੀ ਆਪਾਂ। ਤੁਸੀਂ ਹਾਜ਼ਰ ਹੋ ਜੀ ਪਬਲਿਕ ਦੇ ਨਾਲ? ਹਾਂਜੀ ਦੂਜੀ ਗੱਲ ਮੈਨੂੰ ਖਾਸ ਇਹ ਲੱਗੀ ਆ, ਆਪਾਂ ਆਜ਼ਾਦੀ ਦੀ ਗੱਲ ਬਾਅਦ ਚ ਕਰੀਏ।
ਕਿ ਜਿਹੜੀਆਂ ਕੁਰਸੀਆਂ ਤੇ ਜਾ ਕੇ ਰਾਸ਼ਟਰਪਤੀ ਨਾਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗੇ ਜਾਂ ਮਨਮੋਹਨ ਸਿੰਘ ਵਰਗੇ ਬੈਠੇ ਸੀ, ਉਹਨਾਂ ਕੁਰਸੀਆਂ ਤੇ ਸਾਨੂੰ ਬਿਠਾ ਕੇ ਉਸੇ ਤਰੀਕੇ ਨਾਲ ਰਿਸਪੈਕਟ ਦਿੱਤੀ ਗਈ। ਇੱਕ ਆਮ ਸ਼ਹਿਰੀ ਤੇ ਇੱਕ ਰਾਸ਼ਟਰਪਤੀ ਦੇ ਪ੍ਰਧਾਨ ਮੰਤਰੀ ਚ ਉਹਨਾਂ ਨੇ ਕੋਈ ਫਰਕ ਨਹੀਂ ਦਿਖਾਇਆ ਕਿਧਰੇ ਵੀ। ਸਿਰਫ ਮੈਂ ਵੀਅਤਨਾਮ ਦੇ ਰਾਸ਼ਟਰਪਤੀ ਦੀ ਗੱਲ ਨਹੀਂ ਕਰਦਾ, ਜਿੰਨੀਆਂ ਵੀ ਉੱਥੇ ਸਟੇਟ ਹੈ, ਸੂਬੇ ਹੈ, ਹਰੇਕ ਸੂਬੇ ਦੇ ਵਿੱਚ ਅਸੀਂ ਗਏ। ਜਿੱਦਾਂ ਆਪਣੇ ਇੱਥੇ ਮੁੱਖ ਮੰਤਰੀ ਹੈ, ਉੱਥੇ ਜੋ ਵੀ ਕਹਿੰਦੇ ਆ ਮੁੱਖ ਮੰਤਰੀ ਤੇ ਸਾਰੇ ਉੱਚ ਲੈਵਲ ਦੇ ਜਿਹੜੇ ਅਫਸਰ ਹੈ ਤੇ ਰਾਜਨੀਤਿਕ ਲੋਕ ਹੈ, ਉਹਨਾਂ ਦੀ ਮੀਟਿੰਗਾਂ ਸੈਮੀਨਾਰਾਂ ਦੇ ਵਿੱਚ ਅਸੀਂ ਗਏ ਹਾਂ ਤੇ ਸਾਨੂੰ ਕਦੇ ਵੀ ਉਹਨਾਂ ਨੇ ਇਸ ਤਰੀਕੇ ਨਾਲ ਵਿਤਕਰਾ ਨਹੀਂ ਕੀਤਾ ਕਿ ਇਹ ਆਮ ਸ਼ਹਿਰੀ ਹੈ। ਜਿਸ ਤਰੀਕੇ ਨਾਲ ਸਵਾਗਤ ਕਿਸੇ ਦੇਸ਼ ਦੇ ਰਾਸ਼ਟਰਪਤੀ ਦਾ ਜਾਂ ਪ੍ਰਧਾਨ ਮੰਤਰੀ ਦਾ ਸਾਡੇ ਦੇਸ਼ ਦੇ ਮੋਦੀ ਦਾ ਹੋਣਾ ਸੀ, ਉਸੇ ਤਰੀਕੇ ਨਾਲ ਸਾਡੇ ਵਰਗੇ ਆਮ ਲੋਕਾਂ ਦਾ ਸਵਾਗਤ ਹੋਇਆ। ਉਹਨਾਂ ਨੇ ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਕੀਤਾ। ਤੇ ਹਰੇਕ ਸੂਬੇ ਦੇ ਵਿੱਚ, ਕਿਉਂਕਿ ਅਸੀਂ ਸਰਕਾਰੀ ਮਹਿਮਾਨ ਸੀ, ਸਰਕਾਰ ਵੱਲੋਂ ਬੁਲਾਇਆ ਗਿਆ ਸੀ, ਸਾਡਾ ਆਉਣ ਜਾਣ ਦਾ ਖਰਚਾ ਆਪਣਾ ਲੱਗਿਆ, ਬਾਕੀ ਹਰ ਕਿਸਮ ਦੀ ਸਹੂਲਤ ਵੀਅਤਨਾਮ ਸਰਕਾਰ ਵੱਲੋਂ ਸੀ। ਵੱਡੇ ਤੋਂ ਵੱਡੇ ਸੈਮੀਨਾਰ ਕਰਕੇ, ਹਾਲ ਬੁੱਕ ਕਰਕੇ, ਕਲਚਰਲ ਪ੍ਰੋਗਰਾਮ ਕਰਕੇ ਹਰੇਕ ਸੂਬੇ ਦੇ ਵਿੱਚ ਅਸੀਂ ਪੰਜਾਬੀ ਗਿੱਧਾ, ਭੰਗੜਾ, ਬੋਲੀਆਂ ਜੋ ਪੇਸ਼ ਕਰਨਾ ਸੀ ਉਸ ਤਰੀਕੇ ਨਾਲ ਪੰਜਾਬੀ ਕਲਚਰ ਪੇਸ਼ ਕੀਤਾ, ਉੱਥੇ ਦੇ ਲੋਕਾਂ ਨੂੰ ਦੱਸਿਆ ਤੇ ਉੱਥੇ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ ਲੈਵਲ ਦੇ ਲੋਕ ਸਾਡੇ ਨਾਲ ਡਾਂਸ ਕੀਤਾ। ਤੇ ਸਾਡੀ ਆਓ ਭਗਤ ਦੇ ਵਿੱਚ ਉਹ ਜਿਹੜੇ ਵੀਅਤਨਾਮੀ ਕਲਾਕਾਰ ਸੀ, ਹਰ ਤਰ੍ਹਾਂ ਦੇ ਉੱਥੇ ਜਿਹੜਾ ਪੁਰਾਣਾ ਕਲਚਰ ਸੀ ਜਾਂ ਉੱਥੇ ਦੇ ਗਾਣਾ ਸੀ, ਡਾਂਸ ਜੀ ਜਾਂ ਵੈਸਟਰਨ ਕਲਚਰ ਦਾ ਸੀ ਜਿਹੜਾ, ਉਹ ਉਹਨਾਂ ਨੇ ਸਾਨੂੰ ਦਿਖਾਇਆ। ਤੇ ਹਰ ਕਿਸਮ ਦਾ ਪੰਜਾਬ ਮਤਲਬ ਵੀਅਤਨਾਮ ਦੇ ਵਿੱਚ ਪਹਿਲੀ ਵਾਰੀ ਕਦੇ ਪੰਜਾਬੀ ਭੰਗੜਾ, ਗਿੱਧਾ, ਗਾਣੇ ਸਟੇਜਾਂ ਤੇ ਜਾਂ ਆਮ ਪਬਲਿਕ ਦੇ ਵਿੱਚ ਭੀੜਾਂ ਦੇ ਵਿੱਚ ਪਹਿਲੀ ਵਾਰ ਹੋਇਆ ਹੋਏਗਾ, ਕਦੇ ਜ਼ਿੰਦਗੀ 'ਚ ਕਦੇ ਵੀ ਏਦਾਂ ਨਹੀਂ ਹੋਇਆ। ਤੇ ਜਿਹੜੀ ਮੈਂ ਵੀਅਤਨਾਮ ਦੀ ਖਾਸ ਖੂਬੀ ਦੱਸਦਾ, ਜਿਹੜਾ ਮੈਨੂੰ ਬਹੁਤ ਚੰਗਾ ਲੱਗਿਆ ਕਿ 1947 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਭਾਰਤ ਦੀ ਵੰਡ ਕਰ ਦਿੱਤੀ, ਭਾਰਤ ਦੀ ਵੰਡ ਨਹੀਂ ਹੋਈ, ਸਿਰਫ ਪੰਜਾਬ ਦੀ ਵੰਡ ਹੋਈ ਹੈ ਤੇ ਬੰਗਾਲ ਦੀ ਵੰਡ ਹੋਈ ਹੈ। ਅਸੀਂ ਪੰਜਾਬੀਆਂ ਨੇ ਜਿਹੜੇ ਕਹਿੰਦੇ ਅਸੀਂ ਬਹੁਤ ਮਹਾਨ ਹੈ, ਮੈਨੂੰ ਲੱਗਦਾ ਅਸੀਂ ਲਾਈ ਲੱਗ ਵੀ ਹੈ। ਅਸੀਂ ਲਾਈ ਲੱਗ ਲੋਕਾਂ ਨੇ ਸਿਆਸਤ ਦੇ ਅਸੀਂ ਲਾਈ ਲੱਗ ਲੱਗ ਦੇ ਕੇ 10 ਫੁਕਰੇ ਲੱਖ ਦੋ ਕੁਆਲਟੀਆਂ ਜੀ ਸਾਡੇ ਚ ਟੂ ਮੱਚ ਨੇ ਤੇ ਸ਼ਾਇਦ ਇਹ ਜਾਂ ਤਾਂ ਉਹਨਾਂ ਨੇ ਕੋਈ ਗਵਰਨਮੈਂਟ ਦੀ ਕੋਈ ਸਾਜ਼ਿਸ਼ ਦੇ ਅਧੀਨ ਸਾਡੇ ਚ ਆਈਆਂ ਨੇ ਤੇ ਜਾਂ ਫਿਰ ਨਹੀਂ, ਆਲਰੇਡੀ ਸਾਜ਼ਿਸ਼ ਤਾਂ ਦੇਖੋ ਸਿਆਸਤ ਤਾਂ ਸਾਜ਼ਿਸ਼ ਕਰੇਗੀ, ਸਿਆਸਤ ਤਾਂ ਸਾਜ਼ਿਸ਼ ਕਰੇਗੀ। ਸਿਆਸਤ ਨੇ ਸਾਜ਼ਿਸ਼ ਵੀਅਤਨਾਮ 'ਚ ਵੀ ਕੀਤੀ ਤੇ ਭਾਰਤ 'ਚ ਵੀ ਕੀਤੀ। ਅਸੀਂ ਮੂਰਖ ਲੋਕ, ਸਾਡੇ ਬਜ਼ੁਰਗਾਂ ਨੇ ਉਹਨਾਂ ਸਿਆਸਤਦਾਨਾਂ ਦੇ ਪਿੱਛੇ ਲੱਗ ਕੇ ਆਪਣੇ ਭੈਣਾਂ ਭਰਾਵਾਂ ਨੂੰ ਜਿਹੜੇ ਸਦੀਆਂ ਤੋਂ ਇੱਕ ਪਿੰਡ ਦੇ ਵਿੱਚ ਇਕੱਠੇ ਰਹਿੰਦੇ ਸੀ, ਇੱਕ ਮੁਹੱਲੇ 'ਚ ਇਕੱਠੇ ਰਹਿੰਦੇ ਸੀ, ਪਤਾ ਨਹੀਂ ਕਿਹੜੀ ਉਹ ਭਾਵਨਾ ਨਾਲ, ਬਰਛਿਆਂ ਨਾਲ, ਕਿਰਪਾਨਾਂ ਨਾਲ, ਖੁੰਡੇ ਹਥਿਆਰਾਂ ਨਾਲ ਅਸੀਂ ਬੱਚਿਆਂ ਨੂੰ ਮਾਰਿਆ। ਵੀਰ ਜੀ ਮੈਂ ਇੱਥੇ ਥੋੜੀ ਜਿਹੀ ਤੁਹਾਡੇ ਨਾਲ ਇੱਕ ਰਿਮੈਂਬਰ ਕਰਾਉਣਾ ਚਾਹੁੰਦਾ ਤੁਹਾਨੂੰ ਵੀ ਮੈਨੂੰ ਲੱਗਦਾ ਉੱਥੇ ਆਮ ਲੋਕ ਹੀ ਨਹੀਂਗੇ, ਉਹਦੇ 'ਚ ਆਮ ਲੋਕਾਂ ਦਾ ਨਾਮ ਲੱਗ ਰਿਹਾ। ਵੈਸੇ ਗਵਰਨਮੈਂਟ ਨੇ ਇੱਕ ਸਿਸਟਮ ਖੜਾ ਕੀਤਾ ਗਿਆ ਵੀ ਆਪਦੇ ਕੋਲੋਂ ਜਿਹੜੇ ਆਪਣੇ ਵਿੱਚ ਕੁਝ ਲੋਕ ਹੁੰਦੇ ਆ ਬਦਮਾਸ਼, ਫਿਰ ਫੌਜ ਪੁਲਿਸ ਦੇ ਵਿੱਚ ਵੀ ਕੁਝ ਲੋਕ ਹੁੰਦੇ ਆ ਵੀ ਜਿਹੜੇ ਉਹ ਗਵਰਨਮੈਂਟ ਦੇ ਕਿਹਾ ਮੰਨਦੇ ਆ। ਨਹੀਂ, ਆਪਾਂ ਇਹ ਗੱਲ ਕਹਿ ਨਹੀਂ ਨਾਮ ਸਕਦੇ। ਯੂਜ਼ ਕੀਤਾ ਗਿਆ ਜ਼ਿਆਦਾ। ਜਦੋਂ ਮੈਂ ਜਿਹੜੇ ਪਿੰਡ 'ਚ ਰਹਿੰਦਾ, ਮੈਂ ਚੰਡੀਗੜ੍ਹ ਦੇ ਨੇੜੇ, ਇੱਥੇ ਖਾਈਆਂ ਦੇ ਵਿੱਚ ਜਿਹੜੇ ਹਿਮਾਚਲ ਦੇ ਵਿੱਚ ਜਾਂਦੇ ਆ, ਹਜ਼ਾਰਾਂ ਲੋਕ ਮਾਰ ਕੇ ਸਿੱਟੇ, ਕਿਸੇ ਫੌਜ ਨੇ ਨਹੀਂ ਮਾਰੇ ਸੀ, ਕਿਸੇ ਪੁਲਿਸ ਨੇ ਨਹੀਂ ਮਾਰੇ ਸੀ। ਠੀਕ ਹੈ, ਮੈਨੂੰ ਏਦਾਂ ਲੱਗਦਾ ਜੀ ਵੀ ਰਲਾ ਕੇ ਉਹਨਾਂ ਨੇ ਕੰਮ ਕੀਤਾ, ਕਿਉਂਕਿ ਮੈਨੂੰ ਪਹਿਲਾਂ ਮੇਰੇ ਦਿਮਾਗ 'ਚ ਨਹੀਂ ਸੀ ਇਹ ਗੱਲ। ਪਿੱਛੇ ਜੇ ਹੋ ਸਕਦਾ ਕੀਤਾ, ਹੋ ਸਕਦਾ ਕੀਤਾ ਹੋਵੇ। ਕਸ਼ਮੀਰ ਦੀ ਗੱਲ ਕੀਤੀ ਸੀਗੀ ਤੇ ਉਹਦੇ ਵਿੱਚ ਉਹਨੇ ਕੀਤਾ ਵੀ ਜਿਹੜੀ ਪਾਕਿਸਤਾਨ ਦੀ ਲੋਕਾਂ ਨੇ ਇੱਧਰ ਕਤਲੇਆਮ ਕੀਤਾ ਨਾ, ਤੇ ਉਹਦੇ ਵਿੱਚ ਪਾਕਿਸਤਾਨ ਦੀ ਫੌਜ ਤੇ ਪਾਕਿਸਤਾਨ ਦੇ ਜਿਹੜੇ ਬਦਮਾਸ਼ ਲੋਕ ਤੇ ਨਹੀਂ, ਮੈਂ ਇਸ ਗੱਲ ਨੂੰ ਇਸ ਕਰਕੇ ਨਹੀਂ ਮੰਨਦਾ। ਜਿਹੜੇ ਮੇਰੇ ਪਿੰਡ ਦੇ ਨੇੜੇ ਕਤਲੇਆਮ ਹੋਇਆ ਉਹ 'ਚ ਕੋਈ ਫੌਜ ਜਾਂ ਪੁਲਿਸ ਦਾ ਦਖਲ ਲੱਗ ਨਹੀਂ, ਸਾਡੇ ਆਮ ਲੋਕਾਂ ਨੇ ਮਾਰਿਆ। ਜੇ ਆਪਾਂ ਪੁਰਾਣੇ ਬਜ਼ੁਰਗਾਂ ਦੀਆਂ ਵੀਡੀਓ ਸੁਣੀਏ, ਫੇਸਬੁੱਕ ਤੇ ਮੈਂ ਤੁਹਾਨੂੰ ਸ਼ੇਅਰ ਕਰ ਦਾਂਗਾ, ਮੇਰੇ ਕੋਲ 25 ਉਹ ਵਿੱਚ ਮੈਂ ਬਹੁਤ ਕੁਝ ਮੈਂ ਵੀ ਸੁਣਿਆ, ਮੈਂ ਮੰਨਦਾ ਵੀ ਉਹ ਗੱਲ ਹੈਗੀ ਹੈ। ਪਰ ਇੱਕ ਨਾ ਜੀ ਜਿਹੜੀ ਚੀਜ਼ ਆਉਂਦੀ ਆ, ਤੁਸੀਂ ਬਜ਼ੁਰਗਾਂ ਦੀ ਗੱਲ ਹੀ ਸੁਣਿਓ, ਆਪਾਂ ਥੋੜਾ ਜਿਹਾ ਵੈਸੇ ਆਪਣੇ ਮੁੱਦੇ ਤੋਂ ਆਪਾਂ ਹਟ ਰਹੇ ਹਾਂ ਪਾਸੇ। ਹਾਂ ਚਲੋ, ਆਪਾਂ ਤੁਸੀਂ ਇਹ ਦੇਖਿਓ ਜੀ, ਤੁਸੀਂ ਇਹ ਦੇਖਿਓ ਵੀ ਜਿਹੜੀਆਂ ਆਪਣੇ ਪੁਰਾਣੇ ਬਜ਼ੁਰਗਾਂ ਦੀਆਂ ਆਪਾਂ ਵੀਡੀਓ ਸੁਣਦੇ ਆ ਨਾ, ਜਦੋਂ ਤੋਂ ਪਾਕਿਸਤਾਨ ਵਾਲੇ ਬਜ਼ੁਰਗਾਂ ਦੀਆਂ, ਉਹ ਵੀ ਸਾਡੇ ਬਜ਼ੁਰਗ ਨੇ, ਜਦੋਂ ਉਧਰੋਂ ਬਜ਼ੁਰਗਾਂ ਦੀਆਂ ਵੀਡੀਓ ਸੁਣਦੇ ਆ ਤੇ ਉਹ ਕਹਿੰਦੇ ਆ ਵੀ ਇੱਧਰ ਲਿਆਣੇ ਕੋਈ ਕਤਲੇਆਮ ਨਹੀਂ ਕੀਤਾ ਸੀਗਾ, ਪਹਿਲਾਂ ਉਧਰੋਂ ਇੱਕ ਟ੍ਰੇਨ ਆਈ ਤੇ ਜਦੋਂ ਟ੍ਰੇਨ ਆਈ ਤੇ ਫਿਰ ਇੱਧਰਲੇ ਵੀ ਲੱਗ ਪਏ। ਮੈਂ ਉਹੀ ਗੱਲ ਕਰਦਾ, ਇੱਧਰਲੇ ਬਜ਼ੁਰਗ ਕਹਿੰਦੇ ਇਹੀ ਗੱਲ ਇੱਧਰਲੇ ਕਹਿੰਦੇ ਆ। ਸਿਆਸਤ ਦੇ ਤਾਂ ਆਪਣਾ ਦਾਅ ਪੇਚ ਖੇਡਣਾ ਹੁੰਦਾ। ਇੱਕ ਮੰਨ ਲਓ ਫੌਜ ਨੇ ਜਾਂ ਪੁਲਿਸ ਨੇ ਕੁਝ ਬੰਦੇ ਮਾਰ ਕੇ ਇੱਧਰ ਭੇਜ ਦਿੱਤੇ ਤੇ ਅਸੀਂ ਭੱਟ ਕੇ ਪੈਟਰੋਲ ਸਿੱਟ ਧਾਕ ਦੇ ਉੱਤੇ, ਤਾਂ ਅਸੀਂ ਵੀ ਗੁਨਾਹਗਾਰ ਆ। ਇੱਕ ਬੰਦੇ ਨੇ ਸਿਰ ਸੀਗਾ, ਅੱਗ ਉਹਨਾਂ ਨੇ ਲਾ ਦਿੱਤੀ ਆ। ਹਾਂ, ਪੈਟਰੋਲ ਸਾਡੇ ਕੋਲ ਸੀਗਾ। ਹੁਣ ਵੀਅਤਨਾਮ ਦੇ ਵਿੱਚ ਕੀ ਹੋਇਆ, ਵੀਅਤਨਾਮ 'ਚ ਵੀ ਸੇਮ ਏਦਾਂ ਹੀ ਹੋਇਆ। 1945 ਦੇ ਵਿੱਚ ਫਰਾਂਸ ਦੀ ਵੱਸ ਹੋ ਗਈ, ਫਰਾਂਸ ਉਹਨੂੰ ਗੁਲਾਮ ਨਹੀਂ ਰੱਖ ਸਕਿਆ, ਫਰਾਂਸ ਨੇ ਉਸ ਦੇਸ਼ ਨੂੰ ਆਜ਼ਾਦੀ ਦੇ ਦਿੱਤੀ। ਪਰ ਫਰਾਂਸ ਨੇ ਨਾਲ ਲੱਗਦੀ ਜਿਹੜੀ ਸੱਤਾ ਹੈ ਅਮਰੀਕਾ ਨੂੰ ਸਾਂਭ ਦਿੱਤੀ 1945 ਦੇ ਵਿੱਚ, ਕਿ ਹੁਣ ਅਮਰੀਕਾ ਰਾਜ ਕਰੇਗਾ। ਤੇ ਜਿਹੜੇ ਉੱਥੇ ਦੇ ਕ੍ਰਾਂਤੀਕਾਰੀ ਸੀ, ਦੇਸ਼ ਸੇਵਕ ਸੀ, ਆਮ ਲੋਕ ਸੀ, ਉਹਨਾਂ ਨੇ ਬਰਦਾਸ਼ਤ ਨਹੀਂ ਕੀਤੀ ਵੰਡ। ਉੱਤਰੀ ਵੀਅਤਨਾਮ ਤੇ ਦੱਖਣੀ ਵੀਅਤਨਾਮ ਦੋ ਦੇਸ਼ ਬਣ ਗਏ। ਹੋ ਚੀ ਮਿਨ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਅਮਰੀਕਨ ਲੋਕਾਂ ਨੂੰ ਕਿਹਾ, ਤੁਸੀਂ ਕੌਣ ਹੁੰਦੇ ਆ ਸਾਡੇ ਦੇਸ਼ ਦੇ ਟੋਟੇ ਕਰਨ ਵਾਲੇ, ਤੁਹਾਡੇ ਕੋਲ ਕੀ ਹੱਕ ਹੈ ਕਿ ਸਾਡੇ ਦੇਸ਼ ਨੂੰ ਦੋ ਹਿੱਸਿਆਂ 'ਚ ਕਰ ਦਿਓ।
ਤੇ ਸਾਰੇ ਦੇਸ਼ ਦੇ ਕ੍ਰਾਂਤੀਕਾਰੀ ਅਮਰੀਕਾ ਦੇ ਖਿਲਾਫ ਭੜਕ ਪਏ ਤੇ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ। ਤੇ ਇੱਕ ਇੱਕ ਬੱਚਾ, ਇੱਕ ਇੱਕ ਔਰਤ, ਇੱਕ ਇੱਕ ਬੁੱਢਾ ਫੌਜੀ ਬਣ ਗਿਆ। ਕਿਸੇ ਕੋਲ ਕੋਈ ਹਥਿਆਰ ਨਹੀਂ ਸੀ। ਸਭ ਤੋਂ ਵੱਡੀ ਗੱਲ, ਮੈਂ ਉੱਥੇ ਜਾ ਕੇ ਦੇਖ ਕੇ ਆਇਆ, ਜਿਹੜੇ ਅਮਰੀਕਾ ਦੇ ਉਹਨੇ ਹਵਾਈ ਜਹਾਜ਼ ਸਿੱਟੇ ਆ, ਅਮਰੀਕਾ ਦੇ ਹੈਲੀਕਾਪਟਰ ਸਿੱਟੇ ਆ, ਅਮਰੀਕਾ ਦੀ ਤੋਪਾਂ ਨੂੰ ਫੂਕ ਦਿੱਤਾ, ਜਿਹੜੇ ਕੈਮੀਕਲ ਹਥਿਆਰ ਅਮਰੀਕਾ ਨੇ ਉੱਥੇ ਜੰਗਲਾਂ ਵਿੱਚ ਸਪਰੇਅ ਕਰ ਦਿੱਤੇ, ਖੇਤਾਂ ਸਪਰੇਅ ਕਰ ਦਿੱਤੇ, ਪਾਣੀ ਸਪਰੇਅ ਕਰ ਦਿੱਤੇ, ਉਹ ਮੈਂ ਸਾਰਾ ਦੇਖ ਕੇ ਆਇਆ। ਤੇ ਇਹਨਾਂ ਨੇ 30 ਸਾਲ ਦੇ ਵਿੱਚ ਸੰਘਰਸ਼ ਕਰਕੇ ਅਮਰੀਕਾ ਨੂੰ ਭੱਜਣ ਲਈ ਮਜਬੂਰ ਕਰਤਾ ਦੇਸ਼ ਛੱਡ ਕੇ। ਅਮਰੀਕਾ ਦੇ ਫੌਜੀ, ਅਮਰੀਕਾ ਦੀ ਸਰਕਾਰ ਮੰਨਦੀ ਹੈ ਕਿ 68,000 ਫੌਜੀ ਸਾਡੇ ਮਰ ਗਏ ਉੱਥੇ, ਅਸਲ ਵਿੱਚ ਗਿਣਤੀ ਜ਼ਿਆਦਾ ਹੈ। ਤੇ ਜਿਹੜੇ ਫੌਜੀ ਮਰੇ ਸੀ 68,000, ਉਸ ਤੋਂ ਇਲਾਵਾ ਹੋਰ ਵੀ ਉਹਨਾਂ ਦੇ ਦਾਦੇ, ਪੋਤੇ ਤੇ ਬੱਚੇ ਅਮਰੀਕਾ ਤੋਂ ਲੱਭਣ ਆਉਂਦੇ ਆ ਕਿ ਸਾਡੇ ਬਜ਼ੁਰਗ ਦਾ ਥਾਂ ਪਤਾ ਲੱਗ ਜਾਏ, ਉਹਦੀ ਡੈੱਡ ਬੋਡੀ ਕਿੱਥੇ ਹੈ। ਉਹ ਹੋ ਸਕਦਾ ਅਮਰੀਕਾ ਦੀ ਸਰਕਾਰ ਦੀ ਰਿਕਾਰਡ 'ਚ ਨਾ ਹੋਏ। ਤੇ ਅਮਰੀਕਾ ਦੀ ਸਿਆਸਤ ਦੇ ਵਿੱਚ ਤੜਫਲੀ ਮਚਾ ਦਿੱਤੀ ਸੀ ਵੀਅਤਨਾਮ ਦੇ ਯੁੱਧ ਨੇ। ਪਰ ਵੱਡੀ ਗੱਲ ਇਹ ਹੈ ਕਿ ਉਹਨਾਂ ਕੋਲ ਕੋਈ ਹਥਿਆਰ ਹੈ ਨਹੀਂ ਸੀ ਕਿਸੇ ਵੀ ਕਿਸਮ ਦਾ, ਕਿਸੇ ਹੋਰ ਦੇਸ਼ ਤੋਂ ਹਥਿਆਰ ਨਹੀਂ ਮਿਲੇ। ਤੇ ਉਹ ਬਚੇ ਕਿਵੇਂ? ਅਮਰੀਕਾ ਕੋਲ ਹਵਾਈ ਜਹਾਜ਼ ਸੀ, ਟੈਂਕ ਸੀ, ਕੈਮੀਕਲ ਹਥਿਆਰ ਸੀ। ਮੈਂ ਉੱਥੇ ਜਾ ਕੇ ਦੇਖ ਕੇ ਆਇਆ, ਜਦੋਂ ਅਮਰੀਕਾ ਹਵਾਈ ਜਹਾਜ਼ ਦੇ ਨਾਲ ਬੰਬ ਸਿੱਟਦਾ ਸੀ ਤਾਂ ਉਹਨਾਂ ਕੋਲ ਸਿਰਫ ਟੋਕਰੀ ਸੀ, ਜਿਹੜੀ ਆਪਣੇ ਪਿੰਡਾਂ 'ਚ ਟੋਕਰੀ ਹੁੰਦੀ ਹੈ, ਇੱਕ ਖੁਰਪਾ ਸੀ 3 ਇੰਚ ਦਾ। ਉਹ ਖੁਰਪੇ ਤੇ ਟੋਕਰੀ ਨਾਲ 20 ਤੋਂ 30 ਸੈਂਟੀਮੀਟਰ ਦੇ ਟੋਆ ਪੱਟ ਕੇ ਉਹਦੇ ਨੀਚੇ ਇੱਕ ਕਮਰਾ ਬਣਾ ਲੈਂਦੇ ਸੀ, ਸੁਰੰਗ ਬਣਾ ਲੈਂਦੇ ਸੀ। ਤੇ ਜਦੋਂ ਲੱਗਿਆ ਅਮਰੀਕਾ ਦੇ ਹਥਿਆਰ ਉਸ ਸੁਰੰਗ ਨੂੰ ਤੋੜ ਦਿੰਦੇ ਆ, ਇੱਕ ਕਮਰੇ ਨੂੰ, ਤਾਂ ਉਸ ਕਮਰੇ ਦੇ ਨੀਚੇ ਫੇਰ ਉਹਨੇ ਇੱਕ ਸੁਰੰਗ ਪੱਟੀ, ਟੇਢੀ ਸੁਰੰਗ ਬਣਾਈ, ਫਿਰ ਇੱਕ ਬੇਸਮੈਂਟ ਦੂਜੇ ਨੰਬਰ ਦੇ ਬਣਾ ਲਈ, ਫਿਰ ਇੱਕ ਤੀਜੇ ਨੰਬਰ ਦੀ ਬੇਸਮੈਂਟ ਬਣਾ ਲਈ। ਉਸ ਬੇਸਮੈਂਟ ਦੇ ਅੰਦਰ ਖੂਹ ਪੁੱਟ ਲਿਆ, ਉਸ ਖੂਹ ਦੇ ਉੱਤੋਂ ਇੱਕ ਸੁਰੰਗ ਏਦਾਂ ਦੀ ਬਣਾਈ, ਜਿਹੜੀ ਸੈਗੌਨ ਦਰਿਆ ਹੈ, ਜਿਹੜਾ ਵੀਅਤਨਾਮ ਦੇ ਵਿੱਚ ਸਾਰੇ 'ਚ ਘੁੰਮਦਾ, ਸੈਗੌਨ ਦਰਿਆ ਜਾਂ ਸਮੁੰਦਰ ਦੇ ਨੇੜੇ ਹੈ, ਉਹ ਸੈਗੌਨ ਦਰਿਆ ਦੇ ਵਿੱਚੋਂ ਪਾਣੀ ਲੈਣ ਵਾਸਤੇ ਸੁਰੰਗਾਂ ਬਣਾ ਲਈਆਂ। ਜਦੋਂ ਵੀ ਅਮਰੀਕਨ ਲੋਕ ਉੱਥੇ ਹਮਲਾ ਕਰਦੇ ਸੀ ਇਹਨਾਂ ਦੇ ਫੌਜੀਆਂ ਤੇ ਕ੍ਰਾਂਤੀਕਾਰੀਆਂ ਤੇ ਇਹਨਾਂ ਜਿੱਤਣ ਦਾ ਕਾਰਨ ਇਹ ਹੈ ਕਿ ਅਮਰੀਕਾ ਦੇ ਫੌਜੀ ਮੋਟੇ ਹੁੰਦੇ ਸੀ, ਹੱਟੇ ਕੱਟੇ ਕੁਆਂਟਲਾਂ ਦੇ ਹੁੰਦੇ ਸੀ। ਤੇ ਵੀਅਤਨਾਮੀ ਲੋਕ ਜਿਹੜੇ ਫੌਜੀ ਐ, ਔਰਤਾਂ, ਕੁੜੀਆਂ, ਮੁੰਡੇ, ਬੁੱਢੇ, ਉਦੋਂ 30-35 ਕਿਲੋ ਦੇ ਹੁੰਦੇ ਸੀ। ਅੱਜ ਵੀ ਉੱਥੇ ਤੁਹਾਨੂੰ ਮੈਨੂੰ ਲੱਗਦੀ 60 ਕਿਲੋ ਤੋਂ ਉੱਪਰ ਦਾ ਕੋਈ ਬੰਦਾ ਨਹੀਂ ਮਿਲਦਾ। ਤੇ ਉਹ 30-35 ਕਿਲੋ, 40 ਕਿਲੋ ਦੇ ਜਿਹੜੇ ਫੌਜੀ ਸੀ, ਕੁੜੀਆਂ ਤੇ ਮੁੰਡੇ, ਉਹ ਸੁਰੰਗ 'ਚ ਵੜ ਜਾਂਦੇ ਸੀ। ਅਮਰੀਕਨ ਫੌਜੀ ਹਾਂਜੀ, ਜਿਹੜੇ ਤੁਸੀਂ ਕਿਹਾ ਵੀ ਅੱਜ ਵੀ ਉੱਥੇ 60 ਕਿਲੋ ਤੋਂ ਵੱਡਾ ਬੰਦਾ ਨਹੀਂ ਮਿਲਦਾ, ਵੀ ਕੀ ਉੱਥੇ ਤਰੱਕੀ ਨਹੀਂ ਹੋ ਸਕੀ ਇੰਨੀ ਜ਼ਿਆਦਾ, ਜਾਂ ਉਹ ਲੋਕੀ ਆਪਣੀ ਸਿਹਤ ਦਾ ਖਿਆਲ ਰੱਖਦੇ ਆ, ਜਾਂ ਉਹਨਾਂ ਦਾ ਫੂਡ ਹੀ ਏਡਾ ਵਧੀਆ ਵੀ ਉਹ ਇਹਦੇ ਬਾਰੇ ਖਾਣ ਪੀਣ ਤੇ ਸਿਹਤ ਬਾਰੇ ਗੱਲ ਕਰਾਂਗਾ। ਉਹਦਾ ਮੇਨ ਕਾਰਨ ਇਹੀ ਹੈ। ਤੇ ਅਮਰੀਕਾ ਨੂੰ ਹਰਾਉਣ ਦੇ ਵਿੱਚ ਜਿਹੜਾ ਉਹਨਾਂ ਦਾ ਰਿਸਟ ਪੁਸ਼ ਹੋਣਾ, ਜਿਹੜਾ ਸੀ ਕਮਜ਼ੋਰ ਹੋਣਾ, ਪਤਲੇ ਹੋਣਾ, ਇਹ ਉਹਨਾਂ ਨੇ ਇਸ ਤਕਨੀਕ ਨੂੰ ਅਮਰੀਕਾ ਦੇ ਖਿਲਾਫ ਵਰਤਿਆ। ਇਸ ਜਿਹੜਾ ਨੁਕਸ ਸੀਗਾ ਪਤਲੇ ਹੋਣਾ, ਅਮਰੀਕਾ ਦੇ ਖਿਲਾਫ ਵਰਤਿਆ। ਉਹਨੇ ਆਪਣੇ ਸਰੀਰ ਦੇ ਮੁਤਾਬਕ ਹੀ ਸੁਰੰਗ ਪੱਟੀ ਤਾਂ ਕਿ ਅਮਰੀਕਨ ਫੌਜੀ ਤੇ ਵੜ ਨਾ ਸਕੇ। ਹੁਣ ਜਦੋਂ ਅਮਰੀਕਾ ਵਾਲੇ ਉੱਪਰੋਂ ਬੰਬ ਸਿੱਟਦੇ ਸੀ ਤਾਂ ਉਹ ਪਹਿਲੀ ਮੰਜ਼ਿਲ ਜਿਹੜੀ ਬੇਸਮੈਂਟ ਬਣੀ, ਨੁਕਸ ਮੰਨ ਰਹੇ ਹੋ ਜਾਂ ਇਹ ਖਾਸੀਅਤ ਸੀਗੀ ਵੀ ਇਹਨਾਂ ਦੀ ਖੂਬੀ ਆ ਜਾਂ ਨੁਕਸ? ਉਹ ਜਿਹੜੀ ਖੂਬੀ ਸੀ ਨਾ ਵੀ, ਠੀਕ ਆ, ਉਦੋਂ ਦਾ ਗਰੀਬੀ ਕਰਕੇ, ਭੁੱਖ ਕਰਕੇ ਉਹ ਸੀਗੇ, ਕਮਜ਼ੋਰ ਸੀਗੇ, ਪਰ ਉਹਨਾਂ ਨੇ ਇਹਨੂੰ ਖੂਬੀ ਬਣਾ ਲਿਆ। ਜਿਹੜੀ ਗਰੀਬੀ ਸੀ, ਉਹਦਾ ਫਾਇਦਾ ਹੋ ਗਿਆ ਉਹਨਾਂ ਨੂੰ ਵੀ ਉਹਨਾਂ ਨੇ ਏਡੀ ਪਤਲੀ ਸੁਰੰਗ ਬਣਾਈ ਵੀ ਇਹਦੇ 'ਚ ਫੌਜੀ ਨਾ ਲੰਘ ਸਕੇ, ਵੀ ਸਾਡਾ ਫੌਜੀ ਲੰਘ ਸਕੇ ਤੇ ਅਮਰੀਕਾ ਦਾ ਫੌਜੀ ਇਹਦੇ ਵਿੱਚ ਵੜ ਹੀ ਨਾ ਸਕੇ। ਤੇ ਅਮਰੀਕਾ ਨੇ ਕੀ ਕੀਤਾ ਜੀ, ਉੱਥੇ ਕੈਮੀਕਲ ਸਪਰੇਅ ਕਰ ਦਿੱਤੇ ਕਿ ਜਿਹੜੇ ਇਹਦੇ ਗੁਰੀਲੇ ਆ ਉਹ ਛਾਪਾਮਾਰੀ ਯੁੱਧ ਲੜਦੇ, ਜਿੱਦਾਂ ਆਪਣੇ ਪੰਜਾਬ ਦੇ ਵਿੱਚ ਸਿੱਖ ਲੜਦੇ ਸੀ, ਛਾਪਾਮਾਰੀ ਯੁੱਧ ਲੜਦੇ ਸੀ ਤੇ ਜੰਗਲਾਂ 'ਚ ਜਾ ਕੇ ਛੁਪ ਜਾਂਦੇ ਸੀ। ਅਮਰੀਕਾ ਨੇ ਜੰਗਲਾਂ ਨੂੰ ਅੱਗ ਲਗਾ ਦਿੱਤੀ। ਫਿਰ ਲੱਗਿਆ ਯਾਰ ਜੰਗਲਾਂ ਦੇ ਵਿੱਚ ਤਾਂ ਇਹ ਅੱਗ ਵੀ ਲਗਾਤੀ, ਫਿਰ ਵੀ ਲੜਦੇ ਆ। ਫਿਰ ਉਹਨੇ ਕਿਹਾ ਚਲੋ ਸਪਰੇਅ ਕਰ ਦਿਓ, ਕੈਮੀਕਲ ਸਪਰੇਅ ਕਰ ਦਿਓ, ਏਦਾਂ ਦੇ ਬੰਬ ਸਿੱਟ ਦਿਓ ਜਿੱਥੇ ਇੱਥੇ ਕੋਈ ਪਸ਼ੂ ਪੰਛੀ ਬਚ ਨਹੀਂ ਸਕੇ, ਤਾਂ ਉਹ ਫਟਾਫਟ ਜਾ ਕੇ ਸੁਰੰਗ ਦੇ ਵਿੱਚ ਵੜ ਜਾਂਦੇ ਸੀ। ਤੇ ਜਦੋਂ ਅਮਰੀਕਾ ਨੂੰ ਪਰਮਾਣੂ ਤੱਕ ਵੀ ਯੂਜ਼ ਕੀਤਾ ਇਹਨਾਂ ਨੇ ਉੱਥੇ। ਪਰਮਾਣੂ ਬੰਬ ਤਾਂ ਖੈਰ ਨਹੀਂ ਕੀਤਾ, ਪਰਮਾਣੂ ਬੰਬ ਤੋਂ ਇਲਾਵਾ ਬਾਕੀ ਸਾਰੇ ਕੁਝ ਕੀਤੇ ਆ। ਰਿਕਾਰਡ 'ਚ ਪਰਮਾਣੂ ਬੰਬ ਨਹੀਂ ਹੋ ਸਕਦਾ ਕੀਤਾ ਹੋਵੇ, ਪਰ ਉਹ ਵੱਜ ਜਾਂਦੇ ਸੀ। ਜਦੋਂ ਲੱਗਿਆ ਸੀ ਕੈਮੀਕਲ ਇੰਨਾ ਸਟਰੋਂਗ ਹੈ ਕਿ ਨੁਕਸਾਨ ਕਰ ਰਿਹਾ, ਉਹ ਸੁਰੰਗ ਦੇ ਰਾਹੀਂ ਦੂਜੀ ਬੇਸਮੈਂਟ ਚਲੇ ਜਾਂਦੇ ਸੀ, ਤੀਜੀ ਬੇਸਮੈਂਟ ਚਲੇ ਜਾਂਦੇ ਸੀ। ਤੇ ਅਮਰੀਕਾ ਦੇ ਫੌਜੀ ਹੈਰਾਨ ਰਹਿ ਜਾਂਦੇ ਸੀ ਉਹ ਗਏ ਕਿੱਥੇ। ਤੇ ਫਿਰ ਉਹਨੇ ਬਚਣ ਦੇ ਢੰਗ ਤਰੀਕੇ ਲੱਭੇ। ਜਿਹੜੀ ਖਾਸ ਹੈ ਲੜਾਈ ਦੇ ਵਿੱਚ, ਸਿਰਫ ਖੁਰਪੇ ਨਾਲ ਤੇ ਟੋਕਰੀ ਨਾਲ, ਕੋਈ ਮਸ਼ੀਨ ਨਹੀਂ ਸੀ ਉਹਨਾਂ ਕੋਲ 3-3 ਮੰਜ਼ਲੀ ਬੇਸਮੈਂਟਾਂ ਬਣਾਉਣ, ਸਿਰਫ ਖੁਰਪਾ ਤੇ ਟੋਕਰੀ। ਤੇ ਉਹ ਮਿੱਟੀ ਵੀ ਉਸ ਤਰੀਕੇ ਨਾਲ ਦਰਿਆ ਦੇ ਵਿੱਚ ਸਿੱਟਦੇ ਸੀ ਜਾ ਕੇ, ਤਾਂ ਕਿ ਪਤਾ ਨਾ ਲੱਗੇ। ਇਹ ਸਭ ਤੋਂ ਵੱਡੀ ਗੱਲ। ਮਿੱਟੀ ਗ੍ਰੈਬ ਹੁੰਦੀ ਜਾਂਦੀ ਸੀ ਕਿ ਮਿੱਟੀ ਲੱਭਦੀ ਨਹੀਂ ਸੀ, ਉਹਨਾਂ ਨੂੰ ਇਹ ਪਤਾ ਨਾ ਲੱਗ ਜਾਏ ਵੀ ਇੱਥੇ ਸੁਰੰਗਾਂ ਹੋਣਗੀਆਂ। ਜੇ ਬਾਹਰ ਮਿੱਟੀ ਪਈ ਦੇਖੀ ਤੇ ਪਤਾ ਲੱਗ ਜਾਊਗਾ ਵੀ ਸੁਰੰਗਾਂ ਨੇ ਇੱਥੇ। ਸੁਰੰਗਾਂ 'ਚੋਂ ਸਾਹ ਕਿਵੇਂ ਲੈਣਾ? ਹੁਣ ਸਾਹ ਲੈਣ ਦੀ ਗੱਲ, ਜਿੱਦਾਂ ਆਪਣੇ ਸਿਉਂਕ ਇੱਕ ਢੇਰ ਜਿਹਾ ਬਣਾ ਲੈਂਦੀ ਮਿੱਟੀ ਦੀ, ਉਹਨਾਂ ਨੇ ਜਾ ਕੇ ਕੁਝ ਮੀਟਰਾਂ ਬਾਅਦ ਉਦਾਂ ਦੇ ਢੇਰ ਜੇ ਸਿਉਂਕ ਦੇ ਲਗਾਏ ਹੋਏ ਸੀ ਤਾਂ ਕਿ ਫੌਜੀ ਨੂੰ ਲੱਗੇ ਤਾਂ ਨੈਚੁਰਲ ਕਿਸੇ ਕੀੜੇ ਮਕੌੜੇ ਨੇ ਬਣਾਏ ਆ। ਤੇ ਕਈ ਵਾਰੀ ਅਮਰੀਕਾ ਵਾਲੇ ਸੂਹੀਆ ਕੁੱਤੇ ਛੱਡਦੇ ਸੀ ਕਿ ਇਹਨੂੰ ਲੱਭਦਾ ਲਈਏ ਇਹ ਫੌਜੀ ਗੁਰੀਲੇ ਗਏ ਕਿੱਥੇ। ਜਿਹੜੇ ਅਮਰੀਕਾ ਦੇ ਫੌਜੀ ਉਹਨਾਂ ਨੇ ਮਾਰੇ, ਉਹਨਾਂ ਦੇ ਕੱਪੜੇ ਵੱਢ ਕੇ ਨਾ, ਉਹ ਜਿਹੜੇ ਸਾਹ ਲੈਣ ਵਾਸਤੇ ਬਣਾਏ ਹੋਏ ਸੀ ਢੇਰ ਮਿੱਟੀ ਦੇ, ਉਹਦੇ ਵਿੱਚੋਂ ਲਗਾ ਦਿੰਦੇ ਸੀ। ਅਮਰੀਕਾ ਦੇ ਸੂਹੀ ਕੁੱਤੇ ਘੁੰਮਦੇ ਸੀ ਉੱਥੇ, ਉਹ ਅਮਰੀਕਨ ਫੌਜੀਆਂ ਦੇ ਕੱਪੜੇ ਸੁੰਘ ਕੇ ਵਾਪਸ ਆ ਜਾਂਦੇ, ਉਹਨੂੰ ਪਤਾ ਨਹੀਂ ਲੱਗਾ ਗੁਰੀਲੇ ਹੈ ਕਿੱਥੇ ਆ।
ਤੇ ਦੂਜੀ ਗੱਲ, ਕਿਉਂਕਿ ਕਈ ਵਾਰੀ ਉਹ ਉਹ ਫਸ ਸਮੈਲ ਗਏ। ਮਿਕਸ ਹੋ ਹਾਂਜੀ। ਜਾਂਦੀ ਸੀਗੀ ਵੀ ਉਹਨਾਂ ਦੇ ਬੰਦਿਆਂ ਦੀ ਤੇ ਇਹਨਾਂ ਦੇ ਫੌਜੀਆਂ ਦੀ ਸਮੈਲ ਮਿਕਸ ਹੋ ਜਾਂਦੀ ਸੀ ਉੱਥੇ ਜਿੱਥੇ ਉਹ ਇਹਨਾਂ ਨੇ ਹਵਾ ਤਾਂ ਆ ਆਪਣੀ ਰਹੀ ਹੈ। ਸਮੈਲ ਆਣੀ ਨਹੀਂ ਦਿੱਤੀ, ਉਸ ਜਿੱਥੇ ਸਾਹ ਲੈਣ ਵਾਸਤੇ ਬੜੀ ਦੂਰ ਬਣਾਏ ਹੋਏ ਸੀ ਤਾਂ ਕਿ ਅੰਦਰ ਹੂੰ। ਤਾਜ਼ੀ ਹਵਾ ਜਾ ਸਕੇ। ਉੱਥੇ ਇਹਨਾਂ ਦੇ ਲੋਕ ਨਹੀਂ ਹੁੰਦੇ, ਸਿਰਫ ਅਮਰੀਕਨ ਫੌਜੀਆਂ ਦੇ ਕੱਪੜੇ ਜਾਂ ਉਹਨਾਂ ਦੇ ਮਾਂਸ ਦੇ ਟੁਕੜੇ ਹੁੰਦੇ ਸੀ, ਤੇ ਇਹਨਾਂ ਦੀ ਕੋਈ ਸਮੈਲ ਹੀ ਨਹੀਂ ਆਈ। ਦੂਜੀ, ਕਦੇ ਕਦੇ ਕਿਉਂਕਿ ਜੰਗਲ ਸੀਗਾ, ਚਿੱਕੜ ਹੁੰਦਾ ਸੀ, ਤੇ ਅਮਰੀਕਨ ਫੌਜੀ ਪਿੱਛਾ ਵੀ ਕਰਦੇ ਸੀ। ਇਹਨੇ ਚੱਪਲਾਂ ਸਪੈਸ਼ਲ ਬਣਾਈਆਂ, ਚੱਪਲਾਂ ਜਿਹੜੀ ਗੱਡੀਆਂ ਦੇ ਟਾਇਰ ਸੀ ਉਹ ਵੱਢ ਕੇ ਚੱਪਲਾਂ ਬਣਾਈਆਂ। ਉਹ ਚੱਪਲਾਂ ਉੱਥੇ ਮਿਲਦੀਆਂ ਅੱਜ ਵੀ, ਤੇ ਮੈਂ ਦੇਖ ਕੇ ਵੀ ਆਇਆ। ਚੱਪਲਾਂ ਦੇ ਨੀਚੇ ਤੇ ਆਮ 1.5 ਇੰਚ ਦੇ ਨਾ ਲਟਕਦੇ ਹੋਏ ਪੀਸ ਛੱਡੇ ਹੋਏ ਆ। ਉਹ ਚੱਪਲਾਂ ਵੀ ਰਿਵਰਸੇਬਲ ਹੈ, ਜਿੱਧਰ ਮਰਜ਼ੀ ਪਾ ਲਓ, ਅੱਗੇ ਕਰ ਲਓ, ਪਿੱਛੇ ਕਰ ਲਓ। ਜਦੋਂ ਹੁਣ ਆਮ ਚੱਲਦੇ ਹੋ ਚੱਪਲਾਂ ਪਾ ਕੇ ਤਾਂ ਸਿੱਧੇ ਚੱਲਦੇ ਸੀ, ਪੈਰਾਂ ਦੇ ਨਿਸ਼ਾਨ ਸਿੱਧੇ ਹੀ ਜਾਂਦੇ ਸੀ। ਜਦੋਂ ਫੌਜੀ ਪਿੱਛਾ ਕਰਦੇ ਸੀ ਉਹਨਾਂ ਦੇ, ਉਹ ਚੱਪਲਾਂ ਨੂੰ ਉਲਟਾ ਕਰਕੇ ਪਾ ਲੈਂਦੇ ਸੀ, ਪਿਛਲਾ ਹਿੱਸਾ ਅੱਗੇ ਤੇ ਅਗਲਾ ਹਿੱਸਾ ਉਹ ਪਿੱਛੇ। ਲੱਗਦਾ ਸੀ ਵੀ ਅੱਗੇ ਇੱਥੇ ਨੂੰ ਭੱਜਦੇ ਆ ਸੀ। ਰਹੇ ਆ ਤੇ ਉਹ ਜਾ ਰਹੇ ਹੁੰਦੇ ਸੀ ਤੇ ਸਮਝ ਲੱਗਦੀ ਸੀ ਵੀ ਇੱਥੇ ਆ ਰਹੇ ਆ। ਹਾਂ, ਉਹ ਭੱਜਦੇ ਸੀ ਤਾਂ ਅਮਰੀਕਨ ਫੌਜੀਆਂ ਨੂੰ ਲੱਗਦਾ ਸੀ ਉਹ ਪਿੱਛੇ ਨੂੰ ਮੁੜੇ ਆ, ਪੈਰਾਂ ਦੇ ਨਿਸ਼ਾਨ ਦੇ ਕੇ। ਸਗੋਂ ਅਮਰੀਕਨ ਫੌਜੀ ਪੈਰਾਂ ਦੇ ਨਿਸ਼ਾਨ ਦੇ ਕੇ ਗਲਤ ਦਿਸ਼ਾ ਚਲੇ ਜਾਂਦੇ ਸੀ। ਇਸ ਤਰੀਕੇ ਨਾਲ ਉਹਨੇ ਕੀਤਾ। ਫਿਰ ਉਹਨਾਂ ਨੇ ਹੋਰ ਖਾਸ ਗੱਲ ਕੀ ਕੀਤੀ, ਹਥਿਆਰ ਤਾਂ ਹੈ ਨਹੀਂ ਸੀ ਉਹਨਾਂ ਕੋਲ। ਅਮਰੀਕਾ ਵਾਲਿਆਂ ਨੇ ਬੰਬ ਸਿੱਟਣੇ, ਕੁਝ ਬੰਬ ਮਿਸ ਹੋ ਜਾਣੇ, ਨਹੀਂ ਚੱਲਣੇ। ਉਹਨਾਂ ਨੇ ਬੇਸਮੈਂਟਾਂ ਦੇ ਵਿੱਚ ਫੈਕਟਰੀਆਂ ਬਣਾ ਲਈਆਂ ਬੰਬਾਂ ਨੂੰ ਰਿਪੇਅਰ ਕਰਨ ਵਾਸਤੇ। ਅਮਰੀਕਾ ਦੇ ਚੱਲੇ ਹੋਏ ਬੰਬ ਚੱਕਣੇ ਉਹਨਾਂ ਨੇ, ਉਹਨੂੰ ਰਿਪੇਅਰ ਕਰਨਾ, ਅਮਰੀਕਾ ਦੇ ਖਿਲਾਫ ਹੀ ਵਰਤਣਾ। ਇਹ ਸਭ ਤੋਂ ਵੱਡੀ ਗੱਲ ਸੀ। ਫਿਰ ਉਹ ਲੜੇ ਕਿਵੇਂ? ਲੜੇ ਹੋ ਜਿਹੜੇ ਕਿੰਨੇ ਸਾਲ ਚੱਲੀ ਆ ਜੀ ਜੰਗ ਭਲਾ? 30 ਸਾਲ 30 ਸਾਲ ਜੰਗ ਚੱਲੀ 30 ਸਾਲ 1975 ਦੇ ਵਿੱਚ ਜਦੋਂ ਅਮਰੀਕਾ ਨੂੰ ਭੱਜਣਾ ਪਿਆ ਨਾ, ਤਾਂ ਅਮਰੀਕਾ ਨੂੰ ਭੱਜਣ ਦੀ ਰਾਹ ਨਹੀਂ ਲੱਭੀ। ਜਿਹੜਾ ਅਮਰੀਕਾ ਨੇ ਰਾਸ਼ਟਰਪਤੀ ਭਵਨ ਬਣਾਇਆ ਸੀ, ਹੋ ਚੀ ਮਿਨ ਸਿਟੀ, ਅੱਜ ਕੱਲ ਉੱਥੇ ਹੈ ਸੈਗੋਨ ਦਰਿਆ ਦੇ ਕੰਢੇ। ਮੈਨੂੰ ਲੱਗਦਾ ਵੀਰ ਜੀ, ਜੇ ਸਿੱਖਾਂ ਦੀ ਖਾਲਿਸਤਾਨ ਵਾਲੀ ਜੰਗ ਨੂੰ ਆਪਾਂ ਜੇ ਪਾਸੇ ਰੱਖ ਲਈਏ ਤੇ ਹੋਰ ਕੋਈ ਜੰਗ ਮੈਨੂੰ ਲੱਗਦਾ ਦੁਨੀਆ ਦੀ ਏਡੀ ਲੰਬੀ ਨਹੀਂ ਚੱਲੀ ਹੋਊਗੀ। ਨਾ ਐਡੀ ਲੰਬੀ ਚੱਲੀ, ਤੇ ਨਾ ਸੁਪਰੀਮ ਪਾਵਰ ਨੂੰ ਬਰਛਿਆਂ ਨਾਲ ਸਰੀਆਂ ਨਾਲ ਹਰਾਉਣ ਵਾਲਾ ਕੋਈ ਹੈਗਾ, ਬਾਂਸ ਦੇ ਨਾਲ। ਤੇ ਹੋਰ ਜਿਹੜੀ ਟੈਕਨੀਕ ਸੀ ਅਮਰੀਕਾ ਵਾਲੇ ਫੌਜੀ ਨੂੰ ਭਜਾਉਣ ਦੀ, ਉਹਨੇ ਟੋਏ ਪੱਟ ਕੇ ਇੱਕ ਮੰਜੇ ਜਿੰਨੀ ਥਾਂ ਦੇ ਵਿੱਚ ਉੱਤੇ ਘਾਹ ਫੂਸ ਲਗਾ ਦੇਣਾ। ਟੋਇਆਂ ਦੇ ਵਿੱਚ 6-6 ਫੁੱਟ ਲੰਬੇ ਬਾਂਸ ਤਿੱਖੇ ਕਰਕੇ ਖੜੇ ਬਰਛਿਆਂ ਦੀ ਤਰ੍ਹਾਂ ਖੜੇ ਕਰ ਦੇਣੇ। ਜਦੋਂ ਫੌਜੀ ਆਉਂਦੇ ਸੀ ਉੱਤੇ ਪੈਰ ਰੱਖਿਆ ਜਾਂਦਾ ਸੀ, ਉਹ ਸੁਰੰਗ ਦੇ ਵਿੱਚ ਡਿੱਗ ਜਾਂਦੇ ਸੀ। ਕਰਦੇ ਆ। ਹਾਂਜੀ ਹਾਂਜੀ, ਸਿਰਫ ਉਹ ਬਾਂਸਾਂ ਦੇ ਨਾਲ ਹੀ ਹਜ਼ਾਰਾਂ ਫੌਜੀ ਨੂੰ ਮਾਰ ਗਏ। ਫਿਰ 6-6 ਇੰਚ ਦੇ ਸਰੀਏ ਤਿੱਖੇ ਕਰਕੇ ਜਾਂ 6-6 ਫੁੱਟ ਦੇ ਸਰੀਏ ਤਿੱਖੇ ਕਰਕੇ ਉਸ ਤਰੀਕੇ ਨਾਲ ਉਹਨੇ ਗੱਡ ਦਿੱਤੇ। ਤੇ ਅਮਰੀਕਨ ਫੌਜੀ ਆਉਂਦੇ ਸੀ, ਉਹਦੇ ਪੈਰ ਫਸ ਜਾਂਦਾ ਸੀ ਜਾਂ ਵਿੱਚ ਡਿੱਗ ਜਾਂਦੇ ਸੀ, ਉਹ ਮਰ ਜਾਂਦੇ ਸੀ। ਫਿਰ ਜੇ ਕਦੇ ਅਮਰੀਕਨ ਫੌਜੀ ਉਹਨਾਂ ਦੀ ਸੁਰੰਗ 'ਚ ਪਹੁੰਚ ਵੀ ਜਾਏ ਕੋਈ ਪਤਲਾ, ਤਾਂ ਉਹਨੇ ਕਮਰੇ ਦੇ ਚਾਰੋਂ ਪਾਸੇ ਇੱਕ ਨੀਂਹ ਪੱਟੀ ਹੋਈ ਸੀ, ਖਾਈ ਪੱਟੀ ਹੋਈ ਸੀ। ਜਦੋਂ ਇਹ ਗੋਲੀ ਮਾਰਦੇ ਸੀ ਤਾਂ ਇੱਕਦਮ ਖੁੰਝਿਆ ਜਾ ਕੇ ਛੁਪਦੇ ਸੀ। ਉਹ ਖੁੰਝਿਆ ਜਦੋਂ ਛੁਪੜਦੇ ਸੀ, ਉਹ ਖੁੰਝੇ ਦੇ ਵਿੱਚ ਹੀ ਜਾ ਕੇ ਡਿੱਗ ਕੇ ਉੱਥੇ ਖਤਮ ਹੋ ਜਾਂਦੇ ਸੀ। ਇਸ ਤਰੀਕੇ ਨਾਲ ਇਹ ਲੜੇ ਆ। ਤੇ ਦੂਜੀ ਗੱਲ, ਔਰਤਾਂ ਨੇ ਬਰਾਬਰ ਦੇ ਹਿੱਸੇ ਲਈ, ਇਹ ਨਹੀਂ ਹੈ ਕਿ 1945 ਦੀ ਆਪਾਂ ਗੱਲ ਕਰੀਏ ਕਿ ਔਰਤ ਕੋਈ ਮਤਲਬ ਏਦਾਂ ਸਾਡੀ ਤਰ੍ਹਾਂ ਪੈਰ ਦੀ ਜੁੱਤੀ ਜੰਮ ਜਾਂਦੀ ਜਾਂ ਦਬਾ ਕੇ ਰੱਖੀ ਜਾਂਦੀ ਸੀ। ਔਰਤਾਂ ਬਰਾਬਰ ਦੀਆਂ ਫੌਜੀ ਸੀ। ਜੇ 100 ਬੰਦੇ ਮਰਦੇ ਸੀ ਤਾਂ 30 ਉਹਦੇ ਵਿੱਚੋਂ ਔਰਤਾਂ ਮਰੀਆਂ। ਔਰਤਾਂ ਸੁਰਗਾਂ 'ਚ ਹੀ ਕੱਪੜੇ ਬਣਾਉਂਦੀਆਂ ਸੀ, ਉਹਨਾਂ ਦੀ ਜੁੱਤੀਆਂ ਬਣਾਉਂਦੀਆਂ ਸੀ, ਉਹਨਾਂ ਦੀ ਰਿਪੇਅਰ ਕਰਦੀ ਸੀ। ਔਰਤਾਂ ਨੇ ਉਦਾਂ ਹੀ ਹਥਿਆਰ ਚੱਕ ਕੇ ਲੜਾਈ ਲੜੀ ਹੈ। 100 ਦੇ ਵਿੱਚੋਂ 30 ਔਰਤਾਂ ਉੱਥੇ ਮਰੀਆਂ ਹੀ ਮਰੀਆਂ। ਮਤਲਬ ਬਰਾਬਰਤਾ ਦਾ ਦਰਜਾ ਉੱਥੇ ਔਰਤਾਂ ਨੂੰ ਮਿਲਿਆ। ਇਹ ਵੱਡੀ ਗੱਲ ਸੀ। ਤੇ ਅਮਰੀਕਾ ਦੇ ਜਦੋਂ 68,000 ਸਰਕਾਰੀ ਰਿਕਾਰਡ ਦੇ ਮੁਤਾਬਕ ਫੌਜੀ ਮਰ ਗਏ ਤਾਂ ਅਮਰੀਕਾ ਦੀ ਸਿਆਸਤ ਹਿੱਲ ਗਈ ਤੇ ਅਮਰੀਕਾ ਨੂੰ ਉਹ ਦੇਸ਼ ਛੱਡ ਕੇ ਭੱਜਣਾ ਪਿਆ। ਤੇ ਉਹਦਾ ਖਾਮਿਆਜਾ ਵੀਅਤਨਾਮੀ ਲੋਕਾਂ ਨੂੰ ਭੁਗਤਣਾ ਪਿਆ। ਹਰ ਤਰ੍ਹਾਂ ਦੀ ਪਾਬੰਦੀਆਂ ਅਮਰੀਕਾ ਨੇ ਉਸ ਦੇਸ਼ ਤੇ ਲਗਾ ਦਿੱਤੀਆਂ। ਮਹਾ ਗਰੀਬੀ ਦੇ ਵਿੱਚ ਉਹ ਚਲਿਆ ਗਿਆ। ਪਰ ਇਹਨਾਂ ਲੋਕਾਂ ਨੇ ਉਸ ਗਰੀਬੀ ਦਾ ਲਾਹਾ ਲਿਆ। ਕੋਈ ਅਮਰੀਕਾ ਦੇ ਅੱਗੇ ਗੋਡੇ ਨਹੀਂ ਟੇਕੇ। ਤੇ ਅੱਜ ਤੋਂ 15 ਸਾਲ ਪਹਿਲਾਂ ਉੱਥੇ ਸੜਕਾਂ ਦੇ ਉੱਤੇ ਤੁਹਾਨੂੰ ਇੱਕ ਅੱਧੀ ਕੋਈ ਕਾਰ ਮਿਲਦੀ ਸੀ, ਸਾਈਕਲਾਂ ਦੇ ਉੱਤੇ ਘੁੰਮਦੇ ਸੀ ਉਹ। ਨਹੀਂ, ਗਰੀਬੀ ਦਾ ਲਾਹਾ ਲਿਆ ਇਹ ਕੀ ਮਤਲਬ ਜੀ? ਗਰੀਬੀ ਦਾ ਲਾਹਾ ਲਿਆ। ਅਮਰੀਕਾ, ਉਹ ਅਮਰੀਕਾ ਤੇ ਡਿਪੈਂਡ ਨਹੀਂ ਹੋਏ, ਪਾਬੰਦੀਆਂ ਤੋਂ ਡਰੇ ਨਹੀਂ। ਉਹਨੇ ਆਪਣੇ ਖਰਚੇ ਘਟਾ ਲਏ। ਉਹ ਕਹਿੰਦੇ ਸਾਨੂੰ ਪੈਟਰੋਲ ਦੀ ਲੋੜ ਹੀ ਨਹੀਂ, ਜਾਓ ਅਸੀਂ ਸਾਈਕਲਾਂ ਤੇ ਘੁੰਮਾਂਗੇ। ਉਹਨੇ ਮੈਡੀਕਲ ਸਿਸਟਮ ਆਪਣਾ ਬਣਾ ਲਿਆ। ਉਹਨੇ ਵਿਦੇਸ਼ੀ ਲੋਕਾਂ ਨੂੰ ਉਸ ਤਰੀਕੇ ਨਾਲ ਦੇਸ਼ ਤੇ ਦਖਲਅੰਦਾਜ਼ੀ ਨਹੀਂ ਕਰਨ ਦਿੱਤੀ। ਇੰਡੀਪੈਂਡੈਂਟ ਹੋ ਗਏ। ਤੇ ਜਿਹੜੀ ਯੁੱਧ ਤੋਂ ਉਹਨਾਂ ਨੇ ਸਿੱਖਿਆ ਸੀ ਕਿ ਅੱਜ ਖਾ ਲਿਆ ਕੱਲ ਮਿਲੇਗਾ ਕਿ ਨਹੀਂ ਮਿਲੇਗਾ, ਅਸੀਂ ਸ਼ਾਨ ਦੇ ਨਾਲ ਖਾ ਸਕੀਏ, ਪਤਾ ਨਹੀਂ ਜਿੰਦੇ ਰਹਿਣਾ ਕਿ ਸਵੇਰੇ ਨਹੀਂ ਰਹਿਣਾ, ਉਹ ਜ਼ਿੰਦਗੀ 'ਚ ਅੱਜ ਵੀ ਲਾਗੂ ਹੈ। ਹੁਣ ਰਹੀ ਗੱਲ ਰਿਸਟ ਪੁਸ਼ਟ ਹੋਣ ਦੀ, ਅੱਜ ਵੀ 60 ਕਿਲੋ ਤੋਂ ਘੱਟ ਕਿਉਂ ਨਹੀਂ ਹੈ। ਜਿਸ ਤਰ੍ਹਾਂ ਯੁੱਧ ਦੇ ਵਿੱਚ ਉਹ ਸਿਰਫ 24 ਘੰਟੇ 'ਚ ਇੱਕ ਵਾਰੀ ਖਾਣਾ ਬਣਾਉਂਦੇ ਸਵੇਰੇ ਜਦੋਂ ਧੁੰਦ ਹੋਏ। ਉਹ ਬਣਾਉਂਦੇ ਵੀ ਬੇਸਮੈਂਟ ਦੇ ਵਿੱਚ ਸੀ। ਜਦੋਂ ਧੁੰਦ ਹੁੰਦੀ ਸੀ ਧੂਆਂ ਨਿਕਲਦਾ ਸੀ, ਫੌਜੀ ਨੂੰ ਪਤਾ ਨਹੀਂ ਲੱਗਦਾ ਸੀ ਇਹ ਧੁੰਦ ਹੈਗਾ, ਧੂਆਂ ਹੈ। ਧੂਆਂ ਗਾਇਬ ਹੋ ਜਾਏ ਜਿਹੜਾ। ਹਾਂਜੀ, ਨੀਚੇ ਬੇਸਮੈਂਟ 'ਚ ਹੀ ਰੋਟੀ ਬਣਾਉਂਦੇ ਸੀ ਉਹ, ਤੇ ਹਵਾ ਦੇ ਵਿੱਚ ਜਾਂਦਾ ਸੀ ਧੂਆਂ, ਤੇ ਫੌਜੀ ਨੂੰ ਪਤਾ ਨਹੀਂ ਲੱਗਦਾ ਸੀ। ਉਹਨੇ ਆਪਣੀ ਜ਼ਿੰਦਗੀ ਵੀ ਲਾਗੂ ਕਰ ਲਿਆ। ਅੱਜ ਉਸ ਦੇਸ਼ ਦੇ ਵਿੱਚ ਸਵੇਰੇ 6 ਵਜੇ ਬ੍ਰੇਕਫਾਸਟ ਦਾ ਟਾਈਮ ਹੈ। 99.99% ਲੋਕ ਸਵੇਰੇ 6 ਵਜੇ ਬ੍ਰੇਕਫਾਸਟ ਕਰ ਲੈਂਦੇ ਆ ਤੇ ਆਪਣੇ ਕੰਮਾਂ ਤੇ ਚਲੇ ਜਾਂਦੇ ਆ। ਤੇ ਲੰਚ ਦਾ ਟਾਈਮ ਉਹਨਾਂ ਦਾ 11:30 ਵਜੇ ਹੈ। ਭਾਵੇਂ ਵਿਦੇਸ਼ੀ ਹੈ ਭਾਵੇਂ ਜਿਹੜਾ ਮਰਜੀ ਹੈ,
ਉਸ ਤੋਂ ਬਾਅਦ ਡਿਨਰ ਦਾ ਟਾਈਮ ਉਹਨਾਂ ਦਾ 6 ਵਜੇ ਹੈ। 7 ਵਜੇ ਤੋਂ ਬਾਅਦ ਕੋਈ ਬੰਦਾ ਉੱਥੇ ਕੁਝ ਖਾਂਦਾ ਹੀ ਨਹੀਂ, ਨਾ ਉੱਥੇ ਮਿਲਦਾ ਕੁਝ। ਕੋਈ 5 ਸਟਾਰ ਹੋਟਲਾਂ 'ਚ ਕੋਈ ਵਿਦੇਸ਼ੀ ਲੋਕਾਂ ਨੂੰ ਮਾੜਾ ਮੋਟਾ ਮਿਲਦਾ ਹੋਏਗਾ। 7 ਵਜੇ ਉਹਨਾਂ ਦਾ ਡਿਨਰ ਟਾਈਮ ਹੈ ਤੇ ਉਹਨਾਂ ਦੇ ਫੂਡ ਦੇ ਵਿੱਚ ਕਿਸੇ ਅੱਛਾ, ਦਾ ਜਿਹੜੇ ਬਾਹਰੋਂ ਲੋਕ ਘੁੰਮਣ ਜਾਂਦੇ ਆ ਉਹਨਾਂ ਵਾਸਤੇ ਸਹੂਲਤਾਂ ਫਿਰ ਵੱਖਰੀਆਂ ਨੇ, ਉਹਨਾਂ ਵਾਸਤੇ ਕੋਈ ਆਓ ਭਗਤ ਹੈ ਵੀ, ਕਿਉਂਕਿ ਉਹ ਤਾਂ ਹਾਈਫਾਈ ਜ਼ਿੰਦਗੀ ਤੇ ਗਿੱਝੇ ਹੋਏ ਗਏ ਆ। ਹਾਂ ਦੇਖੋ ਜੀ, ਇਹ ਤਾਂ ਹੈਗੀ, ਮੈਂ ਗੱਲ ਕਰ ਰਿਹਾ ਕਿ ਵੀਅਤਨਾਮ ਨੂੰ ਜਦੋਂ ਉਜਾੜਤਾ 75 ਤੋਂ ਲੈ ਕੇ ਅੱਗੇ ਤੱਕ, ਪਰ 15 ਕੁ ਸਾਲ ਪਹਿਲੇ ਉਹਨਾਂ ਨੇ ਆਪਣੇ ਆਪ ਨੂੰ ਬਦਲ ਲਿਆ। ਉਹਨਾਂ ਨੇ ਆਓ ਭਗਤ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਰੈਵਨਿਊ ਜਨਰੇਟ ਕਰਨਾ ਸੀ, ਟੂਰਿਜ਼ਮ ਨੂੰ ਵਧਾਉਣਾ ਸੀ। ਉਹਨਾਂ ਨੇ ਉਹ ਹਰ ਇੱਕ ਸਹੂਲਤ ਪੈਦਾ ਕਰ ਲਈ ਆਪਣੇ ਦੇਸ਼ ਦੇ ਵਿੱਚ। ਜਿੱਦਾਂ ਹੋ ਚੀ ਮਿਨ ਸਿਟੀ ਹੈ, ਤੁਸੀਂ ਉੱਥੇ ਜਾਓ, ਨਿਊਯਾਰਕ ਤੇ ਹੋ ਚੀ ਮਿਨ 'ਚ ਤੁਹਾਨੂੰ ਕੋਈ ਫਰਕ ਨਹੀਂ ਨਜ਼ਰ ਆਉਂਦਾ। ਖੁੱਲੀਆਂ ਸੜਕਾਂ, ਖੁੱਲੀਆਂ ਪਾਰਕਾਂ, 70 ਮੰਜ਼ਿਲ ਬਿਲਡਿੰਗ, ਉਸ ਤਰੀਕੇ ਦਾ ਸਾਰਾ ਕੁਝ, ਆਜ਼ਾਦੀ ਪੂਰੀ। ਤੇ ਸਭ ਤੋਂ ਵੱਡੀ ਗੱਲ, ਭਾਰਤ ਨਾਲੋਂ ਅਲੱਗ ਹੈ, ਉੱਥੇ ਔਰਤ ਰਾਤ ਨੂੰ 2 ਵਜੇ ਇਕੱਲੀ ਘੁੰਮਣ ਨਿਕਲ ਜੇ, ਕੋਈ ਪ੍ਰੋਬਲਮ ਨਹੀਂ ਹੈ ਉੱਥੇ। ਜੇ ਕੋਈ ਰੇਪ ਦੀ ਘਟਨਾ ਇੱਕ ਅੱਧੀ ਆ ਜੇ, ਸਾਲ 'ਚ ਇੱਕ ਅੱਧੀ, ਹਾਂਜੀ ਪੂਰੇ ਵੀਅਤਨਾਮ 'ਚ ਜੇ ਕੋਈ ਇੱਕ ਅੱਧੀ ਰੇਪ ਦੀ ਘਟਨਾ ਆ ਜੇ ਤਾਂ ਪੂਰੇ ਦੇਸ਼ ਤਰਥਲੀ ਮਚ ਜਾਂਦੀ ਹੈ। ਕੋਈ ਕਿੰਨੀ ਵੱਡੀ ਕੰਟਰੀ ਹੈ ਜੀ? ਇਹ ਮਤਲਬ ਆਬਾਦੀ ਤਾਂ ਉਹਨਾਂ ਦੀ ਕੋਈ 12-13 ਕਰੋੜ ਹੈ। ਇੱਕ ਲੰਬਾ ਜਿਹਾ ਆਪਾਂ ਦੇਖੀਏ ਦੇਸ਼, ਜਿਹੜਾ ਹਨੋਈ ਤੋਂ ਹੋ ਚੀ ਮਿਨ ਸਿਟੀ ਹੈ, ਇਹ ਜਿੱਦਾਂ ਆਪਣੇ ਇੰਡੀਆ ਦਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਹੈ, ਇੰਨਾ ਕੁ ਲੰਬਾ ਹੈਗਾ, ਇੰਡੀਆ ਜਿੰਨੀ ਲੰਬਾਈ ਹੈਗੀ ਆ। ਤੇ ਚੌੜਾਈ ਇਹਦੀ ਘੱਟ ਹੈ, ਸਮੁੰਦਰ ਦੇ ਨੇੜੇ ਨੇੜੇ ਲੱਗਦਾ ਸਾਰਾ ਦੇਸ਼ ਹੀ। ਤੇ ਉਹਦੇ ਵਿੱਚ ਪੂਰੇ ਦੇਸ਼ 'ਚ ਔਰਤ ਨੂੰ ਪੂਰੀ ਆਜ਼ਾਦੀ ਹੈ। ਤੁਸੀਂ ਇਕੱਲੇ ਘੁੰਮੋ, ਉੱਥੇ ਦੀ ਕੁੜੀਆਂ ਘੁੰਮਦੀਆਂ, ਉੱਥੇ ਦੀ ਔਰਤਾਂ ਘੁੰਮਦੀਆਂ, ਤੇ ਇੰਨੀ ਕੁ ਆਜ਼ਾਦੀ ਹੈ ਔਰਤਾਂ ਨੂੰ। ਜਿੱਦਾਂ ਆਪਣੇ ਪਬਲਿਕ ਟਾਇਲਟ ਹੈ, ਪਬਲਿਕ ਟਾਇਲਟ ਦੇ ਵਿੱਚ ਜੈਂਟਸ ਦੇ ਵਾਸ਼ਰੂਮ ਔਰਤਾਂ ਸਾਫ਼ ਕਰਦੀਆਂ, ਨਾਲ ਜੈਂਟਸ ਨਾਲ ਪਿਸ਼ਾਬ ਕਰ ਰਿਹਾ ਹੁੰਦਾ ਤੇ ਨਾਲ ਸਫਾਈ ਕਰ ਰਹੀ ਹੁੰਦੀ ਹੈ। ਉੱਥੇ ਕੋਈ ਏਦਾਂ ਦਾ ਵਿਤਕਰਾ ਨਹੀਂ ਹੈ ਤੇ ਕਿਸੇ ਔਰਤ ਵਾਸਤੇ ਕੋਈ ਅਲੱਗ ਲਾਈਨ ਉੱਥੇ ਹੈ ਨਹੀਂ। ਔਰਤਾਂ ਤੇ ਮਰਦ ਬਰਾਬਰ ਹੈ ਤੇ ਨਾ ਹੀ ਔਰਤਾਂ ਵਾਸਤੇ ਕੰਮ ਰਾਖਵੇਂ ਹੈਗੇ ਔਰਤਾਂ ਨੇ ਔਰਤਾਂ ਨੂੰ ਰਖਵਾ ਕਰਨ ਕੋਈ ਨਹੀਂ, ਕੋਈ ਰਾਖਵਾਂ ਕਰਨ ਨਹੀਂ ਹੈ। ਜਿਹੜਾ ਯਾਨੀ ਕਿ ਉਹਨਾਂ ਦੀਆਂ ਔਰਤਾਂ ਸਹੀ ਮਾਇਨੇ 'ਚ ਕਹਿ ਸਕਦੀਆਂ ਵੀ ਅਸੀਂ ਮਰਦ ਦੇ ਬਰਾਬਰ ਆ। ਮਰਦ ਦੇ ਬਰਾਬਰ ਹੈ ਜੀ, ਸਾਰੇ ਕੰਮ ਕਰਦੀਆਂ। ਮੈਂ ਕਹਿੰਦਾ ਟਾਇਲਟ ਸਾਫ਼ ਕਰਨਾ ਜੇ ਆਦਮੀ ਕਰਦਾ, ਆਦਮੀ ਦੇ ਟਾਇਲਟ ਨੂੰ ਔਰਤਾਂ ਸਾਫ਼ ਕਰਦੀਆਂ। ਉੱਧਰ ਬੰਦਾ ਪਿਸ਼ਾਬ ਕਰ ਰਿਹਾ ਹੁੰਦਾ, ਨਾਲ ਉੱਥੇ ਸਾਫ਼ ਕਰ ਰਹੇ ਹੁੰਦੇ, ਉੱਥੇ ਕੋਈ ਪ੍ਰੋਬਲਮ ਨਹੀਂ ਹੈਗੀ। ਔਰਤਾਂ ਆਜ਼ਾਦੀ ਨਾਲ ਘੁੰਮ ਸਕਦੀਆਂ। ਰਾਤ ਨੂੰ 2 ਵਜੇ ਮੈਂ ਗੱਲ ਕਰਦਾ ਕਿ ਨਹੀਂ ਤਾਂ ਜੇ ਭਾਰਤ ਦੇ ਵਿੱਚ ਮੈਂ ਹੁੰਦਾ ਇੱਕ ਮੰਨ ਲਓ ਜੈਂਟਸ ਆ ਤਾਂ ਮੇਰੇ ਨਾਲ ਮੁੰਡਾ ਹੈਲਪ ਕਰਨ ਲਈ ਜੈਂਟਸ ਹੀ ਰੱਖਿਆ ਜਾਣਾ ਸੀ, ਤੇ ਮੇਰੇ ਨਾਲ ਇੱਕ ਕੁੜੀ ਉਹਨੇ ਛੱਡੀ ਹੋਈ ਸੀ, ਉਹ ਚੰਗੀ ਸੀਨੀਅਰ ਅਫਸਰ ਹੋਏਗੀ। ਮਤਲਬ ਰਾਤ ਨੂੰ 2 ਵਜੇ ਵੀ ਮੇਰੇ ਵੀਰ ਨੂੰ ਲੈ ਕੇ ਜਾਂਦੇ ਸੀ। ਹਾਂਜੀ ਮਤਲਬ ਉੱਥੇ ਔਰਤਾਂ ਤੇ ਮਰਦਾਂ ਵਾਲੀ ਕੋਈ ਸਮੱਸਿਆ ਨਹੀਂ। ਜੇ ਆਪਾਂ ਨੂੰ ਲੱਗਦਾ ਭਾਰਾ ਕੰਮ ਵੀ ਕੋਈ ਟਰੱਕ ਚਲਾਉਣਾ ਹੈ, ਕੋਈ ਟਾਇਰ ਪੈਂਚਰ ਲਗਾਉਣਾ ਹੈ, ਜਾਂ ਜੰਗਲ ਦੇ ਵਿੱਚ ਮੇਰੀ ਵੀਲ ਚੇਅਰ ਖਿੱਚਣੀ ਕਿੰਨਾ ਜ਼ੋਰ ਲੱਗਦਾ ਸੀ, ਇਹ ਨਹੀਂ ਸੀ ਕਿ ਮੁੰਡੇ ਨੂੰ ਲਗਾ ਦਿਓ, ਉਹ ਕੁੜੀ ਲੱਗੀ ਹੋਈ ਸੀ। ਮਤਲਬ ਔਰਤਾਂ ਨੂੰ ਪੂਰੀ ਇੱਥੇ ਬਰਾਬਰ ਦੀ ਆਜ਼ਾਦੀ ਹੈ। ਸਭ ਤੋਂ ਵੱਡੀ ਗੱਲ, ਦੇਸ਼ ਨੇ ਇੰਡੀਪੈਂਡੈਂਟ ਹੋਣ ਵਾਸਤੇ ਕੀ ਕੀਤਾ, ਉੱਥੇ ਮੈਡੀਕਲ ਸਹੂਲਤਾਂ ਇੰਡੀਆ ਨਾਲੋਂ ਕਿਤੇ ਜ਼ਿਆਦਾ ਬਿਹਤਰ ਹੈ। ਹੋ ਸਕਦਾ ਅਮਰੀਕਾ ਤੋਂ ਵੀ ਬਿਹਤਰ ਹੋਣ, ਪਰ ਉਹ ਬਿਲਕੁਲ ਫ੍ਰੀ ਹੈ। ਭਾਵੇਂ ਰਾਸ਼ਟਰਪਤੀ ਦਾ ਬੱਚਾ ਮੈਡੀਕਲ ਹੈ ਕਿਹੜਾ ਉਹਨਾਂ ਦਾ, ਉਹਨਾਂ ਦੇ ਕੋਲ ਕਿਹੜਾ ਮੈਡੀਕਲ, ਉਹਨਾਂ ਦਾ ਕੋਈ ਆਪਣਾ ਬਣਾਇਆ ਹੋਇਆ ਆਜ਼ਾਦ ਕੀਤਾ ਹੋਇਆ ਜਾਂ ਜਿਹੜਾ ਬਾਕੀ ਕੰਟਰੀਆਂ 'ਚ ਚੱਲ ਰਿਹਾ? ਨਹੀਂ, ਜਿਹੜਾ ਬਾਕੀ ਕੰਟਰੀ 'ਚ ਉਦਾਂ ਦਾ ਹੀ ਹੈ, ਪਰ ਆਪਣਾ ਵੀ ਉਹਨਾਂ ਕੋਲ ਸਿਸਟਮ ਹੈਗਾ। ਪਰ ਦਵਾਈਆਂ ਤਾਂ ਉਹ ਪੂਰੀ ਦੁਨੀਆ ਜਿੱਦਾਂ ਐਲੋਪੈਥੀ ਵਾਲੀਆਂ ਵਰਤ ਰਹੇ ਆ, ਮਾਡਰਨ ਸਾਇੰਸ ਕਹਿ ਦਿੰਦੇ ਜਿੱਦਾਂ ਉਹਨਾਂ ਨੂੰ, ਉਹ ਦਵਾਈਆਂ ਉਹਨੇ ਬਣਾ ਲਈਆਂ ਸੀ ਜਾਂ ਇੱਧਰੋਂ ਉੱਧਰੋਂ ਆਉਂਦੀਆਂ ਦਵਾਈਆਂ ਤੇ ਬਹੁਤੀ ਪਾਬੰਦੀ ਹੈ ਨਹੀਂ ਸੀ। ਜਿਹੜੀ ਬਣਾ ਸਕਦੇ ਬਣਾਉਂਦੇ ਆ, ਜਿਹੜੀ ਨਹੀਂ ਬਣਾ ਸਕਦੇ ਉਹ ਬਾਹਰੋਂ ਲੈਂਦੇ ਆ। ਹਾਂਜੀ ਪਰ ਜਿਹੜੀਆਂ ਸਾਡੇ ਇੰਡੀਆ 'ਚ ਡੁਪਲੀਕੇਟ ਮਿਲਦੀਆਂ ਨੇ ਉੱਥੇ ਵੀ ਮਿਲ ਜਾਂਦੀਆਂ ਕਿ ਨਹੀਂ? ਨਾ ਉੱਥੇ ਨਾ ਕਰਪਸ਼ਨ ਨਾਮ ਦੀ ਕੋਈ ਚੀਜ਼ ਨਹੀਂ। ਕਾਨੂੰਨ ਇੰਨੇ ਸਖਤ ਹੈ। ਸਾਡੇ ਇੰਡੀਆ ਤਰ੍ਹਾਂ 30 ਸਾਲ ਕੇਸ ਨਹੀਂ ਚੱਲਦੇ। ਮੈਂ ਉੱਥੇ ਪੁੱਛਿਆ ਇੱਕ ਮੰਤਰੀ ਨੂੰ, ਮੈਂ ਕਰਪਸ਼ਨ ਦਾ ਕੀ ਹੈ, ਜਦੋਂ ਆਪਣਾ ਵਿਜ਼ਿਟਿੰਗ ਕਾਰਡ ਦਿੱਤਾ ਉਹ ਮੈਂ ਲਿਖਿਆ ਪੰਜਾਬ ਅਗੇਂਸਟ ਕਰਪਸ਼ਨ, ਤਾਂ ਕਰਪਸ਼ਨ ਦੀ ਗੱਲ ਪੁੱਛੀ, ਕਹਿੰਦਾ ਕਰਪਸ਼ਨ ਜ਼ਿਆਦਾ ਨਹੀਂ ਹੈ। ਸਾਡੇ ਦੇਸ਼ ਦੇ ਇੱਕ ਮੰਤਰੀ ਨੇ ਕਰਪਸ਼ਨ ਕੀਤੀ ਸੀ, ਸਿੰਗਾਪੁਰ ਤੋਂ ਕੁਝ ਮੰਗਵਾਇਆ ਸੀ, ਉਹਦੇ 'ਚ ਕਈ ਕਰੋੜ ਦੀ ਕਰਪਸ਼ਨ ਕਰ ਗਿਆ ਤੇ ਉਹਨੂੰ ਕੁਝ ਮਹੀਨਿਆਂ 'ਚ ਉਹਨੂੰ ਸਜ਼ਾ ਹੋ ਗਈ ਤੇ ਉਹ ਜੇਲ੍ਹ 'ਚ ਬੈਠਾ। ਤੇ ਇੱਕ ਦੋ ਹੋਰ ਹੈ, ਕਹਿੰਦਾ ਉਹ ਵੀ ਇੱਥੋਂ ਹਟਾ ਦਿੱਤੇ ਗਏ। ਮਤਲਬ ਜਿਹੜੇ ਵੱਡੇ ਲੈਵਲ ਦੀ ਕਰਪਸ਼ਨ ਹੈ ਉਹ ਮਹੀਨੇ 2 ਮਹੀਨੇ 'ਚ ਸਜ਼ਾ ਹੋ ਜਾਂਦੀ ਹੈ, ਸਾਰਾ ਕੁਝ ਖੋਲਿਆ ਜਾਂਦਾ। ਤੇ ਆਮ ਲੋਕਾਂ 'ਚ ਵੀ ਕਰਪਸ਼ਨ ਨਹੀਂ ਹੈਗੀ ਉੱਥੇ। ਖਾਸ ਕਾਰਨ ਕੀ ਹੈ ਆਮ ਲੋਕਾਂ 'ਚ ਕਰਪਸ਼ਨ ਦਾ ਨਾ ਹੋਣ ਦਾ? ਉੱਥੇ ਪ੍ਰਾਈਵੇਟ ਪ੍ਰਾਪਰਟੀ ਨਹੀਂ ਹੈ। ਇਹ ਨਹੀਂ ਹੈ ਕਿ ਮੈਂ ਨੋਟ ਇਕੱਠੇ ਕਰ ਲਾਂ ਤੇ 2 ਕਿੱਲੇ ਜ਼ਮੀਨ ਖਰੀਦ ਲਾਂ, ਮੇਰੇ ਬੱਚਿਆਂ ਦੇ ਕੰਮ ਆਏਗੀ, ਨਹੀਂ ਖਰੀਦ ਸਕਦੇ। ਕੋਈ ਦੁਕਾਨ ਖਰੀਦ ਲਾਂ, ਸ਼ੋਰੂਮ ਖਰੀਦ ਲਾਂ, ਮੇਰੇ ਬੱਚੇ ਨੂੰ ਕਿਰਾਇਆ ਹੈਗਾ, ਨਹੀਂ ਖਰੀਦ ਸਕਦੇ। ਉੱਥੇ ਹੈ ਮਨੀ ਰੱਖ ਹੀ ਨਹੀਂ ਸਕਦੇ। ਨਾ ਹੈ ਨਹੀਂ ਉੱਥੇ। ਅਗਲਾ ਕਹਿੰਦਾ ਕਰਪਸ਼ਨ ਕਰਨੀ ਕਿਹਦੇ ਲਈ ਹੈ? ਮੈਂ ਬੱਚੇ ਪੜ੍ਹਾਉਣ ਲਈ ਕਰਪਸ਼ਨ ਕਰਨੀ, ਬੱਚੇ ਸਰਕਾਰ ਫ੍ਰੀ ਪੜ੍ਹਾ ਰਹੀ ਹੈ। ਮੈਨੂੰ ਮੈਡੀਕਲ ਸਹੂਲਤ ਚਾਹੀਦੀ ਹੈ, ਸਰਕਾਰ ਫ੍ਰੀ ਦੇ ਰਹੀ ਹੈ। ਭਾਵੇਂ ਪੀਐਨ ਹੈ, ਭਾਵੇਂ ਰਾਸ਼ਟਰਪਤੀ ਹੈ, ਬੱਚਾ ਇੱਕੋ ਹਸਪਤਾਲ ਦੇ ਵਿੱਚ ਹੈ, ਇੱਕੋ ਸਕੂਲ 'ਚ ਹੈ। ਇਹ ਨਹੀਂ ਹੈ ਕਿ ਰਾਸ਼ਟਰਪਤੀ ਦਾ ਬੱਚਾ ਅਲੱਗ ਸਕੂਲ 'ਚ ਹੈ ਤੇ ਪੀਐਨ ਦਾ ਬੱਚਾ ਅਲੱਗ ਸਕੂਲ 'ਚ ਹੈ। ਕਿਸੇ ਕੰਮ ਤਾਂ ਆਉਣਾ ਨਹੀਂ, ਫਿਰ ਵਿਦੇਸ਼ ਜਾ ਕੇ ਯੂਜ਼ ਕਰਨ ਵਾਸਤੇ ਵਿਦੇਸ਼ ਜਾਣਾ ਪਊਗਾ ਪੈਸਾ। ਰੋਟੀ ਖਾਣੀ ਹੈ ਉਹ, ਮਤਲਬ ਜਿੱਦਾਂ ਆਪਣੇ ਇੰਡੀਆ 'ਚ ਸਾਨੂੰ ਲੱਗਦਾ ਵੀ ਜੇ ਭੁੱਖਾ ਬੰਦਾ ਹੈ ਪੰਜਾਬ 'ਚ ਤਾਂ ਗੁਰਦੁਆਰਾ ਸਾਹਿਬ ਚਲ ਜਾਓ ਰੋਟੀ ਖਾਣ ਲਈ। ਉੱਥੇ ਮੈਂ ਕਹਿੰਦਾ ਵੀ ਜੇ ਗੁਰੂ ਨਾਨਕ ਸਾਹਿਬ ਦਾ ਲੰਗਰ ਹੈ ਉਹਨੇ ਸਰਕਾਰੀ ਤੌਰ ਤੇ ਚਲਾਤਾ, ਉੱਥੇ ਸਪੈਸ਼ਲ ਲੰਗਰ ਨਹੀਂ ਚਲਾਣੇ ਪੈਂਦੇ। ਤੇ ਮਜ਼ਦੂਰਾਂ ਦੀ ਗੱਲ, ਮਜ਼ਦੂਰਾਂ ਨੂੰ ਉੱਥੇ ਰੱਬ ਦੀ ਤਰ੍ਹਾਂ ਪੂਜਿਆ ਜਾਂਦਾ। ਕਿਸੇ ਮਜ਼ਦੂਰ ਦੇ ਤੁਹਾਨੂੰ ਗੰਦੇ ਕੱਪੜੇ ਨਹੀਂ ਮਿਲ ਸਕਦੇ, ਕਿਸੇ ਮਜ਼ਦੂਰ ਦੇ ਗੰਦੇ ਕੱਪੜੇ ਨਹੀਂ ਮਿਲ ਸਕਦੇ। ਕੋਈ ਵੀ ਬੰਦਾ ਉੱਥੇ ਅਨਪੜ੍ਹ ਨਹੀਂ ਹੈ,
ਕੋਈ ਵੀ ਉੱਥੇ ਕੋਈ ਟੱਟੀ ਪਿਸ਼ਾਬ ਨਹੀਂ ਕਰਦਾ, ਕੋਈ ਰੇਲਵੇ ਸਟੇਸ਼ਨ ਤੇ, ਕੋਈ ਬੱਸ ਸਟੈਂਡ ਤੇ, ਕੋਈ ਹੋਰ, ਬਿਲਕੁਲ A1 ਸਾਫ ਸੁਥਰਾ। ਔਰ ਖਾਸ ਗੱਲ ਜਿਹੜੀ ਮੈਂ ਦੇਖੀ ਹੈ, ਸਫਾਈ ਕਰਮਚਾਰੀ ਜਿਹੜੇ ਹੈ, ਸਫਾਈ ਕਰਮਚਾਰੀ ਇੰਡੀਆ ਦੇ ਹੀਰੋ ਹੀਰੋਇਨ ਦਾ ਮੁਕਾਬਲਾ ਕਰਦੇ, ਬਿਲਕੁਲ ਸੂਟਡ ਬੂਟਡ, ਬਿਲਕੁਲ ਉਹਨੇ ਮੇਕਅਪ ਚੰਗਾ ਕੀਤਾ ਹੋਇਆ। ਤੇ ਸਫਾਈ ਕਰਮਚਾਰੀਆਂ ਦੀ ਤੇ ਮਜ਼ਦੂਰਾਂ ਦੀ ਉੱਥੇ ਬਹੁਤ ਜ਼ਿਆਦਾ ਇੱਜ਼ਤ ਹੈ। ਮੈਂ ਹੁਣ ਖਾਸ ਗੱਲ ਤਾਂ ਕਰ ਰਿਹਾ, ਜਿੱਦਾਂ ਹੁਣ ਲਾਕਡਾਊਨ ਚੱਲਿਆ, ਭਾਰਤ ਦੇ ਵਿੱਚ ਮਜ਼ਦੂਰਾਂ ਦਾ ਬੁਰਾ ਹਾਲ ਹੈ, ਲੋਕ ਮਰ ਰਹੇ ਹੈ। ਉਸ ਦੇਸ਼ 'ਚ ਅੱਜ ਵੀ ਇੱਕ ਵੀ ਮਜ਼ਦੂਰ ਨਹੀਂ ਮਰਿਆ, ਇੱਕ ਵੀ ਗਰੀਬ ਉੱਥੇ ਭੁੱਖ ਨਾਲ ਨਹੀਂ ਮਰਿਆ ਅੱਜ ਦੀ ਡੇਟ 'ਚ ਵੀ। ਆ ਕਰੋਨਾ ਜਿਹੜੀ ਚੱਲੀ ਹੈ, ਉੱਥੇ 250 ਮਰੀਜ਼ ਹੋਏ ਆ ਹੁਣ ਤੱਕ, ਇੱਕ ਵੀ ਮੌਤ ਉਹਨਾਂ ਲੋਕਾਂ ਨੇ ਹੋਣ ਨਹੀਂ ਦਿੱਤੀ। ਮੈਡੀਕਲ ਕਿੰਨਾ ਆਪਣੇ ਤੋਂ ਅੱਗੇ ਆਪਾਂ ਦੇਖ ਸਕਦੇ, ਇੱਕ ਵੀ ਮੌਤ ਉਹਨਾਂ ਲੋਕਾਂ ਨੇ ਹੋਣ ਨਹੀਂ ਦਿੱਤੀ। ਤੇ ਜਿੰਨੇ ਉੱਥੇ ਵਿਦੇਸ਼ੀ ਫਸੇ ਹੋਏ ਆ, ਉਹਨਾਂ ਨੂੰ ਪੂਰੀ ਉਹਨੇ ਫੈਸਿਲਿਟੀ ਦਿੱਤੀ ਹੈ। ਸਾਡੀ ਤਰ੍ਹਾਂ ਉੱਥੇ ਕੀੜੇ ਮਕੌੜੇ ਤਰ੍ਹਾਂ ਮਜ਼ਦੂਰ ਤੇ ਆਮ ਲੋਕ ਨਹੀਂ ਡੋਲੇ। ਵੀਰ ਜੀ ਆਪਾਂ ਨੂੰ ਇੱਕ ਪ੍ਰੋਬਲਮ ਆ ਰਹੀ ਆ, ਆਪਾਂ ਇਹ ਲੈਪਟਾਪ ਆ ਜਿਹੜਾ ਅੱਜ ਪਹਿਲੀ ਵਾਰੀ ਯੂਜ਼ ਕੀਤਾ ਤੇ ਇਹਦੇ ਤੇ ਬੈਟਰੀ 2% ਹੀ ਰਹਿ ਗਈ ਆ, ਤੇ ਆਪਾਂ ਨੂੰ ਨਾ ਜਦੋਂ ਇਹ ਕੱਟ ਗਈ ਤੇ ਉਦੋਂ ਆਪਾਂ ਇਹਨੂੰ ਕੱਟ ਕੇ ਇਹਦੇ ਦੁਬਾਰਾ ਦੂਸਰੇ ਬੰਨੇ ਲਾਉਣਾ ਪੈਣਾ। ਹਾਂ ਲਾਓ ਕੋਈ ਗੱਲ ਨਹੀਂ, ਫਿਰ ਮੈਂ ਤੁਹਾਨੂੰ ਨਾ ਫਿਰ ਮੈਂ ਆਡੀਓ ਕਾਲ ਕਰਨੀ ਆ, ਤੇ ਜਦੋਂ ਇਹ ਕੱਟ ਗਿਆ ਉਨੀ ਦੇਰ ਤੁਸੀਂ ਕਰੋ, ਜਦੋਂ ਇਹ ਕੱਟ ਗਿਆ ਤੇ ਫਿਰ ਮੈਂ ਤੁਹਾਨੂੰ ਆਡੀਓ ਕਾਲ ਲਾਉਂਗਾ। ਠੀਕ ਹੈ ਜੀ? ਠੀਕ ਹੈ ਠੀਕ ਹੈ ਠੀਕ ਹੈ ਜੀ। ਉਨੀ ਦੇਰ ਮਤਲਬ ਜੀ ਉੱਥੇ ਮਤਲਬ ਇਹ ਗੱਲ ਹੈ, ਕਰਪਸ਼ਨ ਤਾਂ ਬਿਲਕੁਲ ਹੀ ਹੈ ਨਹੀਂ। ਕੋਈ ਪੁਲਿਸ ਦੀ ਕਰਪਸ਼ਨ, ਕੋਈ ਆਰਮੀ ਦੀ ਕਰਪਸ਼ਨ, ਕੋਈ ਅਫਸਰਾਂ ਦੀ ਕਰਪਸ਼ਨ, ਕੋਈ ਦਫ਼ਤਰਾਂ ਦੀ ਕਰਪਸ਼ਨ ਹੈ ਹੀ ਨਹੀਂ, ਕਿਉਂਕਿ ਨਾ ਉੱਥੇ ਕੋਈ ਜ਼ਮੀਨ ਬਣਾਉਣੀ ਹੈ। ਕੋਰਟ ਕਚਹਿਰੀਆਂ ਝਗੜੇ ਵੀ ਹੈ ਨਹੀਂ, ਜਿੱਦਾਂ ਸਾਡੇ ਭਾਰਤ ਦੇ ਵਿੱਚ ਹੈ ਕਿ ਭਰਾ ਦਾ ਹਿੱਸਾ ਮਾਰ ਲਿਆ ਤੇ ਭੈਣ ਦਾ ਹਿੱਸਾ ਮਾਰ ਲਿਆ, ਪਟਵਾਰੀ ਨੂੰ ਕਹਿ ਕੇ ਹੇਰਾਫੇਰੀ ਕਰ ਲਈ, ਉੱਥੇ ਕੋਈ ਹੈ ਹੀ ਨਹੀਂ। ਤੇ ਆਮ ਲੋਕ ਲੜਦਾ ਹੀ ਨਹੀਂ। ਜਿਹੜੀ ਖੇਤੀ ਕਰਨੀ ਹੈ, ਜਿਹਨੇ ਖੇਤੀ ਕਰਨੀ ਉਹਦੇ ਲਈ ਜ਼ਮੀਨ ਹੈਗੀ ਆ, ਉਹਨੂੰ ਸਰਕਾਰ ਨੇ ਵੰਡੀ ਹੋਈ ਜ਼ਮੀਨ। ਜੇ ਨਹੀਂ ਖੇਤੀ ਕਰਨੀ ਛੱਡਦੇ ਪਈ, ਪਰ ਉਹ ਜ਼ਮੀਨ ਦਾ ਮਾਲਕ ਨਹੀਂ। ਇਹ ਨਹੀਂ ਕਿ ਮੈਂ ਅਮਰੀਕਾ ਚੱਲਿਆ ਤੇ ਪੰਜਾਬ ਦੇ ਵਿੱਚੋਂ ਠੇਕਾ ਲੈਂਦਾ ਰਹਾ, ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਉੱਥੇ। ਤੇ ਖਾਸ ਗੱਲ ਲੋਕਾਂ 'ਚ ਮੈਂ ਇਮਾਨਦਾਰੀ ਦੇਖੀ, ਅਮਰੀਕਾ 'ਚ ਪੜ੍ਹਨ ਵਾਸਤੇ ਸਰਕਾਰ ਭੇਜਦੀ ਆਪਣੇ ਖਰਚੇ ਤੇ। ਬੱਚੇ ਪੜ੍ਹ ਲਿਖ ਕੇ 90-95% ਲੋਕ ਅਮਰੀਕਾ ਤੋਂ ਵਾਪਸ ਆ ਕੇ ਘੱਟ ਪੈਸੇ ਤੇ ਉੱਥੇ ਨੌਕਰੀਆਂ ਕਰਦੇ ਆ। ਉਹਨਾਂ 'ਚ ਦੇਸ਼ ਵਾਸਤੇ ਪ੍ਰੇਮ ਪੂਰਾ ਹੈਗਾ, ਉਹਨਾਂ ਲਈ ਦੇਸ਼ ਮੁੱਖ ਹੈ। ਤੇ ਅਮਰੀਕਾ ਆਉਂਦੇ ਆ, ਦੁਨੀਆ ਜਾਂਦੇ ਆ। ਹੁਣ ਉਹਨਾਂ ਨੇ 10-15 ਸਾਲ ਤੋਂ ਇੰਗਲਿਸ਼ ਦੇ ਪੂਰਾ ਜ਼ੋਰ ਲਾਤਾ ਵੀ ਜੇ ਦੁਨੀਆ 'ਚ ਵਪਾਰ ਕਰਨਾ ਅੰਗਰੇਜ਼ੀ ਦੇ ਵਿੱਚ ਜਾਓ। ਤਾਂ ਹੁਣ ਉਹਨਾਂ ਨੇ ਪ੍ਰਾਈਵੇਟ ਵੱਡੇ ਸਕੂਲ ਕਾਲਜ ਸਿੰਗਾਪੁਰ ਤੋਂ ਪ੍ਰੋਫੈਸਰਾਂ ਨੂੰ ਬੁਲਾਇਆ ਜਾ ਰਿਹਾ ਅੰਗਰੇਜ਼ੀ ਸਿਖਾਉਣ ਵਾਸਤੇ। ਹੁਣ ਅੰਗਰੇਜ਼ੀ ਦਾ ਉਹਨੇ ਪੂਰਾ ਜ਼ੋਰ ਲਾਇਆ ਹੈ, ਉਹ ਖਰਚਾ ਸਰਕਾਰ ਕਰਦੀ ਹੈ। ਤੇ ਇਹ ਨਹੀਂ ਕਿ ਅਮੀਰ ਕਿਸੇ ਤਰੀਕੇ ਨਾਲ ਉੱਥੇ ਉਹ ਕਰ ਲੈਣਗੇ, ਤੇ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ। ਤੇ ਉਹ ਟੋਟਲੀ ਫ੍ਰੀ ਹੈ, ਸਰਕਾਰ ਕਰਦੀ ਸਾਰਾ ਕੁਝ। ਇਸ ਕਰਕੇ ਇਹ ਜਿਹੜੀ ਖਾਸ ਗੱਲ ਦੇਖੀ ਕਿ ਅਮਰੀਕਾ 'ਚ ਲੱਖਾਂ ਡਾਲਰ ਇਕੱਠੇ ਕਰਨ ਵਾਲੇ ਲੋਕ ਜਿਹੜੇ ਕਰ ਸਕਦੇ ਆ, ਉਹ ਜਾ ਕੇ ਉੱਥੇ ਛੋਟੀ ਛੋਟੀ ਨੌਕਰੀਆਂ ਕਰਦੇ ਆ। ਇਹ ਉਹਨਾਂ 'ਚ ਖਾਸ ਗੱਲ ਹੈ। ਕਰਪਸ਼ਨ ਆਮ ਲੋਕਾਂ 'ਚ ਵੀ ਹੈ ਨਹੀਂ ਤੇ ਸਰਕਾਰ 'ਚ ਵੀ ਹੈ ਨਹੀਂ, ਤੇ ਸਹੂਲਤਾਂ ਉੱਥੇ ਪੂਰੀਆਂ ਹੈਗੀਆਂ। ਦੂਜੀ ਗੱਲ, ਸਭ ਤੋਂ ਵੱਡੀ ਗੱਲ ਹੈ, ਉੱਥੇ ਜਾਤ ਪਾਤ ਕੋਈ ਨਹੀਂ ਹੈ। ਇਹ ਨਹੀਂ ਹੈ ਕਿ ਮੈਂ SC ਹੈ ਜਾਂ BC ਹੈ ਜਾਂ ਮੁਸਲਮਾਨ ਹੈ ਜਾਂ ਹਿੰਦੂ ਹੈ, ਕੋਈ ਜਾਤ ਪਾਤ ਨਹੀਂ। ਕੋਈ ਵਿਆਹ ਦੇ ਵਿੱਚ ਕੋਈ ਇਹੋ ਜਿਹਾ ਵਿਤਕਰਾ ਨਹੀਂ ਹੈ, ਕੋਈ ਰਹਿਣ ਸਹਿਣ 'ਚ ਅਜਿਹਾ ਵਿਤਕਰਾ ਨਹੀਂ ਹੈ। ਇਹ ਵੀ ਨਹੀਂ ਇੱਕ ਤਾਂ ਮਹਿਲ ਵਰਗਾ ਘਰ ਹੈ, ਦੂਜਾ ਝੌਂਪੜੀ ਵੀ ਹੈ ਨਹੀਂ। ਸਭ ਤੋਂ ਵੱਡੀ ਗੱਲ, ਪੂਰੇ ਦੇਸ਼ ਦੇ ਵਿੱਚ ਤੁਹਾਨੂੰ ਇੱਕ ਵੀ ਝੌਂਪੜੀ ਨਹੀਂ ਮਿਲ ਸਕਦੀ, ਇੱਕ ਵੀ ਭਿਖਾਰੀ ਨਹੀਂ ਮਿਲ ਸਕਦਾ, ਇੱਕ ਵੀ ਉਦਾਂ ਦਾ ਸੜੇ ਹੋਏ ਕੱਪੜਿਆਂ ਵਾਲਾ ਨਹੀਂ ਮਿਲ ਸਕਦਾ। ਪਿੰਡਾਂ 'ਚ ਘੁੰਮ ਕੇ ਦੇਖਿਆ ਮੈਂ, ਸ਼ਹਿਰਾਂ 'ਚ ਘੁੰਮ ਕੇ ਦੇਖਿਆ, ਜਿੱਦਾਂ ਸਾਡੇ ਭੀਖ ਮੰਗਦੇ ਆ, ਸੜੇ ਹੋਏ ਕੱਪੜੇ ਆ, ਬੁਰੇ ਹਾਲ ਹੈ, ਰੋਟੀ ਨਹੀਂ ਮਿਲਦੀ, ਏਦਾਂ ਦਾ ਕੁਝ ਵੀ ਉੱਥੇ ਹੈ ਨਹੀਂ। ਮਤਲਬ ਜੇ ਆਪਾਂ ਕਹੀਏ ਭਾਰਤ ਦੇ ਜਿਹੜੇ ਕਰੋੜਾਂ ਕੀੜੇ ਮਕੌੜੇ ਬਣੇ ਹੋਏ ਲੋਕ ਗਰੀਬ, ਉਸ ਤਰ੍ਹਾਂ ਦੇ ਕੀੜੇ ਮਕੌੜਿਆਂ ਵਾਲੀ ਜ਼ਿੰਦਗੀ ਹੈ ਨਹੀਂ। ਇੱਜ਼ਤ ਮਾਨ ਨਾਲ ਉਹ ਲੋਕ ਰੋਟੀ ਖਾ ਰਹੇ ਤੇ ਰਹਿ ਰਹੇ ਆ, ਬਰਾਬਰ ਉਹਨਾਂ ਕੋਲ ਮਕਾਨ ਹੈਗੇ ਆ। ਹਾਂਜੀ ਹਰਜਿੰਦਰ ਜੀ। ਹਾਂਜੀ ਵੀਰ ਜੀ, ਬਹੁਤ ਗੁੱਡਾ ਜੀ। ਆਪਾਂ ਚਾਰਜ ਵੀ ਇੱਕ ਵਾਰੀ ਤਾਂ ਲਾਇਆ ਤੇ ਉਹ ਸਹੀ ਚੱਲ ਪਿਆਗਾ। ਤੇ ਵੀਰ ਜੀ, ਧਰਮ ਉੱਥੇ ਇੱਕੋ ਹੀ ਆ ਜਾਂ ਉੱਥੇ ਜਿਹੜੇ ਲੋਕ ਨੇ, ਜੇ ਉੱਥੇ ਧਰਮ ਅਲੱਗ-ਅਲੱਗ ਆ ਤਾਂ ਉਹਦੀ ਕੀ ਕੰਡੀਸ਼ਨ? ਮੈਨੂੰ ਇਹ ਲੱਗਦਾ ਜਿਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਅਰਬਾਂ ਡਾਲਰ ਦੇ ਹਥਿਆਰਾਂ ਤੇ ਖਰਚਤਾ ਤੇ ਉਹ ਪੈਸਾ ਅਸੀਂ ਵਿਕਾਸ ਤੇ ਲਾਇਆ, ਹਥਿਆਰਾਂ ਤੇ ਲਾਤਾ, ਉਸ ਦੇਸ਼ ਨੂੰ ਹਥਿਆਰ ਨਹੀਂ ਖਰੀਦਣੇ ਪੈਂਦੇ ਕਿਉਂਕਿ ਉੱਥੇ ਲੜਦੇ ਹੀ ਨਹੀਂ ਹੈ, ਧਰਮ ਦੇ ਨਾਂ ਤੇ ਲੜਦੇ ਨਹੀਂ। ਉਸ ਦੇਸ਼ ਉਹਨਾਂ ਨੂੰ ਗਾਂ ਵਾਸਤੇ ਨਹੀਂ ਖਤਰਾ ਵੀ ਉਹਨਾਂ ਨੂੰ ਹੋਰ ਕੋਈ ਕੰਟਰੀ ਉਹਨਾਂ ਤੇ ਕੋਈ ਹਮਲਾ ਕਰੇ? ਹੋਰ ਕੋਈ ਕੰਟਰੀ ਉਹਨਾਂ ਆਪਣਾ ਪੂਰਾ ਇੰਤਜ਼ਾਮ ਕੀਤਾ ਹੈ। ਇੰਡੀਅਨ ਆਰਮੀ ਵੀ ਉਹਨਾਂ ਨੂੰ ਟ੍ਰੇਨਿੰਗ ਦਿੰਦੀ ਹੈ। ਚੀਨ ਨੂੰ ਉਹ ਦੁਸ਼ਮਣ ਮੰਨਦੇ ਆ, ਚੀਨ ਨਾਲ ਪੂਰਾ ਸੰਘਰਸ਼ ਕਰਦੇ ਆ। ਖਤਰਾ ਹੈਗਾ ਉਸ ਤਰੀਕੇ ਦਾ, ਪਰ ਉਹ ਫੌਜੀ ਤਾਕਤ ਉਹਨਾਂ ਕੋਲ ਹੈਗੀ ਆ ਪੂਰੀ। ਬਾਕੀ ਦੇਸ਼ ਵੀ ਉਹਨਾਂ ਮਦਦ ਕਰਦੇ ਆ। ਵੈਸੇ ਵੀ ਉਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੋਈ ਆ ਨਾ ਵੀ ਉਹਨਾਂ ਨੇ, ਜਿਨ੍ਹਾਂ ਨੇ ਅਮਰੀਕਾ ਨੂੰ 30 ਸਾਲ ਨਹੀਂ ਪੱਪ ਲੱਗਣ ਦਿੱਤੇ, ਤੇ ਦੂਸਰੀ ਕੰਟਰੀ ਕਰੂਗੀ ਕੀ ਉੱਥੇ ਜਾ ਕੇ? ਹਾਂ, ਮਤਲਬ ਇੱਕ ਤਾਂ ਮੈਂ ਉੱਪਰ ਗੱਲ ਕਰਦਾ। ਸਾਡੇ ਜਿਹੜੀ 15 ਅਗਸਤ ਦਾ ਫੰਕਸ਼ਨ ਹੋਇਆ ਸੀ, ਉੱਥੇ ਇੰਡੀਅਨ ਆਰਮੀ ਦੇ ਟਾਪ ਆਫੀਸਰ ਆ ਜਿਹੜੇ ਇੱਥੇ ਗਏ ਹੋਏ, ਕਰਨਲ ਜਨਰਲ, ਉੱਥੇ ਟ੍ਰੇਨਿੰਗ ਦੇਣ ਵਾਸਤੇ, ਉਹ ਵੀ ਸਾਡੇ ਨਾਲ ਮੀਟਿੰਗ ਕੀਤੀ। ਜਿਹੜੇ ਵੀਅਤਨਾਮੀ ਆਰਮੀ ਦੇ ਟੌਪ ਦੇ ਆਫੀਸਰ, ਉਹਨਾਂ ਨਾਲ ਵੀ ਸਾਡੀ ਮੀਟਿੰਗ ਹੋਈ। ਉਹਨੇ ਸਾਰਾ ਕੁਝ ਦੱਸਿਆ ਸੀ, ਪੂਰੀ ਤਰ੍ਹਾਂ ਤਿਆਰ ਹੈ। ਉਹ ਪਹਿਲਾਂ ਕਿਸੇ ਤੇ ਭਾਰਤ ਦੀ ਤਰ੍ਹਾਂ ਹਮਲਾ ਨਹੀਂ ਕਦੇ ਕਰਦੇ, ਪਰ ਉਹ ਤਿਆਰ ਪੂਰੀ ਤਰ੍ਹਾਂ ਹੈਗੀ। ਪਰ ਦੇਸ਼ ਦਾ ਜਿਹੜਾ ਅੰਦਰੂਨੀ ਢਾਂਚਾ ਇੰਨਾ ਮਜ਼ਬੂਤ ਹੈ, ਉੱਥੇ ਭਾਰਤ ਦਾ ਧਰਮ ਦੇ ਨਾਂ ਤੇ ਦੰਗੇ ਨਹੀਂ ਹੁੰਦੇ। ਦੂਜੀ ਗੱਲ, ਉੱਥੇ ਉਹਨਾਂ ਦੇ ਧਰਮ ਦੇ ਵਿੱਚ ਕੋਈ ਦਖਲਅੰਦਾਜ਼ੀ ਹੈ ਨਹੀਂ। ਉੱਥੇ ਧਰਮ, ਗੁਰਦੁਆਰੇ, ਮੰਦਿਰ, ਮਸਜਿਦ ਉੱਥੇ ਹੈ ਹੀ ਨਹੀਂ ਕੋਈ। ਜਿਹੜੇ ਚਰਚ ਵਗੈਰਾ ਹੈਗੇ ਪੁਰਾਣੇ ਜ਼ਮਾਨੇ ਦੇ ਹੈਗੇ ਆ, 1945 ਤੋਂ ਪਹਿਲਾਂ ਦੇ, ਉਹ ਇੱਕ ਟੂਰਿਸਟ ਪਲੇਸ ਦੀ ਤਰ੍ਹਾਂ ਯੂਜ਼ ਕਰਦੇ ਆ। ਉੱਥੇ ਜਾਂਦੇ ਆ ਲੋਕ, ਘੁੰਮਦੇ ਆ, ਫਿਰਦੇ ਆ ਤੇ ਦੇਖਦੇ ਆ। ਕੋਈ ਮੱਥਾ ਟੇਕਣ ਵਾਸਤੇ ਗੁੱਲਕ ਜਾਂ ਗੱਲਾ ਨਹੀਂ ਪਾਇਆ ਹੋਇਆ, ਉੱਥੇ ਪੈਸਾ ਨਹੀਂ ਕੋਈ ਵੀ ਚੜਦਾ।
ਇਸ ਕਰਕੇ ਕੋਈ ਲੋਕਾਂ 'ਚ ਹੈ ਹੀ ਨਹੀਂ, ਪਤਾ ਨਹੀਂ ਲੋਕਾਂ ਨੂੰ ਧਰਮ ਕੀ ਹੁੰਦਾ ਤੇ ਰੱਬ ਕੀ ਹੁੰਦਾ, ਤੇ ਨਾ ਉਹ 84 ਲੱਖ ਜੁਨੀਆਂ 'ਚ ਵਿਸ਼ਵਾਸ ਕਰਦੇ ਕਿ ਮੈਂ ਅਗਲਾ ਜੀਵਨ ਸੁਧਾਰ ਲਾਂ ਤੇ ਨਾਮ ਜਪ ਲਾਂ। ਏਦਾਂ ਦਾ ਕੁਝ ਵੀ ਉੱਥੇ ਹੈ ਨਹੀਂ। ਉਹ ਚੀਜ਼ਾਂ ਨੂੰ ਤਾਂ ਤੁਸੀਂ ਥੋੜਾ ਜਿਹਾ ਉਹ ਹਾਂਜੀ। ਚੀਜ਼ਾਂ ਨੂੰ ਤਾਂ ਤੁਸੀਂ ਥੋੜਾ ਜਿਹਾ ਵੱਧ ਹੀ ਦੱਸੋਗੇ, ਕਿਉਂਕਿ ਤੁਸੀਂ ਆਪਦੇ ਵਾਲੇ ਪਾਸੇ ਨੂੰ ਖਿੱਚਣਾ ਹੁਣ ਸਾਨੂੰ। ਹਾਂ ਨਹੀਂ, ਮੈਂ ਨਹੀਂ ਆਪਦੇ ਵੱਲ ਖਿੱਚਣਾ, ਆਪਾਂ ਜੋ ਨਹੀਂ, ਮੈਂ ਸੱਚ ਉਹ ਜਾਣ ਕੇ ਦੱਸਣਾ। ਮੈਂ ਤਾਂ ਜਾਣ ਕੇ ਕਰਦਾ ਜੀ, ਮਜ਼ਾਕ ਕਰਦਾ ਮੈਂ। ਨਹੀਂ ਇਹ ਗੱਲ ਮੈਨੂੰ ਪਤਾ ਵਧੀਆ ਜੀ ਜਿਹੜੀ ਉੱਥੇ- ਅਸਲੀਅਤ ਆ ਉਹ ਅਸਲੀਅਤ ਆ, ਕਿਉਂਕਿ ਜੇ ਤੁਸੀਂ ਨਹੀਂ, ਜਾ ਕੇ ਅਸੀਂ- ਆਏ ਹੋ ਇਹਦੇ ਹੈ ਨਹੀਂ ਵੀ ਉੱਥੇ ਕੋਈ ਹੋਰ ਨਹੀਂ ਜਾ ਕੇ ਆਇਆ ਜਾਂ ਕੋਈ ਜਾ ਨਹੀਂ ਸਕਦਾ। ਬਿਲਕੁਲ ਜੀ। ਹਾਂਜੀ, ਮੇਰਾ ਇੱਕ ਦੇਖੋ ਜੀ, ਸਵਾਲ ਜਿਹੜਾ- ਉਹ ਸਗੋਂ ਮੇਰੇ ਉਹਦੇ ਤੇ ਰਹਿ ਗਿਆ ਜਾਣ ਤੋਂ, ਮੈਨੂੰ ਯਾਦ ਆ ਗਿਆ ਵੀ ਤੁਸੀਂ ਹਾਂਜੀ। ਕਿੰਨੇ ਕੁ ਲੋਕ ਗਏ ਸੀ? ਮੈਨੂੰ ਤਾਂ ਇਹ ਸੀ ਤੁਸੀਂ 1-2 ਜਣੇ ਹੀ ਗਏ ਹੋ, ਪਰ ਤੁਸੀਂ ਦੱਸਿਆ ਤੇ ਉੱਥੇ ਗੰਦੇ ਗੜੀ ਦੀਆਂ ਨਹੀਂ ਟੀਮਾਂ ਅਸੀਂ ਨਾ 12-13 ਅਸੀਂ ਸੀਗੇ 12-13 ਡੈਲੀਗੇਟ, ਜਿਹਦੇ ਵਿੱਚੋਂ 5-7 ਅਸੀਂ ਪੰਜਾਬ ਦੇ ਸੀ, ਜਿਹ 'ਚ ਮੈਂ ਵੀ ਸੀਗਾ ਤੇ ਕੋਈ ਸਾਡੀ ਐਨਜੀਓ ਦੇ ਮੈਂਬਰ ਸੀ। ਫਿਰ ਅਸੀਂ ਇੱਕ ਪੰਜਾਬੀ ਕਲਚਰਲ ਟੀਮ ਨਾਲ ਲੈ ਕੇ ਗਏ ਸੀ, ਆਪਣੇ 10-12 ਬੱਚਿਆਂ ਦੀ ਕਲਚਰਲ ਟੀਮ ਅਸੀਂ ਨਾਲ ਲੈ ਕੇ ਗਏ ਸੀ, ਮੁੰਡੇ ਦੇ ਕੁੜੀਆਂ ਦੀ, ਉਹ ਅਸੀਂ ਨਾਲ ਲੈ ਗਏ ਸੀ। ਤੇ ਜਿਹੜੇ ਅਸੀਂ ਡੈਲੀਗੇਟ ਸੀਗੇ ਉਹ ਟੋਟਲ 12-13 ਡੈਲੀਗੇਟ ਸੀ, ਪੰਜਾਬ ਦੇ ਵਿੱਚੋਂ ਅਸੀਂ 7-8 ਸੀਗੇ, ਤੇ ਜਿਹਦੇ ਵਿੱਚੋਂ ਮੇਰਾ ਨਾਮ ਵੀ ਸੀਗਾ, ਤੇ ਮੈਂ ਇਕੱਲਾ ਨਹੀਂ ਸੀ। ਤੇ ਇਹ ਖਾਸ ਗੱਲ ਸੀਗੀ ਉੱਥੇ। ਇਹ ਤੁਸੀਂ ਗਵਰਨਮੈਂਟ ਕਨੀਓ ਗਏ ਸੀ ਜਾਂ ਸਿਰਫ ਆਪਣੀ ਸੰਸਥਾ ਤੇ ਕਨੀਓ ਇਹਨਾਂ ਨੂੰ ਸੰਸਥਾਵਾਂ ਨੇ ਸੱਦਦੇ ਆ ਜਾਂ ਨਹੀਂ, ਗਵਰਨਮੈਂਟ ਉਹ ਵੱਲੋਂ ਸਾਡੀ ਸੰਸਥਾ ਵੱਲੋਂ ਆ, ਗਵਰਨਮੈਂਟ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ। ਉਸ ਦੇਸ਼ ਦੇ ਵਿੱਚ ਗਵਰਨਮੈਂਟ ਜ਼ਰੂਰ ਇੱਕ ਮਿਨਿਸਟਰੀ ਹੈਗੀ ਜਿਹੜੀ ਹੋਰ ਦੇਸ਼ਾਂ ਨਾਲ ਤਾਲਮੇਲ ਰੱਖਦੀ ਹੈ, ਦੋਸਤੀ ਰੱਖਦੀ ਹੈ, ਪਰ ਭਾਰਤ ਸਰਕਾਰ ਨਾਲ ਸਿੱਧਾ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ, ਕੋਈ ਸਰਕਾਰੀ ਦਖਲਅੰਦਾਜ਼ੀ ਭਾਰਤ ਦੀ ਹੈ ਨਹੀਂ, ਤੇ ਨਾ ਅਸੀਂ ਕੋਈ ਏਦਾਂ ਦੀ ਸਰਕਾਰ ਤੋਂ ਪਰਮਿਸ਼ਨ ਲਈ ਜਦੋਂ ਜਾਣ ਫੌਜੀ ਵਾਸਤੇ। ਤੁਸੀਂ ਕਹਿੰਦੇ ਹੋ ਇੱਕ ਦੂਜੇ ਨਾਲ ਉਹਨਾਂ ਦੀ ਟ੍ਰੇਨਿੰਗ ਚੱਲਦੀ ਹੈ, ਉਦੋਂ ਤਾਂ ਭਾਰਤ ਸਰਕਾਰ ਹੀ ਕਰਦੀ ਹੋਵੇ। ਨਹੀਂ, ਉਹ ਤਾਂ ਭਾਰਤ ਸਰਕਾਰ ਕਰਦੀ ਹੈ, ਉਹ ਦੇਸ਼ਾਂ ਦਾ ਆਪਸੀ ਸੰਬੰਧ ਹੈਗਾ, ਪਰ ਸਾਡੇ ਤੇ ਕੋਈ ਭਾਰਤ ਸਰਕਾਰ ਦਾ ਕੰਟਰੋਲ ਨਹੀਂ ਸੀ, ਕਿਹਨੂੰ ਭੇਜਣਾ, ਕੌਣ ਜਾਏਗਾ ਜਦੋਂ ਨਹੀਂ ਤੁਸੀਂ ਜਾਏਗਾ। ਗਏ ਸੀ ਉਦੋਂ ਨਹੀਂ ਸੀਗਾ ਵਿੱਚ ਵੀ ਇਹ ਉਦੋਂ ਕੋਈ ਨਹੀਂ ਸੀ। ਸੰਸਥਾਵਾਂ ਨਾਲ ਕਰ ਰਹੀਆਂ। ਨਾ ਕੋਈ ਦਖਲਅੰਦਾਜ਼ੀ ਨਹੀਂ, ਕੋਈ ਸਾਨੂੰ ਪਰਮਿਸ਼ਨ ਦੀ ਲੋੜ ਪਈ। ਆਮ ਜਿੱਦਾਂ ਟੂਰਿਸਟ ਜਾਂਦੇ ਸੀ ਤਾਂ ਉਦਾਂ ਗਏ ਸੀ, ਪਰ ਅਸੀਂ ਟੂਰਿਸਟ ਵੀਅਤਨਾਮ ਦੇ ਵਿੱਚ ਖਾਸ ਸੀ, ਐਮਬੈਸੀ ਤੋਂ ਖਾਸ ਤੌਰ ਤੋਂ ਸ਼ੁਰੂ ਹੋ ਗਏ। ਸਾਡੇ ਬੀਜੇ ਵੀ ਖਾਸ ਸੀਗੀ, ਸਾਡੀ ਰਹਿਣ ਸਹਿਣ ਆਣ ਜਾਣ ਵੀ ਖਾਸ ਸੀਗਾ, ਉਹ ਇੱਕ ਅਲੱਗ ਸੀਗਾ। ਉਹਦਾ ਭਾਰਤ ਸਰਕਾਰ ਨਾਲ ਕੋਈ ਦਖਲਅੰਦਾਜ਼ੀ ਨਹੀਂ ਸੀ। ਜੇ ਭਾਰਤ ਸਰਕਾਰ ਦੀ ਦਖਲਅੰਦਾਜ਼ੀ ਹੁੰਦੀ ਤਾਂ ਹੋ ਸਕਦਾ ਸਾਡੇ ਵਰਗੇ ਨੂੰ ਮੌਕਾ ਨਾ ਮਿਲਦਾ, ਕੋਈ ਮੰਤਰੀ ਜਾਂਦੇ ਜਾਂ ਮੋਦੀ ਦੇ ਆਪਣੇ ਬੰਦੇ ਜਾਂਦੇ, ਸਾਡੇ ਵਰਗੇ ਨੂੰ ਕਿੱਥੇ ਜਾਣ ਦੇਣੀ ਸੀ ਉਹਨਾਂ ਲੋਕਾਂ ਫਿਰ ਨੇ। ਤਾਂ ਉਹ ਲੋਕ ਜਾਂਦੇ ਜੀ ਜਿਹੜੇ ਪਹਿਲੀ ਗੱਲ ਤਾਂ ਉੱਥੇ ਉਹ ਜਾ ਕੇ ਤੇ ਕੁਛ ਨਾ ਕੋਈ ਗੜਬੜ ਕਰਦੇ, ਤੇ ਦੂਸਰੀ ਗੱਲ ਉਹ ਜਿਹੜੀ ਉੱਧਰ ਜੋ ਵੀ ਕੁਛ ਉਹ ਦੇਖ ਕੇ ਆਉਂਦੇ ਉਹ ਆਪਣੇ ਲੋਕਾਂ ਨੂੰ ਕਦੇ ਨਾ ਦੱਸਦੇ। ਹਾਂਜੀ। ਤੇ ਦੂਜੀ ਗੱਲ ਉੱਥੇ ਭਾਰਤੀ ਵਪਾਰੀ ਵੀ ਆ, ਜਿਹੜਾ ਹੁਣ ਆਪਾਂ ਧਰਮ ਦੀ ਗੱਲ ਕਰਦੇ ਨਾ, ਜਿਹੜੇ ਮਸਾਲਿਆਂ ਦੇ ਵਪਾਰੀ ਸੀ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ, ਭਾਰਤੀ ਮਸਾਲਿਆਂ ਦੇ ਵਪਾਰੀ ਉੱਥੇ ਚਲੇ ਗਏ ਸੀ। ਹਿੰਦੂ ਧਰਮ ਸੀਗਾ ਉੱਥੇ, ਫਿਰ ਬੁੱਧ ਧਰਮ ਵੀ ਉੱਥੇ ਸੀਗਾ, ਪਰ ਉਸ ਤੋਂ ਬਾਅਦ ਆਮ ਲੋਕਾਂ ਦਾ ਉੱਥੇ ਧਰਮ ਨਾਲ ਕੋਈ ਨਾਤਾ ਨਹੀਂ ਰਿਹਾ। ਉੱਥੇ ਕੋਈ ਪ੍ਰੇਅਰ ਨਹੀਂ ਹੁੰਦੀ ਕਿਸੇ ਸਕੂਲ ਕਾਲਜ 'ਚ, ਕੋਈ ਚਰਚ ਦੇ ਵਿੱਚ ਕੋਈ ਇਸ ਤਰ੍ਹਾਂ ਧਾਰਮਿਕ ਸਥਾਨਾਂ ਕੋਈ ਪ੍ਰੇਅਰ ਨਹੀਂ ਹੁੰਦੀ, ਨਾ ਹੀ ਆਮ ਲੋਕ ਜਾਂਦੇ ਆ, ਤੇ ਨਾ ਹੀ ਵਿਆਹ ਸ਼ਾਦੀਆਂ ਕੋਈ ਧਾਰਮਿਕ ਰੀਤੀ ਰਿਵਾਜਾਂ ਨਾਲ ਹੁੰਦੀਆਂ। ਤੇ ਤੇ ਜੇ ਉੱਥੇ ਕਮਿਊਨਿਸਟ ਕੰਟਰੀ ਕਹੀ ਜਾ ਸਕਦੀ ਹੈ ਜਾਂ ਉਹ ਵੱਖਰਾ ਹੀ ਆ, ਕਮਿਊਨਿਸਟ ਵੀ ਨਹੀਂ? ਨਹੀਂ, ਗੱਲ ਕੱਲਾ ਆਪਾਂ ਕਮਿਊਨਿਸਟ ਨਹੀਂ ਕਹਿ ਸਕਦੇ। ਕਮਿਊਨਿਸਟ ਕੰਟਰੀ ਹੋਣਾ ਇੱਕ ਸਰਕਾਰ ਹੋ ਸਕਦੀ ਕਮਿਊਨਿਸਟਾਂ ਦੀ, ਆਮ ਲੋਕਾਂ 'ਚ ਵੀ ਇਹ ਗੱਲ ਹੈ ਨਹੀਂ। ਧਰਮ ਵਾਲੀ ਗੱਲ, ਜਾਤ ਵਾਲੀ ਗੱਲ ਆਮ ਲੋਕਾਂ 'ਚ ਹੈ ਨਹੀਂ। ਹੁਣ ਜੇ ਸਰਕਾਰ ਕੋਈ ਸਿਆਸਤ ਲੜਾਈ, ਜਿੱਦਾਂ ਸਾਡੇ ਭਾਰਤ ਦੇ ਵਿੱਚ ਹਿੰਦੂਆਂ ਮੁਸਲਮਾਨਾਂ ਨੂੰ ਲੜਾ ਰਹੀ ਹੈ, ਮੇਰਾ ਕੁਐਸਚਨ ਇਹ ਸੀ ਜੀ ਵੀ ਆਪਾਂ ਉਹਨਾਂ ਨੂੰ ਲੋਕਾਂ ਨੂੰ, ਜਿਹੜੀ ਸਾਰੀ ਕੰਟਰੀ ਦੇ ਲੋਕ ਨੇ, ਉਹਨਾਂ ਨੂੰ ਆਪਾਂ ਕਮਿਊਨਿਸਟ ਕਹਿ ਸਕਾਂਗੇ ਵੀ ਉੱਥੇ ਜ਼ਿਆਦਾ ਕਮਿਊਨਿਸਟ ਲੋਕ ਰਹਿੰਦੇ ਨੇ, ਜਾਂ ਉਹਨਾਂ ਦਾ ਕੋਈ ਵੱਖਰਾ ਡਿਫਰੈਂਟ ਸਿਸਟਮ ਆ? ਨਹੀਂ, ਉਹਨਾਂ ਦਾ ਕੁਝ ਨਹੀਂ। ਮੈਂ ਤਾਂ ਸਮਝਦਾ ਬਾਬੇ ਨਾਨਕ ਦੇ ਅਸੂਲਾਂ ਨੂੰ ਉਹਨੇ ਆਪਣੇ ਤੇ ਲਾਗੂ ਕਰ ਲਿਆ। ਉਹਨੇ ਔਰਤ ਨੂੰ ਮਹਾਨ ਬਣਾਤਾ, ਉੱਥੇ ਉਹਨੇ ਬਰਾਬਰਤਾ ਲੈ ਦਿੱਤੀ। ਗੱਲਾਂ ਸੁਣ ਕੇ ਮੈਂ ਹੈਰਾਨ ਸੀਗਾ ਵੀ ਕਦੇ ਬਾਬਾ ਨਾਨਕ ਜੀ ਵੀ ਉੱਥੇ ਗਏ ਆ, ਵੀ ਉਹਨਾਂ ਦੇ ਕੋਲੇ ਕਦੇ ਕੋਈ ਉਹ ਪੱਖ ਵੀ ਹੋਇਆ ਤੇ ਨਹੀਂ, ਏਦਾਂ ਤਾਂ ਨਹੀਂ ਕਹਿ ਸਕਦਾ, ਪਰ ਮੈਨੂੰ ਲੱਗਦਾ ਵੀ ਜਿਹੜੇ ਕ੍ਰਾਂਤੀਕਾਰੀ ਹੁੰਦੇ ਆ, ਬਾਬਾ ਨਾਨਕ ਜੀ ਹੋ ਗਏ, ਗੁਰੂ ਗੋਬਿੰਦ ਸਿੰਘ ਜੀ ਹੋ ਗਏ, ਜਾਂ ਸਮਾਜ ਸੁਧਾਰਕ ਹੋ ਗਏ, ਉਹਨਾਂ 'ਚ 19-21 ਦੇ ਫਰਕ ਹੁੰਦਾ। ਉਹ ਸਾਰੇ ਪਬਲਿਕ ਦੇ ਹਿੱਤਾਂ ਦੀਆਂ ਗੱਲਾਂ ਕਰਦੇ ਹੁੰਦੇ। ਉਹਨਾਂ ਨੇ ਜਿਹੜੇ ਉਹਨਾਂ ਦੇ ਕ੍ਰਾਂਤੀਕਾਰੀ ਉਹਨਾਂ ਨੇ ਆਪਣੇ ਆਪ ਤੇ ਲਾਗੂ ਕਰ ਲਿਆ, ਔਰਤ ਨੂੰ ਬਰਾਬਰ ਦਾ ਦਰਜਾ ਦੇਤਾ। ਸਾਡੇ ਤਾਂ ਪੰਜਾਬ 'ਚ ਅੱਜ ਵੀ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ, ਉੱਥੇ ਇੱਕ ਵੀ ਔਰਤ ਪੈਰ ਦੀ ਜੁੱਤੀ ਨਹੀਂ ਹੈ। ਸਾਡੇ ਤਾਂ ਅੱਜ ਵੀ ਕੀੜੇ ਮਕੌੜੇ ਸਮਝਿਆ ਜਾਂਦਾ ਵੀ ਮੈਂ SC ਹੈ ਤੇ ਮੈਂ ਜੱਟ ਹੈ ਤੇ ਮੈਂ ਬਾਹਮਣ ਹੈ, ਉੱਥੇ ਕੁਝ ਵੀ ਨਹੀਂ ਹੈ। ਉੱਥੇ ਭਾਵੇਂ ਕੋਈ ਖੇਤੀ ਕਰਦਾ, ਭਾਵੇਂ ਕੋਈ ਸਫਾਈ ਕਰਦਾ, ਉਹ ਬਰਾਬਰ ਦੇ ਘਰ 'ਚ ਹੈ। ਇਹ ਵੀ ਨਹੀਂ ਹੈ ਕਿ ਮੈਂ ਪ੍ਰਧਾਨ ਮੰਤਰੀ ਤੇ ਮੇਰੇ ਕੋਲ ਇੱਕ ਮਹਿਲ ਹੈ ਤੇ ਦੂਜੇ ਬੰਦੇ ਕੋਲ 2 ਕਮਰੇ ਦਾ ਘਰ ਹੈ। ਜੇ ਇੱਕ ਮਹੱਲੇ ਦੇ 3 ਬੈਡਰੂਮ ਹੈ ਤਾਂ ਸਭ ਕੋਲ 3 ਬੈਡਰੂਮ ਹੀ ਹੈ। ਉੱਥੇ ਮਜ਼ਦੂਰ ਰਹਿੰਦਾ, ਉੱਥੇ ਹੀ ਕੋਈ ਅਫਸਰ ਰਹਿੰਦਾ ਤੇ ਉੱਥੇ ਕੋਈ ਕਲਰਕ ਰਹਿੰਦਾ। ਉਹ ਸਾਰੀ ਜਿਹੜੀ ਬਰਾਬਰਤਾ ਉੱਥੇ ਹੈਗੀ ਹੈ। ਦੂਜੀ ਗੱਲ, ਜਿੱਦਾਂ ਆਪਾਂ ਜਾਨਵਰਾਂ ਦੀ ਗੱਲ ਕਰਦੇ ਹਾਂ, ਖਾਣਾ ਪੀਣਾ ਤੁਸੀਂ ਕਹਿੰਦੇ ਸੀ, ਉੱਥੇ ਸਮੁੰਦਰ ਹੈ, ਸਾਰੇ ਪਾਸੇ ਸੀ ਫੂਡ ਖਾਇਆ ਜਾਂਦਾ, ਗਾਂ ਮੱਝ ਵੀ ਖਾਈ ਜਾਂਦੀ ਹੈ, ਆਮ ਮੀਟ ਵੀ ਖਾਇਆ ਜਾਂਦਾ, ਤੇ ਉਹ ਉਸ ਤਰੀਕੇ ਨਾਲ ਕਰ ਰਹੇ ਆ। ਤੇ ਮਸਾਲੇ ਨਹੀਂ, ਉਹ ਤਕਰੀਬਨ ਜਿੱਦਾਂ ਆਪਾਂ ਇੰਡੀਆ 'ਚ ਖਾਂਦੇ ਆ, ਉਹ 95% ਮਸਾਲੇ ਨਹੀਂ ਖਾਂਦੇ, ਉਹ ਸਾਡੀ ਤਰ੍ਹਾਂ ਫਰਾਈ ਨਹੀਂ ਖਾਂਦੇ। ਤੇ ਅਮਰੀਕਨ ਲੋਕਾਂ ਨੇ ਇਹਨੂੰ ਦੇਖਿਆ ਮੋਟੇ ਸੀ ਤੇ ਲੜਨਾ ਔਖਾ ਸੀ। ਉਹਨਾਂ ਦੇ ਦੇਸ਼ ਕੋਈ ਏਦਾਂ ਦਾ ਫਾਸਟ ਫੂਡ ਨਹੀਂ ਹੈਗਾ, ਕੋਈ 버ਗਰ, ਕੋਈ ਪੀਜ਼ਾ, ਕੋਈ ਇਸ ਤਰ੍ਹਾਂ ਕੁਝ ਵੀ ਨਹੀਂ ਹੈਗਾ। ਹੁਣ ਮਾੜੇ ਮੋਟੇ ਆ ਗਏ, ਪਰ ਆਮ ਲੋਕ ਨਹੀਂ ਖਾਂਦੇ। ਉੱਥੇ ਕੋਈ ਨੂਡਲ ਦੀਆਂ ਐਕਸਪੈਰੀਮੈਂਟ ਵੀ ਹੋ ਗਿਆ ਨਾ, ਵੀ ਉਹਨਾਂ ਨੂੰ ਉਹ ਆਪਦੀ ਜਿਹੜੀ ਖੂਬੀ ਸੀ ਉਹ ਹੋਰ ਜ਼ਿਆਦਾ ਪਿਆਰੀ ਲੱਗੀ ਹੋਊਗੀ, ਵੀ ਇਹ ਸਾਡੀ ਜਿਹੜੀ ਖੂਬੀ ਆ ਇਹ ਸਦਾ ਵਾਸਤੇ ਏਦਾਂ ਹੀ ਰਹਿਣੀ ਚਾਹੀਦੀ ਹੈ। ਹਾਂ, ਔਰ ਉੱਥੇ ਕੋਈ ਮਿੱਠਾ ਨਹੀਂ ਖਾਂਦਾ।
ਸਾਡੀ ਜਿੱਦਾਂ ਸਾਡੇ ਪੰਜਾਬ ਦੇ ਵਿੱਚ ਜੇ ਕਿਸੇ ਬਜ਼ੁਰਗ ਔਰਤ ਨੂੰ ਕਹਦੇ ਵੀ ਜਾਂ ਭੱਜ ਕੇ ਬੱਸ ਚੜ੍ਹ ਲਓ, ਨਹੀਂ ਚੜ੍ਹ ਸਕਦੀ। ਉੱਥੇ ਬੁੱਢੀਆਂ ਔਰਤਾਂ ਕੁੜੀਆਂ ਹਲਕੀਆਂ ਫੁਲਕੀਆਂ ਭੱਜੀਆਂ ਫਿਰਦੀਆਂ, ਬੱਸਾਂ ਚੜ੍ਹ ਜਾਂਦੀਆਂ, ਟ੍ਰੇਨਾਂ ਚੜ੍ਹ ਜਾਂਦੀਆਂ, ਸਾਰੇ ਕੰਮ ਕਰਦੀਆਂ, ਕੋਈ ਸਮੱਸਿਆ ਹੈ ਹੀ ਨਹੀਂ ਉਹਨਾਂ ਲੋਕਾਂ ਨੂੰ। ਤੇ ਉਹ ਮੈਂ ਸਕੂਲਾਂ 'ਚ ਵੀ ਦੇਖਿਆ, ਯੂਨੀਵਰਸਿਟੀਆਂ 'ਚ ਵੀ ਦੇਖਿਆ ਜਾ ਕੇ, ਕਾਲਜਾਂ 'ਚ ਵੀ ਜਾ ਕੇ ਦੇਖਿਆ, ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਉੱਥੇ ਹੈਗਾ। ਤੇ ਉਹ ਪੂਰੀ ਤਰ੍ਹਾਂ ਜਿਹੜੀ ਆਪਾਂ ਕਹਿੰਦੇ ਦੇਸ਼ ਨੂੰ ਸਮਰਪਿਤ ਆ, ਜਿੱਦਾਂ ਆਪਾਂ ਕਹਿੰਦੇ ਗੁਰੂ ਨੂੰ ਸਮਰਪਿਤ ਆ। ਅਸੀਂ ਜੇ ਕੋਈ ਧਰਮ ਦੇ ਵਿੱਚ ਵਿਸ਼ਵਾਸ ਰੱਖਦਾ ਆਪਣੇ ਗੁਰੂ ਨੂੰ ਸਮਰਪਿਤ ਹੁੰਦਾ, ਉਸ ਤਰੀਕੇ ਨਾਲ ਆਪਣੇ ਦੇਸ਼ ਨੂੰ ਸਮਰਪਿਤ ਲੋਕ ਹੈਗੇ ਆ। ਤੇ ਉਹਨਾਂ ਲੋਕਾਂ ਨੂੰ ਕੋਈ ਟ੍ਰੇਨਿੰਗ ਨਹੀਂ ਲੈਣੀ ਪੈਂਦੀ, ਗੰਦ ਨਾ ਪਾਓ। ਉੱਥੇ ਕੋਈ ਗੰਦ ਹੀ ਨਹੀਂ ਪਾਉਂਦਾ। ਜੇ ਮੈਂ ਉੱਥੇ ਨਾ ਇੱਕ ਅਮਰੀਕਾ ਦੀ ਫਿਲਮ ਸੀਗੀ ਅੰਗਰੇਜ਼ੀ ਦੀ, ਕਿੰਗ ਕੌਂਗ, ਜਿਹ 'ਚ ਨਾ ਇੱਕ ਚੰਪੈਂਜੀ ਦਿਖਾਏ ਗਏ ਸੀ। ਉਹ ਤੇ ਯੂਨੈਸਕੋ ਵੱਲੋਂ ਇੱਕ ਵਰਲਡ ਹੈਰੀਟੇਜ ਘੋਸ਼ਿਤ ਕੀਤੀ ਗਈਆਂ ਗੁਫਾਵਾਂ ਹੈਗੀਆਂ ਕੁਦਰਤੀ 50। ਉੱਥੇ ਮੈਂ ਪਾਣੀ ਦੇਖਿਆ, ਆਪਣੇ ਬਿਸਲੇਰੀ ਪਾਣੀ ਜਿਹੜਾ ਹੁੰਦਾ, ਟ੍ਰੀਟਡ ਪਾਣੀ, ਇੰਨਾ ਸਾਫ਼ ਪਾਣੀ, ਇੱਕ ਪੱਤਾ, ਇੱਕ ਕਿਸੇ ਕਿਸਮ ਦਾ ਕਚਰਾ, ਮਤਲਬ ਉੱਥੇ ਨਦੀਆਂ ਨਾਲਿਆਂ 'ਚ ਕੋਈ ਗੰਦ ਹੀ ਨਹੀਂ ਹੈ। ਜਿੱਦਾਂ ਆਪਣੇ ਆਪਾਂ ਤੇ ਗੰਗਾ ਉਹ ਤਾਂ ਨਦੀ ਤੇ ਨੈਚੁਰਲ ਜਾਂਦੇ ਆ, ਆ। ਫਿਰ ਉੱਥੇ ਸਫਾਈ ਕਿੱਦਾਂ ਰਹਿੰਦੀ ਆ? ਜਿਹੜਾ ਨੈਚੁਰਲ ਆ, ਜਿੱਥੇ ਕੁਦਰਤੀ ਪਾਣੀ ਆ, ਤੇ ਉੱਥੇ ਤਾਂ ਪੱਤੇ ਪੁੱਤੇ ਤਾਂ ਆਮ ਚੀਜ਼ਾਂ ਹੋਣਗੀਆਂ ਚਾਹੀਦੀਆਂ ਉੱਥੇ। ਨਹੀਂ, ਉਹ ਲੋਕ ਸਾਫ਼ ਕਰਦੇ ਆ। ਇੱਕ ਤਾਂ ਗੰਦ ਤਾਂ ਸਿੱਟਦੇ ਨਹੀਂ, ਗੰਦ ਤਾਂ ਬਿਲਕੁਲ ਨਹੀਂ ਸਿੱਟਦੇ ਆਮ ਲੋਕ ਸਾਡੇ ਤਰ੍ਹਾਂ, ਵੀ ਕਚਰਾ ਸਿੱਟ ਦਿੱਤਾ ਨਾਲੀ ਦੇ ਵਿੱਚ। ਜਿਹੜਾ ਕੁਦਰਤੀ ਗੰਦ ਪੈਂਦਾ ਉਹਨੂੰ ਵੀ ਉਹ ਸਫਾਈ ਦਾ ਇੰਤਜ਼ਾਮ ਕਰਦੇ? ਉਹਨੂੰ ਵੀ ਉਹ ਸਾਫ਼ ਕਰਦੇ। ਮੈਂ ਸੈਗੌਨ ਦਰਿਆ ਮੁੱਖ ਹੈ ਇਸ ਦੇਸ਼ ਦਾ, ਸਾਰਾ ਦਰਿਆ ਘੁੰਮ ਕੇ ਦੇਖਿਆ, ਕਿਤੇ ਕੋਈ ਕਚਰਾ ਨਹੀਂ ਤੁਹਾਨੂੰ ਨਜ਼ਰ ਆਉਂਦਾ, ਕੋਈ ਸੀਵਰੇਜ ਦਾ ਪਾਣੀ ਨਹੀਂ ਵਿੱਚ ਜਾ ਰਿਹਾ। ਤੇ ਆਮ ਨਦੀਆਂ ਨਾਲਿਆਂ ਦੇ ਵਿੱਚ ਕੋਈ ਗੰਦ ਨਹੀਂ ਸਿੱਟਿਆ ਜਾਂਦਾ। ਜਿਹੜੀ ਨਾਲੀਆਂ ਉਹ ਵੀ ਸਾਫ਼ ਸੁਥਰੀਆਂ ਹੈਗੀਆਂ, ਸਫਾਈ ਦਾ ਬਿਲਕੁਲ ਪ੍ਰਬੰਧ ਹੈ। ਕੋਈ ਰੇਲਵੇ ਸਟੇਸ਼ਨ ਜਾਂ ਬੱਸ ਸਟੈਂਡ ਤੇ ਕਿਧਰੇ ਵੀ ਗੰਦ ਨਹੀਂ ਸਿੱਟਦਾ। ਰੂਲ ਸਖਤ ਨਹੀਂ ਹੈ, ਪਰ ਆਮ ਲੋਕਾਂ ਨੂੰ ਅਕਲ ਆ ਉੱਥੇ, ਮਤਲਬ ਆਮ ਲੋਕਾਂ ਨੂੰ ਇੰਨੀ ਅਕਲ ਆ ਉੱਥੇ, ਕੋਈ ਕੁਝ ਨਹੀਂ ਕਰਦਾ, ਕਿਉਂਕਿ ਉਹਨਾਂ ਦੀ ਜਿਹੜੀ ਐਜੂਕੇਸ਼ਨ ਇਸੇ ਤਰੀਕੇ ਦੀ ਹੋਈ ਹੈ। ਜਦੋਂ ਸਰਕਾਰ ਵੱਲੋਂ ਬਰਾਬਰ ਦੀ ਐਜੂਕੇਸ਼ਨ ਹੈ, ਫ੍ਰੀ ਹੈ। ਤੇ ਹੁਣ ਜਿਹੜੀ ਗੱਲ ਹੈ ਵੀ ਉਹ ਹੁਣ ਦੁਨੀਆ ਦੇ ਵਿੱਚ ਅੱਗੇ ਕਿਵੇਂ ਵਧ ਰਿਹਾ, ਅਮਰੀਕਾ ਨੇ ਲਤਾੜਤਾ। ਇੱਥੇ ਜੀ ਥੋੜਾ ਜਿਹਾ ਇਹ ਵੀ ਦੱਸ ਦਿਓ ਵੀ ਤੁਸੀਂ ਤਾਂ ਕਹਿੰਦੇ ਵੀ ਉਹ ਕਮਿਊਨਿਸਟ ਮੁਲਕ ਆ, ਤੇ ਉੱਥੇ ਜਿਵੇਂ ਸਾਡੇ ਗੰਗਾ ਨੂੰ ਪੂਜਿਆ ਜਾਂਦਾ ਤੇ ਪੂਜਦੇ ਨਹੀਂ, ਤੇ ਪਾਣੀ ਫਿਰ ਵੀ ਸਾਡੇ ਨਾ ਪੂਜਦੇ ਕੋਈ ਨਹੀਂ, ਪਰ ਉਹਨੂੰ ਕੁਦਰਤੀ ਸਾਧਨਾਂ ਦੀ ਸਾਂਭ ਸੰਭਾਲ ਕਿਵੇਂ ਕਰਨੀ, ਇਹ ਅਕਲ ਉਹਨਾਂ ਨੂੰ ਸਕੂਲਾਂ ਕਾਲਜਾਂ ਤੋਂ ਹੀ ਹੈ, ਕਿਉਂਕਿ ਉਹ ਦੇਸ਼ ਪ੍ਰੇਮੀ ਜ਼ਿਆਦਾ ਹੈ। ਆਮ ਲੋਕ ਮੈਂ ਕਹਿੰਦਾ ਵੀ ਠੀਕ ਹੈ, ਇੱਕ ਅੱਧੇ ਬੰਦੇ ਨੂੰ ਛੱਡ ਕੇ, ਇੱਕ ਅੱਧਾ % ਛੱਡ ਕੇ ਸਾਰੇ ਦੇਸ਼ ਪ੍ਰੇਮੀ ਹੈ। ਜਿੱਦਾਂ ਆਪਾਂ ਆਪਣੇ ਧਰਮ ਨੂੰ ਮੰਨਦੇ ਹਾਂ ਕਿ ਗੁਰੂ ਨੂੰ ਸਮਰਪਿਤ ਹੈ, ਉਹ ਸਾਰੇ ਲੋਕ ਦੇਸ਼ ਨੂੰ ਸਮਰਪਿਤ ਹੈ। ਤੇ ਉੱਥੇ ਲਈ ਨਾ ਉਹ ਮਾਂ-ਬਾਪ ਭੈਣ ਭਰਾ ਤੋਂ ਜ਼ਿਆਦਾ ਦੇਸ਼ ਦੇ ਉੱਤੇ ਰੱਖਦੇ ਕਿ ਮੈਂ ਦੇਸ਼ ਪ੍ਰੇਮੀ ਹੈਗਾ। ਭੈਣ ਅਲੱਗ ਹੈ, ਭਰਾ ਅਲੱਗ ਹੈ, ਉਸ ਤੋਂ ਪਹਿਲਾਂ ਦੇਸ਼। ਉਹ ਇਸ ਤਰੀਕੇ ਦੀ ਉਹਨਾਂ ਦਾ ਕੁੱਟ ਕੇ ਭਰੀ ਹੋਈ ਗੱਲ ਹੈ, ਕਿਉਂਕਿ ਉਹਨਾਂ ਨੇ ਆਜ਼ਾਦੀ ਹੋ ਜਾਣਾ ਨਾ। ਪਹਿਲਾਂ ਇੱਕ ਵਾਰੀ ਆਪਾਂ ਨੂੰ ਉਹ ਲੈਣ ਬਣਾਉਣੀ ਪੈਣੀ ਆ, ਬਾਅਦ ਤਾਂ ਯੂਜ਼ ਟੂ ਹੈ ਨਾ। ਹਾਂ ਜਿਵੇਂ ਕਿਤੇ ਵੀ ਲੈਣ ਲੱਗੀ ਹੋਗੀ ਤਾਂ ਆਪਾਂ ਲੈਣ 'ਚ ਲੱਗ ਜਾਣੇ ਜਾ ਕੇ ਚੁੱਪ ਕਰਕੇ। ਤੇ ਜੇ ਤੇ ਲੈਣ ਨਾ ਲੱਗੀ ਹੋਵੇ, ਉੱਪਰ ਤੁਰੇ ਫਿਰਦੇ ਹੋਣ ਲੋਕ, ਤੇ ਫਿਰ ਆਪਾਂ ਵੀ ਉਦਾਂ ਹੀ ਕਰਾਂਗੇ ਜਾ ਕੇ। ਉਹ ਜਦੋਂ ਕਹਿੰਦੇ ਦੇਸ਼ ਪਹਿਲਾਂ, ਭੈਣ ਭਰਾ ਰਿਸ਼ਤੇ ਨਾਤੇ ਬਾਅਦ ਦੇ ਵਿੱਚ ਤਾਂ ਕਰਪਸ਼ਨ ਆ ਹੀ ਨਹੀਂ ਸਕਦੀ। ਤਾਂ ਹੀ ਉਹ ਆਮ ਲੋਕ ਲੜਦੇ ਨਹੀਂ ਹੈ। ਉੱਥੇ ਲੜਾਈ ਦਾ ਕੋਈ ਝਗੜਾ ਇਸ ਤਰ੍ਹਾਂ ਦਾ ਹੈ ਨਹੀਂ ਕਿ ਮੈਂ ਹਿੰਦੂ ਆ, ਮੈਂ ਸਿੱਖ ਆ, ਮੈਂ ਮੁਸਲਮਾਨ ਆ, ਮੈਂ ਕਾਲਾ ਹੈ ਤੇ ਗੋਰਾ ਹੈ, ਮੈਂ ਜੱਟ ਆ ਜਾਂ ਮੈਂ ਐਸੀ ਆ। ਕੋਈ ਲੜਾਈ ਝਗੜਾ ਉੱਥੇ ਹੈ ਹੀ ਨਹੀਂ। ਅਦਾਲਤਾਂ ਪਰ ਉਂਝ ਹੈਗੇ ਆ ਵੀ ਲੜਦੇ ਨਹੀਂ ਗੇ, ਤੇ ਉਂਝ ਹੈਗੇ ਆ ਇਸ ਤਰ੍ਹਾਂ ਵੀ ਅਲੱਗ-ਅਲੱਗ ਕਬੀਲਾਵਾਦ ਹੈਗਾ ਹੈ ਆ, ਪਰ ਵੀ ਉਹ ਬਿਲਕੁਲ ਟੋਟਲੀ ਖਤਮ ਕਰਤਾ। ਕਿਉਂਕਿ ਜਦੋਂ ਲੜੇ ਹੀ ਉਹ ਇਕੱਠੇ ਆ, ਪਹਿਲੇ ਤਾਂ ਫਰਾਂਸ ਦੇ ਗੁਲਾਮ ਰਹੇ, 30 ਸਾਲ ਲੜੇ ਆ। ਉੱਥੇ ਕੋਈ ਏਦਾਂ ਦਾ ਜਾਤ ਪਾਤ ਦਾ ਸਿਸਟਮ ਹੈ ਹੀ ਨਹੀਂ, ਧਰਮਾਂ ਤੇ ਜਾਤ ਪਾਤ ਦਾ ਕੋਈ ਸਿਸਟਮ ਨਹੀਂ ਹੈਗਾ ਉੱਥੇ, ਬਿਲਕੁਲ ਨਹੀਂ ਹੈ। ਹਾਂ, ਚਰਚ ਜਿਹੜੀ ਬਣੀ ਸੀ ਕਦੇ ਹੈਗੀਆਂ, ਜਿਹੜੇ ਹਿੰਦੂ ਮੰਦਿਰ ਮੈਂ 5-7 ਦੇਖੇ ਹੈਗੇ ਆ, ਪਰ ਉੱਥੇ ਗੁੱਲਕ ਨਹੀਂ ਹੈ, ਉੱਥੇ ਪਾਠ ਪੂਜਾ ਉਸ ਤਰ੍ਹਾਂ ਨਹੀਂ ਕਰਦੇ। ਠੀਕ ਹੈ, ਟੂਰਿਸਟ ਬਣ ਕੇ ਜਾਣਾ, ਜਾਓ ਘੁੰਮੋ ਫਿਰੋ, ਕੋਈ ਇਸ ਤਰ੍ਹਾਂ ਦਾ ਹੈ ਨਹੀਂ। ਖਾਸ ਗੱਲ ਇਹੀ ਹੈ। ਤੇ ਇਸ ਕਰਕੇ ਉਹ ਦੇਸ਼ ਮੰਦਿਰ ਜਿਹੜੇ ਹੈਗੇ ਆ ਉਹਨਾਂ ਦਾ ਫਿਰ ਉੱਥੇ ਵੀ ਪੈਸਾ ਨਹੀਂ ਚੜਦਾ, ਤੇ ਉਹਨਾਂ ਦੀ ਸੇਵਾ ਸੰਭਾਲ ਕੌਣ ਕਰਦਾ? ਪੈਸਾ ਤਾਂ ਚੜਨ ਦਾ ਕੋਈ ਮਤਲਬ ਹੀ ਨਹੀਂ ਕਿ ਪੈਸਾ ਉੱਥੇ ਚੜ ਜੇ। ਜਦੋਂ ਪੈਸਾ ਆਏਗਾ ਤਾਂ ਕਰਪਸ਼ਨ ਆ ਜਾਏਗੀ, ਫਿਰ ਪੁਜਾਰੀਵਾਦ ਆ ਜਾਏਗਾ। ਪੁਜਾਰੀ ਮੰਦਿਰ ਹੋ ਗਿਆ ਨਾ, ਮੰਦਿਰ ਤਾਂ ਮੰਦਿਰ ਵਾਂਗੂ ਚੱਲੂਗਾ। ਜੇ ਗੁਰਦੁਆਰਾ ਖੁੱਲੂਗਾ ਤੇ ਉੱਥੇ ਤਾਂ ਲੰਗਰ ਹੀ ਲੱਗੂਗਾ। ਠੀਕ ਹੈ, ਉੱਥੇ ਪੁਜਾਰੀ ਰੱਖੇ ਆ, ਪਰ ਸਰਕਾਰੀ ਕੰਟਰੋਲ ਹੈ। ਜਿੱਦਾਂ ਹੁਣ ਮੰਦਿਰ ਹੈ, ਉੱਥੇ ਜਿਹੜੇ ਹਿੰਦੂ ਕਬੀਲੇ ਗਏ ਸੀ, ਉਹ ਹਿੰਦੂ ਕਬੀਲੇ ਹੈਗੇ ਆ, ਮੰਦਿਰਾਂ ਨੂੰ ਮੰਨਦੇ ਆ, ਪਰ ਉਸ ਤਰੀਕੇ ਦੀ ਪਾਠ ਪੂਜਾ ਨਹੀਂ ਹੈਗੀ ਆਮ ਲੋਕਾਂ ਵਾਸਤੇ ਕਿ ਉੱਥੇ ਜਾ ਸਕਣ ਜਾਂ ਪਾਠ ਪੂਜਾ ਕਰਨ। ਉਹਨਾਂ ਲੋਕਾਂ ਦਾ ਕਲਚਰ ਹੀ ਹੈ ਨਹੀਂ ਪਾਠ ਪੂਜਾ ਵਾਲਾ, ਤੇ ਉਹ ਕਰਦੇ ਆ, ਸਰਕਾਰ ਉਹਨਾਂ ਨੂੰ ਪੇ ਕਰਦੀ ਹੈ, ਤੇ ਉੱਥੇ ਚੜਾਵਾ ਕੋਈ ਨਹੀਂ ਚੜਦਾ, ਸਰਕਾਰ ਪੇ ਕਰਦੀ ਹੈ। ਆਪਸ ਚ ਗੁਪਤ ਰੂਪ ਚ ਕੋਈ ਇੱਕ ਦੂਜੇ ਦੀ ਮਦਦ ਕਰਦਾ ਹੋਏ ਤਾਂ ਅਲੱਗ ਗੱਲ ਹੈ, ਕਿਉਂਕਿ ਉਹ ਹਿੰਦੂ ਨਹੀਂ ਰਹੇ, ਉਹ ਵੀਅਤਨਾਮੀ ਬਣ ਗਏ। ਉਹਨਾਂ ਨੂੰ ਪੈਸੇ ਇਕੱਠੇ ਕਰਨ ਦੀ ਲਾਲਸਾ ਹੈ ਨਹੀਂ। ਯਾਨੀ ਕਿ ਜੇ ਹਿੰਦੂ ਧਰਮ ਦੇਖਣਾ ਤੇ ਤਾਂ ਵੀ ਉੱਥੇ ਜਾ ਕੇ ਦੇਖਾਂਗੇ ਤੇ ਜ਼ਿਆਦਾ ਬੈਟਰ ਮਿਲੂਗਾ, ਕਿਉਂਕਿ ਉੱਥੇ ਉਹਦੇ ਵਿੱਚ ਕਰਪਸ਼ਨ ਹੈ ਨਹੀਂ, ਉੱਥੇ ਗਲਤ ਕੰਮ ਹੈ ਨਹੀਂ। ਉੱਚ ਨਾ ਬਿਲਕੁਲ ਗਲਤ ਕੰਮ ਨਹੀਂ। ਮੈਂ ਜਾ ਕੇ ਉੱਥੇ ਪੁਜਾਰੀ ਨੂੰ ਮਿਲਿਆ, ਜਾ ਕੇ ਦੇਖਿਆ ਵੀ ਕਿਵੇਂ ਉਹ ਕਰਦੇ ਆ ਸਾਰਾ ਕੁਛ ਹੀ। ਉਹ ਕੋਈ ਇਸ ਤਰ੍ਹਾਂ ਦਾ ਸਿਸਟਮ ਬਿਲਕੁਲ ਨਹੀਂ ਹੈ। ਮਤਲਬ ਕਰਪਸ਼ਨ ਦਾ ਕਾਰਨ ਜਿਹੜੀ ਇਹ ਗੁੱਲਕ ਹੈ ਉੱਥੇ ਹੈ ਨਹੀਂ, ਕੋਈ ਕਬਜ਼ਾ ਏਦਾਂ ਦਾ ਹੈ ਨਹੀਂ, ਸਾਧਨਾਂ ਦੇ ਕਬਜ਼ੇ ਵਾਲੀ ਗੱਲ ਹੈ ਨਹੀਂ। ਇਸ ਕਰਕੇ ਲੋਕ ਸੁੱਕੀ ਆ ਉੱਥੇ। ਤੇ ਆਪਣੇ ਲੋਕ ਕਿੰਨੇ ਕਾ ਜੀ, ਪੰਜਾਬੀ ਲੋਕ ਜਾਂ ਸਿੱਖ ਲੋਕ ਕਿੰਨੇ ਕੁ ਉੱਥੇ ਹੈ ਆ ਕੋਈ? ਹਾਂ, ਉੱਥੇ ਨਾ ਮੈਂ ਜਿੱਦਾਂ ਆਪਣੇ ਇੰਡੀਅਨ ਚੈਂਬਰ ਆਫ ਕਮਰਸ ਬਣਿਆ ਹੋਇਆ, ਜਿਹੜੇ ਵਪਾਰੀ ਗਏ ਆ ਇੰਡੀਆ ਦੇ, ਉੱਥੇ ਮੈਡੀਕਲ ਲਾਈਨ ਦੇ ਵਿੱਚ ਕੱਪੜੇ ਦੇ ਵਪਾਰੀ, ਚੌਲਾਂ ਦੇ ਵਪਾਰੀ, ਜਿਹੜੇ ਭਾਰਤ ਵਿੱਚ ਪਾਪੜ ਮਿਲਦੇ, ਸਾਨੂੰ ਲੱਗਦਾ ਭਾਰਤ ਬੜਾ ਸਸਤਾ ਹੈ,
ਉਹ ਜਿਹੜੇ ਇੰਡੀਅਨ ਵਪਾਰੀ ਹੈ ਵੀਅਤਨਾਮ 'ਚ ਪਾਪੜ ਬਣਾ ਕੇ ਭਾਰਤ ਵਿੱਚ ਵੇਚਦੇ ਆ। ਉੱਥੇ ਮੈਨੂਫੈਕਚਰਿੰਗ ਸਸਤੀ ਹੈ ਇੰਡੀਆ ਨਾਲੋਂ, ਤੇ ਉੱਥੇ ਬਹੁਤ ਸਾਰੇ ਹੈਗੇ ਆ, ਪੰਜਾਬੀ ਵੀ ਹੈਗੇ ਆ ਕੁਝ। ਤੇ ਜਿਹੜੀ ਚੈਂਬਰ ਆਫ ਕਮਰਸ ਹੈ, ਇੰਡੀਅਨ ਚੈਂਬਰ ਆਫ ਕਮਰਸ ਹੈ, ਉਹਦੇ ਨਾਲ ਸਾਡੀ ਮੀਟਿੰਗ ਹੋਈ। ਜਿਹੜੇ ਟੌਪ ਦੇ ਵਪਾਰੀ ਸੀ, ਅਰਬਪਤੀ ਜਿਹੜੇ ਜਿਹਨਾਂ ਵੱਡਾ ਅਰਬਾਂ ਦਾ ਬਿਜ਼ਨਸ ਕਰ ਲਿਆ, ਅੰਬਾਨੀ ਅਦਾਨੀਆਂ ਵਰਗੇ ਸੀ, ਉਹਨਾਂ ਲੋਕਾਂ ਨੂੰ ਵੀ ਮਿਲੇ। ਮਤਲਬ ਇੰਡੀਅਨ ਵਪਾਰੀ ਹੈਗੇ ਆ, ਤੇ ਉਹਨਾਂ ਨੂੰ ਕੋਈ ਇੱਥੇ ਇੰਡੀਆ ਤਰ੍ਹਾਂ ਕਰਪਸ਼ਨ ਕਰਕੇ ਕੰਮ ਨਹੀਂ ਕਰਨਾ ਪੈਂਦਾ। ਉਹ ਖੁਸ਼ ਹੈ ਕਿ ਅਸੀਂ ਵੀਅਤਨਾਮ ਦੇ ਵਿੱਚ ਕੰਮ ਕਰਦੇ ਹਾਂ। ਕੱਪੜੇ ਦੇ ਵਪਾਰੀ ਆ, ਮਸਾਲਿਆਂ ਦੇ ਵਪਾਰੀ ਆ, ਚੌਲਾਂ ਦੇ ਵਪਾਰੀ ਆ, ਮੈਡੀਕਲ ਦਾ ਸਮਾਨ ਜਿਹੜਾ ਇੰਡੀਆ ਭੇਜਦੇ ਆ ਜਾਂ ਇਸ ਤਰ੍ਹਾਂ ਦਾ, ਉਹ ਵਪਾਰੀ ਉੱਥੇ ਇੰਡੀਅਨ ਬਹੁਤ ਹੈਗੇ ਆ, ਤੇ ਪੰਜਾਬੀ ਵੀ ਹੈਗੇ। ਉਹ ਵੀ ਨਹੀਂ ਖਰੀਦ ਸਕਦੇ ਉੱਥੇ? ਨਹੀਂ, ਪ੍ਰਾਪਰਟੀ ਨਹੀਂ ਖਰੀਦ ਸਕਦੇ ਉਹ। ਤੇ ਜਿਹੜੇ ਉਧਰ ਦੇ ਸਿਟੀਜ਼ਨ ਹੈ, ਪ੍ਰਾਪਰਟੀ ਜਿਹੜੇ ਫਲੈਟ ਵਗੈਰਾ ਹੈ, ਜਿਹੜੇ ਫਲੈਟ ਹੈ ਉਹ ਖਰੀਦ ਸਕਦੇ, ਜ਼ਮੀਨ ਨਹੀਂ ਖਰੀਦ ਸਕਦੇ। ਕੋਈ ਫਲੈਟ ਹੈ ਰਹਿਣ ਵਾਸਤੇ ਉਹ ਖਰੀਦ ਸਕਦੇ। ਫਲੈਟ ਤੇ ਰਹਿਣ ਵਾਸਤੇ ਬੰਦਾ ਇੱਕ ਖਰੀਦੂਗਾ ਨਾ, ਲੈ ਕੇ ਰੈਂਟ ਤੇ ਦੇਣ ਵਾਸਤੇ ਤੇ ਨਹੀਂ ਨਾ ਖਰੀਦ ਸਕਦਾ। ਨਾ, ਰੈਂਟ ਵਾਲਾ ਦਾ ਮਤਲਬ ਨਹੀਂ। ਰੈਂਟ ਤੇ ਦਿੰਦੀ ਹੈ ਸਰਕਾਰ, ਦਿੰਦੀ ਹੈ। ਜਿਹੜੇ ਕੋਈ ਫਲੈਟ ਲੈਣੇ ਆ, ਦੁਕਾਨਾਂ ਲੈਣੀਆਂ, ਸ਼ੋਰੂਮ ਲੈਣੀਆਂ, ਸਰਕਾਰ ਵੱਲੋਂ ਕੰਟਰੋਲ ਰੇਟ ਤੇ ਹੈ। ਉੱਥੇ ਦੇ ਸ਼ਹਿਰ ਦੇ ਵਿੱਚ ਰਾਜਧਾਨੀ ਹੈ, ਰਾਜਧਾਨੀ 'ਚ ਮੈਂ ਪੁੱਛਿਆ, ਜਿਹੜਾ ਬੰਦਾ ਮੇਰੇ ਵੀਲ ਚੇਅਰ ਖਿੱਚਦਾ, ਮੈਂ ਤੇਰੀ ਵਾਈਫ ਕੀ ਕਰਦੀ ਹੈ? ਉਹ ਕਹਿੰਦਾ ਦੁਕਾਨ ਕਰਦੀ ਹੈ। ਮੈਂ ਪੁੱਛਿਆ ਕਿਰਾਇਆ ਕਿੰਨਾ? ਉੱਥੇ ਕਰੰਸੀ ਬਹੁਤ ਡਾਊਨ ਹੈ। 1 ਰੁਪਈਆ ਭਾਰਤ ਦਾ ਤੇ 324 ਡੋਂਗ ਉਹਨਾਂ ਦੇ। ਇੱਕ ਹੁਣ ਡਾਲਰ ਨਾਲ ਮਲਟੀਪਲਾਈ ਕਰ ਲਓ, ਸਾਡੇ ਇੰਡੀਆ ਦਾ 1 ਰੁਪਇਆ ਤੇ ਉਹਨੇ 324 ਰੁਪਇਆ। ਪਰ ਸੈਲਰੀ ਉਹਦੇ 50-50 ਲੱਖ ਹੈ ਜੇ ਆਪਾਂ ਗੱਲ ਕਰੀਏ। ਕਰੰਸੀ ਇੰਨੀ ਡਾਊਨ ਹੈ। ਉਹਨੇ ਜਿਹੜੀ ਮੈਨੂੰ ਕਰੰਸੀ ਦੱਸੀ ਵੀ ਇੰਨਾ ਕਰੰਸੀ ਹੈ, ਤਾਂ ਇੱਕ ਸ਼ੋਰੂਮ ਟੌਪ ਦਾ ਰਾਜਧਾਨੀ 'ਚ ਇੰਡੀਆ ਦਾ 5-6 ਹਜ਼ਾਰ ਰੁਪਇਆ ਬਣਦਾ। ਬੰਦਾ ਵਧੀਆ ਕਰ ਸਕਦਾ ਹੈ ਨਾ। ਹਾਂ, ਵੱਡਾ ਸ਼ੋਰੂਮ, ਟੌਪ ਦਾ ਸ਼ੋਰੂਮ ਹਨੋਈ ਰਾਜਧਾਨੀ ਦੇ ਵਿੱਚ 6000 ਰੁਪਏ ਦਾ। ਸਾਡੇ ਤਾਂ ਉਹ ਮਿਲੇ ਨਾ 6 ਲੱਖ ਦਾ ਭਾਰਤ ਦੇ ਵਿੱਚ। ਦਿੱਲੀ ਦੇ ਵਿੱਚ 6 ਲੱਖ ਰੁਪਏ। ਆਮ ਬੰਦੇ ਦਾ ਖਰਚਾ ਕਿੰਨਾ ਹੈਗਾ ਫਿਰ ਉਹਦੇ ਮੁਤਾਬਕ? ਆਮ ਬੰਦੇ ਦਾ ਦੇਖੋ, ਪੜ੍ਹਾਈ ਦੇ ਕੋਈ ਖਰਚਾ ਨਹੀਂ, ਟੋਟਲੀ ਫ੍ਰੀ ਹੈ। ਮੈਡੀਕਲ ਦੇ ਕੋਈ ਖਰਚਾ ਨਹੀਂ, ਟੋਟਲ ਮੰਥਲੀ ਦਾ ਖਰਚਾ ਕਿੰਨਾ ਹੈਗਾ? ਜਿਹੜੇ ਫ੍ਰੀ ਆ ਉਹਦੇ ਤੋਂ ਬਾਅਦ ਚ ਟੋਟਲ ਮੰਥਲੀ ਖਰਚਾ ਕੀ ਆਦਾ? ਟੋਟਲ ਦੇਖੋ ਜੀ, ਜਿਹੜਾ ਉੱਥੇ ਮਜ਼ਦੂਰ ਦੀ ਜੇ ਕਹੀਏ ਐਵਰੇਜ ਮਜ਼ਦੂਰ ਘੱਟ ਤੋਂ ਘੱਟ ਕਿੰਨਾ ਕਮਾਉਂਦਾ, ਉੱਥੇ ਇੰਡੀਆ ਦਾ 10,000 ਰੁਪਏ ਮਜ਼ਦੂਰ ਕਮਾਉਂਦਾ ਘੱਟ ਤੋਂ ਘੱਟ। ਤੇ ਉਹਦਾ ਰਹਿਣ ਦਾ ਖਰਚਾ 3-4 ਹਜ਼ਾਰ ਤੋਂ ਵੱਧ ਨਹੀਂ ਹੈ। ਜੇ ਉਹ ਪੂਰਾ ਇੰਜੋਏ ਕਰਦੇ ਆ ਖਾਣ ਪੀਣ ਦੇ ਉੱਤੇ, ਸਿਰਫ ਖਾਣ ਪੀਣ ਦਾ ਖਰਚਾ। ਤੇ ਖਾਣਾ ਪੀਣਾ ਵੀ ਭਾਰਤ ਨਾਲੋਂ ਸਸਤਾ ਹੀ ਹੈ, ਮਹਿੰਗਾ ਨਹੀਂ ਹੈ। ਖਾਣਾ ਪੀਣਾ, ਰਹਿਣਾ, ਪੜ੍ਹਾਈ ਲਿਖਾਈ, ਮੈਡੀਕਲ ਭਾਰਤ ਨਾਲੋਂ ਸਸਤੀ ਹੈ। ਜੇ ਇੰਡੀਆ ਦੇ ਵਿੱਚ ਇੱਕ 10,000 ਰੁਪਏ ਮਜ਼ਦੂਰ ਲਾਉਂਦਾ, ਉਹਨੂੰ ਬੱਚੇ ਨੂੰ ਪ੍ਰਾਈਵੇਟ ਸਕੂਲ 'ਚ ਪੜ੍ਹਨਾ ਪੈਂਦਾ, ਉਹਨੂੰ ਮੈਡੀਕਲ ਦੇ ਉੱਤੇ ਖੁਦ ਖਰਚਾ ਕਰਨਾ ਪੈਂਦਾ, ਉਹਨੂੰ ਟਰਾਂਸਪੋਰਟ ਤੇ ਖਰਚਾ ਕਰਨਾ ਪੈਂਦਾ। ਉਹਨਾਂ ਦਾ ਖਰਚਾ ਹੀ ਹੈ ਨਹੀਂ। ਮੈਂ ਸਮਝਦਾ 10,000 ਇੰਡੀਆ ਦੇ ਮਿਲਦਾ ਹੋਗਾ, ਉਹਨਾਂ ਦਾ ਖਰਚਾ 4,000 ਨਹੀਂ ਆਉਂਦਾ ਜਾਂ 6,000 ਨਹੀਂ ਆਉਂਦਾ। ਉਹਨਾਂ ਕੋਲ ਬੱਚਤ ਹੋ ਜਾਂਦੀ ਹੈ। ਪੈਸੇ ਤਾਂ ਉਹ ਕੀ ਕਰਨਗੇ ਜਦੋਂ ਉਹ ਪ੍ਰਾਪਰਟੀ ਖਰੀਦ ਨਹੀਂ ਸਕਦੇ ਤੇ ਖਰਚਾ ਉਹਨਾਂ ਦਾ? ਇਸ ਕਰਕੇ ਉਹ ਜਸ਼ਨ ਮਨਾਉਂਦੇ ਆ ਰੋਜ਼ ਡਿਨਰ ਤੋਂ 6 ਵਜੇ ਤੋਂ ਬਾਅਦ ਉਹ ਜਸ਼ਨ ਹੀ ਮਨਾਉਂਦੇ ਆ, ਘੁੰਮਦੇ ਆ, ਫਿਰਦੇ ਆ, ਇੰਜੋਏ ਕਰਦੇ ਆ, ਇਕੱਠੇ ਬੈਠ ਕੇ ਸ਼ਰਾਬ ਪੀਂਦੇ ਆ, ਥੋੜੀ ਬਹੁਤ ਜਿੰਨੀ ਪੀਂਦੀ। ਆਮ ਨਸ਼ੇ ਨਹੀਂ ਸਾਡੇ ਭਾਰਤ। ਉਹਨਾਂ ਨੂੰ ਕੰਮ ਕਰਨ ਦੀ ਨਹੀਂ ਜ਼ਰੂਰਤ ਪੈਂਦੀ ਬਾਹਲਾ, ਜਾਣੀ ਕਿ ਉਹ ਕੰਮ ਹੀ ਬਿਲਕੁਲ ਘੱਟ ਕਰਦੇ ਆ। ਔਰ ਪੈਸਾ ਜਮਾ ਨਹੀਂ ਕਰ ਸਕਦੇ। ਹਾਂਜੀ, ਹਾਂ, ਨਹੀਂ ਪੈਸੇ ਜਮਾ ਨਹੀਂ ਕਰ ਸਕਦੇ। ਹਾਂਜੀ, ਨਹੀਂ ਕਰ ਲੈਣ, ਕੰਮ ਕਿੱਥੇ ਆਣਗੇ? ਪੈਸੇ ਮਿੱਟੀ ਹੈ, ਕੰਮ ਕਿੱਥੇ ਆਣਗੇ? ਉਹਨਾਂ ਸਿਸਟਮ ਇਹਨਾਂ ਕਰ ਲਿਆ, ਸਿਰਫ ਕਰਕੇ ਰੱਖੀ ਚੱਲੋ ਤਾਂ ਫਾਇਦਾ ਕੋਈ ਨਹੀਂ ਨਾ। ਕੋਈ ਫਾਇਦਾ ਨਹੀਂ। ਇੱਥੇ ਤੁਹਾਡੇ ਬੈਂਕਾਂ 'ਚ ਪਏ, ਮੰਨ ਲਓ 10 ਕਰੋੜ ਰੁਪਏ ਤੁਸੀਂ ਮਰ ਗਏ ਤਾਂ ਬੈਂਕ 'ਚ ਰਹੇ ਨੇ। ਉਹ ਤਾਂ ਲਾਈਫ ਨੂੰ ਇੰਜੋਏ ਕਰਦੇ ਆ। ਮੈਨੂੰ ਬੜਾ ਪਸੰਦ ਆਇਆ। ਤੇ ਮੈਨੂੰ ਖਾਸ ਜਿਹੜੀ ਗੱਲ ਲੱਗੀ, ਹੁਣ ਭਾਰਤ ਨਾਲ ਮੈਂ ਤੁਲਨਾ ਕਰਾਂ, ਲਾਕਡਾਊਨ ਜਿਹੜੇ ਮਜ਼ਦੂਰ ਕੀੜੇ ਮਕੌੜੇ ਬਣੇ ਹੋਏ ਆ, ਭੁੱਖ ਨਾਲ ਮਰਦੇ ਆ, ਉੱਥੇ ਏਦਾਂ ਦਾ ਕੁਝ ਵੀ ਨਹੀਂ। ਠੀਕ ਹੈ, ਗਰੀਬੀ ਉਸ ਦੇਸ਼ 'ਚ, ਗਰੀਬੀ ਕਿਵੇਂ ਕਿ ਅਰਬਪਤੀ ਨਹੀਂ ਆ, ਹਰੇਕ ਬੰਦੇ ਕੋਲ ਮਹਿੰਗੀਆਂ ਕਾਰਾਂ ਨਹੀਂ। ਹੁਣ ਤਾਂ ਆ ਗਈਆਂ ਬਹੁਤ ਸਾਰੀਆਂ ਕਾਰਾਂ, ਸਕੂਟਰ, ਮੋਟਰਸਾਈਕਲ। ਕਦੇ ਸਾਈਕਲ ਹੀ ਘੁੰਮਦੇ ਸੀ ਉੱਥੇ 90-95 ਬ੍ਰਾਂਡ। ਹੁਣ ਟੌਪ ਦੀਆਂ ਕਾਰਾਂ, ਟੌਪ ਦੇ ਸਕੂਟਰ, ਮੋਟਰਸਾਈਕਲ ਉਹ ਹੈਗੇ ਆ। ਉਹ ਕਿਵੇਂ ਮਿਲਦੇ ਸਰਕਾਰੀ ਕੰਟਰੋਲ ਦੇ ਨਾਲ, ਉਹ ਅਲੱਗ ਗੱਲ ਹੈ। ਉੱਥੇ ਲੋਕਾਂ ਕੋਲ ਹੈਗੇ ਆ। ਤੇ ਟਰਾਂਸਪੋਰਟ ਸਿਸਟਮ ਸਰਕਾਰ ਦਾ ਬਹੁਤ ਜ਼ਿਆਦਾ ਵਧੀਆ ਹੈਗਾ ਉੱਥੇ, ਤੇ ਪੈਸੇ ਉਸ ਤਰ੍ਹਾਂ ਦਾ ਨਹੀਂ ਖਰਚਦੇ। ਅੱਛਾ, ਜਿਹੜਾ ਬਾਹਰੋਂ ਗੱਡੀਆਂ ਜਾ ਰਹੀਆਂ ਨੇ ਉਹ ਗਵਰਨਮੈਂਟ ਦੇ ਥਰੂ ਹੋ ਕੇ ਵਿਕਣਗੀਆਂ, ਸਿੱਧੀ ਨਹੀਂ ਵਿਕ ਸਕਦੀ? ਸਿੱਧੀ ਨਹੀਂ ਵਿਕਦੀ, ਪਰ ਉੱਥੇ ਹੈ ਬਹੁਤ ਹੈ। ਸਰਕਾਰ ਮਤਲਬ ਕੰਮ ਦੇ ਮੁਤਾਬਕ ਗੱਡੀਆਂ ਦਿੱਤੀਆਂ ਹੋਈਆਂ ਸਰਕਾਰ ਨੇ। ਜਿਹਦਾ ਜਿੱਦਾਂ ਦਾ ਕੰਮ ਹੈ, ਘੁੰਮਣ ਫਿਰਨ ਨੂੰ ਸਰਕਾਰ ਦੀ ਸਹੂਲਤ ਪੂਰੀ ਹੈ। ਮਤਲਬ ਇਹ ਨਹੀਂ ਮੈਂ ਕਰੋੜਾਂ ਰੁਪਏ ਇਕੱਠੇ ਕਰਕੇ ਆਪ ਕੋਈ ਮਰਸੀਡੀਜ਼ ਕਾਰ ਲੈ ਲਾਂ। ਜੇ ਉਹਨੂੰ ਲੱਗਦਾ ਮਰਸੀਡੀਜ਼ ਦੀ ਲੋੜ ਹੈ ਤਾਂ ਮਿਲਦੀ ਹੈ ਉੱਥੇ। ਤੇ ਮੈਂ ਆਪਣੇ ਟਰੈਕਟਰ ਲੈ ਲਾਂ, ਜਾਂ ਆਪਣੀ ਕੰਬਾਈਨਾਂ ਲੈ ਲਾਂ, ਜਾਂ ਆਪਣੇ ਫਲੈਟ ਲੈ ਲਾਂ, ਕੋਠੀਆਂ ਲੈ ਲਾਂ, ਕੁਛ ਨਹੀਂ ਹੈਗਾ ਇੱਥੇ। ਇਸ ਕਰਕੇ ਉਹ ਇਨਸਾਨ ਬਰਾਬਰ ਹੈ। ਠੀਕ ਹੈ, ਕਰੋੜਪਤੀ ਨਹੀਂ, ਪਰ ਜੇ ਗਰੀਬੀ ਨਾਲ ਤੁਲਨਾ ਕਰੀਏ, ਜਿਹੜੇ ਭਾਰਤ ਦੇ ਗਰੀਬ ਹੈ, ਜਿੱਦਾਂ ਆਮ ਸਾਡੇ ਕਲਰਕ ਦੇ, ਸਰਕਾਰੀ ਕਲਰਕ ਦਾ ਲਾਈਫ ਸਟਾਈਲ ਹੈ, ਉੱਥੇ ਸਭ ਤੋਂ ਡਾਊਨ ਜਿਹੜਾ ਮਜ਼ਦੂਰ ਆ ਉਹਦਾ ਲਾਈਫ ਸਟਾਈਲ ਇੱਕ ਆਮ ਕਲਰਕ ਵਰਗਾ ਹੈਗਾ। ਤੇ ਕਲਰਕ ਭਾਰਤ ਦੇ ਵਿੱਚ ਵਧੀਆ ਗੱਲ ਮੰਨੀ ਜਾਂਦੀ ਹੈ। ਜੇ ਪੀਐਨ ਹੋਵੇ ਸਰਕਾਰੀ, ਜਾਂ ਸਰਕਾਰੀ ਕਲਰਕ ਹੋਵੇ, ਅੱਛਾ ਲਾਈਫ ਸਟਾਈਲ ਹੁੰਦਾ ਉਹਦਾ। ਤੇ ਉੱਥੇ ਪਿੰਡਾਂ ਦੇ ਵਿੱਚ ਵੀ ਮਜ਼ਦੂਰਾਂ ਦਾ ਅੱਛਾ ਲਾਈਫ ਸਟਾਈਲ ਹੈ। ਸਭ ਤੋਂ ਵੱਡੀ ਗੱਲ ਹੈ ਵੀ ਇਨਸਾਨ ਨੂੰ ਇਨਸਾਨ ਸਮਝਿਆ ਜਾਂਦਾ, ਇਨਸਾਨ ਨੂੰ ਤੇ ਰੱਬ ਸਮਝਿਆ ਜਾਂਦਾ। ਇਹ ਮੈਨੂੰ ਖਾਸ ਗੱਲ ਲੱਗੀ ਸੀ। ਤੇ ਵਾਤਾਵਰਨ, ਪੌਣ ਪਾਣੀ ਬੜਾ ਵਧੀਆ, ਜਿਹੜੇ ਸਰ ਜੀ ਆਮ ਕਾਰਪੋਰੇਟ ਘਰਾਣੇ ਆ, ਕਾਰਪੋਰੇਸ਼ਨ ਆ, ਜਿਹੜੀਆਂ ਬਾਕੀ ਕੰਟਰੀਆਂ ਦੁਨੀਆ ਦੇ ਵਿੱਚ ਸਾਰੇ ਕਿਤੇ ਚੱਲ ਰਹੀਆਂ ਨੇ, ਉਹ ਉੱਥੇ ਵੀ ਜੀ ਬਿਜ਼ਨਸ ਖੋਲ ਰਹੇ ਆ ਜਾਂ ਨਹੀਂ? ਹਾਂਜੀ, ਹਾਂ, ਬਿਜ਼ਨਸ ਖੋਲ ਰਹੇ ਆ ਉੱਥੇ। ਹੁਣ ਖੋਲਣ ਲੱਗ ਪਏ ਬਿਜ਼ਨਸ। ਪ੍ਰੋਪਰਟੀ ਨਹੀਂ ਉਹ ਬਣਾ ਸਕਦੇ, ਕਮਾ ਰਹੇ ਆ। ਉਹ ਕਮਾਈ ਕਿਵੇਂ ਬਾਹਰ ਲੈ ਕੇ ਜਾਂਦੇ ਹੋਣਗੇ ਜਾਂ ਕਿਵੇਂ ਇਨਵੈਸਟ ਕਰਦੇ ਆ, ਉਹ ਮੈਨੂੰ ਉਸ ਗੱਲ ਦੀ ਸਮਝ ਨਹੀਂ ਹੈਗੀ। ਮੈਂ ਜ਼ਿਆਦਾ ਸਟੱਡੀ ਨਹੀਂ ਕੀਤੀ। ਕਾਰਪੋਰੇਟ ਬਿਜ਼ਨਸ ਕਰਨ ਦੀ ਉਹਨਾਂ ਨੂੰ ਇਜਾਜ਼ਤ ਮਿਲ ਗਈ ਆ?
ਬਿਜ਼ਨਸ ਕਰਨ ਦੀ ਇਜਾਜ਼ਤ ਮਿਲ ਗਈ ਹੈ। ਮੈਂ ਜਿਹੜੀ 에ਅਰਲਾਈਨ ਦੇਖੀ ਹੈ, ਵੀਅਤਨਾਮ 에ਅਰਲਾਈਨ ਦੁਨੀਆ ਦੀ ਟੌਪ ਦੀ 에ਅਰਲਾਈਨ ਚੋਂ ਹੈ। ਸਾਫ ਸਫਾਈ ਆ, ਜਹਾਜ਼ ਕਿੰਨੇ ਕੁ ਵਧੀਆ, ਉਹਦੀ ਮਾਲਕ ਇੱਕ ਕੁੜੀ ਹੈ ਜਿਹੜੀ ਪਹਿਲੇ ਇਹਨੇ ਰਸ਼ੀਆ ਭੇਜੀ ਸੀ ਪੜ੍ਹਨ ਵਾਸਤੇ, ਰਸ਼ੀਆ ਤੋਂ ਉਹਨੇ ਅਮਰੀਕਾ ਦੇ ਵਿੱਚ ਸਿੱਖਿਆ ਤੇ ਉਹਨੇ 에ਅਰਲਾਈਨ ਸਰਕਾਰ ਨਾਲ ਮਿਲ ਕੇ ਖੜੀ ਕੀਤੀ। ਟੌਪ ਦੀ 에ਅਰਲਾਈਨ ਹੈ। ਮੈਂ ਉਸ ਲੇਡੀ ਨੂੰ ਵੀ ਮਿਲਿਆ ਉੱਥੇ ਰਾਸ਼ਟਰਪਤੀ ਦੇ ਨਾਲ, ਤੇ ਜਿਹਨੇ ਕਿਹੜੀ ਸਰਕਾਰ ਨਾਲ ਰਲ ਕੇ, ਉੱਥੋਂ ਦੀ ਸਰਕਾਰ ਨਾਲ, ਵੀਅਤਨਾਮ ਦੀ ਸਰਕਾਰ ਨਾਲ। ਹਾਂਜੀ ਹਾਂ, ਵੀਅਤਨਾਮ ਦੀ ਸਰਕਾਰ ਨਾਲ। ਪਹਿਲੇ ਉਹ ਕੁੜੀ ਪੜ੍ਹਨ ਵਾਸਤੇ ਰਸ਼ੀਆ ਗਈ, ਰਸ਼ੀਆ ਤੋਂ ਬਾਅਦ ਉਹਨੇ ਯੂਰਪ ਘੁੰਮ ਕੇ, ਜਾਪਾਨ ਘੁੰਮ ਕੇ ਦੇਖਿਆ ਤੇ ਅਮਰੀਕਾ ਘੁੰਮ ਕੇ ਦੇਖਿਆ। ਫਿਰ ਉਹਨੇ ਵੀਅਤ ਜੈਟ ਨਾਮ ਦੀ ਜਿਹੜੀ ਕੰਪਨੀ ਸ਼ੁਰੂ ਕੀਤੀ ਤੇ ਅੱਜ ਟੌਪ ਦੀ 에ਅਰਲਾਈਨ ਜੀ ਇੱਕ ਹੈ ਵੀਅਤ ਜੈਟ ਜਿਹੜੀ ਹੈਗੀ ਹੈ। ਤੇ ਉਹ ਜਿਹੜੀ ਕੁੜੀ ਸੀ ਜੀ, ਉਹ ਕਿਸੇ ਗਵਰਨਮੈਂਟ ਦੇ ਕਿਸੇ ਵੱਡੇ ਜਾਂ ਨੇਤਾ ਦੀ ਜਾਂ ਅਫਸਰ ਦੀ ਕੁੜੀ ਸੀ ਜਾਂ ਨਾਰਮਲ ਕੁੜੀ ਸੀ? ਦੇਖੋ ਉੱਥੇ ਵੱਡੇ ਵੱਡੇ ਦਾ ਗੱਲ ਹੀ ਨਹੀਂ ਹੈ। ਉੱਥੇ ਉਹਦੀ ਜਿਹੜੀ ਕਾਬਲੀਅਤ ਹੈ, ਕਾਬਲ ਬੱਚਿਆਂ ਨੂੰ ਬਾਹਰ ਭੇਜਿਆ ਜਾਂਦਾ ਤੇ ਕਾਬਲ ਬੱਚਿਆਂ ਨੂੰ ਹਰ ਕਿਸੇ ਦੇ ਸੋਚ ਲੈਂਦੇ ਆ ਤੇ ਉੱਥੇ ਕਾਬਲੀਅਤ ਹੀ ਹੈ ਸਭ ਕੋਲ। ਜੇ ਮਨਜ਼ੂਰ ਆ ਉਹ ਵੀ ਕਾਬਲ ਹੈ, ਦੇ ਪੀਨ ਹੈ, ਕਲਰਕ ਉਹ ਵੀ ਬਰਾਬਰ ਹੀ ਹੈ। ਸਾਰਾ ਕੁਝ ਕੋਈ ਔਖਾ ਨਹੀਂ ਹੈ। ਇਹ ਨਹੀਂ ਕਿ ਇੱਕ ਬੰਦਾ ਬਹੁਤ ਜ਼ਿਆਦਾ ਕਮਾ ਰਿਹਾ, ਘੱਟ ਕਮਾ ਰਿਹਾ। ਆਮ ਜਿਹੜੀ ਸੈਲਰੀ ਆ ਉੱਥੇ ਇੰਡੀਆ ਦੇ 10,000 ਰੁਪਏ ਹੈ ਤੇ ਟੌਪ ਦੇ ਅਫਸਰਾਂ ਦੀ ਸੈਲਰੀ ਹੈ 35,000 ਰੁਪਏ ਹੈ। $500 ਜਿਹੜੀ ਹੈਗੀ ਹੈ ਟੌਪ ਦੀ ਸੈਲਰੀ। ਆਮ ਜਿਹੜੀ ਮਜ਼ਦੂਰ ਦੀ ਸੈਲਰੀ ਹੈ ਘੱਟ ਤੋਂ ਘੱਟ ਉਹ $150 ਪੌਣੇ $200 ਹੈਗੀ ਆ ਤੇ $200 ਤੇ $500 ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈਗਾ ਤੇ ਬਰਾਬਰ ਆ ਸਾਰੇ ਉੱਤੇ। ਹਾਂ, ਜਿਹਦੇ ਕਾਬਲੀਅਤ ਹੈ ਉਹ ਭਾਵੇਂ ਰਾਸ਼ਟਰਪਤੀ ਤੱਕ ਪਹੁੰਚ ਜੇ, ਉਹ ਭਾਵੇਂ ਜਿੱਦਾਂ ਮਰਜ਼ੀ ਬਿਜ਼ਨਸ ਕਰ ਲੇ ਜੀ। ਜੇ ਨਹੀਂ ਕਾਬਲੀਅਤ ਠੀਕ ਆ ਹੋਗੀ ਨਾ ਜੀ। ਪਰ ਜਿੱਦਾਂ ਸਾਡੇ ਅੰਗਰੇਜ਼ ਆਏ ਸੀ ਇੰਡੀਆ ਦੇ ਵਿੱਚ ਤੇ ਉਹਨਾਂ ਨੇ ਆਣ ਕੇ ਤੇ ਪਹਿਲਾਂ ਵਪਾਰ ਕਰਿਆ ਤੇ ਵਪਾਰ ਕਰਦੇ ਕਰਦੇ ਹੌਲੀ ਹੌਲੀ ਵੱਧ ਗਏ। ਕੀ ਇੱਥੇ ਇਹ ਚਾਂਸ ਹੈਗੇ ਆ ਵੀ ਜਿਵੇਂ ਉੱਥੇ ਇੰਡੀਅਨ ਵਪਾਰੀ ਤੁਸੀਂ ਦੱਸਿਆ ਵੀ ਹੈਗੇ ਆ ਤੇ ਬਹੁਤ ਵੱਡੇ ਵੱਡੇ ਵਪਾਰੀ ਆ, ਉਹਨਾਂ ਦਾ ਕਾਰੋਬਾਰ ਵੱਧ ਰਿਹਾ ਅੱਗੇ ਨੂੰ? ਦੂਸਰੀ ਗੱਲ, ਜਿਹੜੀਆਂ ਬਾਹਰੋਂ ਕਾਰਪੋਰੇਸ਼ਨਾਂ ਜਾ ਕੇ ਤੇ ਉੱਥੇ ਬਿਜ਼ਨਸ ਕਰ ਰਹੀਆਂ ਨੇ, ਕੀ ਆਉਣ ਵਾਲੇ ਸਮੇਂ ਦੇ ਵਿੱਚ ਏਦਾਂ ਚਾਂਸ ਹੈਗੇ ਆ ਵੀ ਹੋਰ 100 ਸਾਲ ਨੂੰ, 50 ਸਾਲ ਨੂੰ? ਦੇਖੋ ਵੈਸੇ ਤਾਂ ਚਾਂਸ ਲੱਗਦੇ ਨੇ ਕਿ ਜਿਹੜਾ ਗਵਰਨਮੈਂਟ ਇਹ ਆਪਦੀ ਮਰਜ਼ੀ ਦੀ ਬਣਾ ਜਾਣ। ਨਹੀਂ, ਇਹ ਪੋਸੀਬਿਲਿਟੀ ਹੋ ਸਕਦੀ ਹੈ ਕਿਉਂਕਿ ਰੂਸ ਦੇ ਵਿੱਚ ਹੋ ਗਿਆ ਸੀ, USSR ਟੁੱਟ ਕੇ ਅਮਰੀਕਾ ਦੀ ਦਖਲਅੰਦਾਜ਼ੀ ਨਾਲ ਟੁੱਟ ਗਿਆ ਸੀ। ਪਰ ਉੱਥੇ ਇੰਨਾ ਖਤਰਾ ਦੁਨੀਆ ਨੂੰ ਜਾਂ ਅਮਰੀਕਾ ਨੂੰ ਹੁਣ ਨਹੀਂ ਰਿਹਾ ਤੇ ਠੀਕ ਹੈ, ਇਹਨਾਂ ਲੋਕਾਂ ਨੇ ਵਪਾਰ ਕਰਨਾ, ਵਪਾਰ ਦੀ ਉਸ ਤਰ੍ਹਾਂ ਦੀ ਖੁੱਲ੍ਹ ਹੈਗੀ ਹੈ ਪਰ ਕੰਟਰੋਲ ਸਰਕਾਰੀ ਹੈ। ਇਹ ਨਹੀਂ ਹੈ ਕਿ ਅਰਬਾਂ ਇਕੱਠਾ ਕਰਕੇ ਉੱਥੇ ਕੋਈ ਕਬਜ਼ਾ ਕਰ ਲੈਣਗੇ। ਸਰਕਾਰ ਦੀ ਮਰਜ਼ੀ 1 ਮਿੰਟ ਦੇ ਵਿੱਚ ਜਿੱਦਾਂ ਕੋਈ ਵੈਬਸਾਈਟ ਬੰਦ ਕਰਨੀ ਹੈ, ਲੌਗ ਆਊਟ ਕਰ ਦਿਓ, ਉਹ 1 ਮਿੰਟ 'ਚ ਬੰਦ ਕਰ ਸਕਦੀ ਹੈ। ਉਹਨਾਂ ਦੇ ਰੂਲ ਕਾਨੂੰਨ ਦੇ ਮੁਤਾਬਕ ਕੰਮ ਕਰਨਾ ਪੈਂਦਾ। ਉਹਨਾਂ ਦੇ ਕੰਪਨੀਆਂ ਦੇ ਆਪਣੇ ਕਾਨੂੰਨ ਨਹੀਂ ਚੱਲ ਸਕਦੇ ਉੱਥੇ ਤੇ ਆਜ਼ਾਦੀ ਹੈਗੀ ਕੰਮ ਕਰਨ ਦੀ, ਪਰ ਜਦੋਂ ਲੱਗੇ ਵੀ ਦੇਸ਼ ਨੂੰ ਖਤਰਾ ਉਹ ਕਦੇ ਵੀ ਬੰਦ ਕਰ ਦੇਣਗੇ ਕਿਉਂਕਿ ਉਹਨਾਂ ਦੀ ਇਹਨਾਂ ਨੂੰ ਵਪਾਰ ਉਹਨਾਂ ਹੀ ਕਰਨ ਦਿੰਦੇ ਆ ਜਿੰਨੇ ਦੀ ਠੀਕ ਆ ਵੀ ਇਹਨਾਂ ਵਾਸਤੇ ਵੀ ਤੇ ਉਹ ਕੰਟਰੀ ਵਾਸਤੇ ਵੀ ਠੀਕ ਆ, ਉਹਨਾਂ ਵਪਾਰ ਕਰਨ ਦਿੰਦੇ ਆ ਵੀ ਗਾਹ ਨਹੀਂ ਵਧਣ ਦੇਣਗੇ ਇਹਨਾਂ ਨੂੰ। ਮਤਲਬ ਵਪਾਰ ਨੂੰ ਦੇਖਦੇ ਵੀ ਉਹਨਾਂ ਦੇ ਲੋਕਾਂ ਨੂੰ ਫੈਸਿਲਿਟੀ ਕਿਵੇਂ ਮਿਲੇਗੀ ਤੇ ਵਪਾਰ ਦੇ ਨਾਲ ਉਸ ਦੇਸ਼ ਦੇ ਵਿੱਚ ਤਰੱਕੀ ਕਿਵੇਂ ਹੋਏਗੀ ਤੇ ਵਪਾਰ ਦੇ ਨਾਲ, ਉਹ ਇਸ ਗੱਲ ਨੂੰ ਮੁੱਖ ਰੱਖਦੇ ਆ। ਜੇ ਲੱਗਦਾ ਦੇਸ਼ ਨੂੰ ਨੁਕਸਾਨ ਕਰਦਾ ਉਹ ਇਜਾਜ਼ਤ ਨਹੀਂ ਦਿੰਦੇ ਤੇ ਉਹ ਹੋ ਸਕਦਾ ਕੱਢ ਦਿੰਦੇ ਹੋਣ ਉਤੋਂ। ਜੇ ਕੋਈ ਕਰਪਸ਼ਨ ਕਰਦਾ ਤਾਂ ਉਹਦੇ ਜਾਇਦਾਦ ਤੇ ਕਬਜ਼ਾ ਵੀ ਕਰ ਲੈਂਦੇ ਹੋਣਗੇ। ਕਰਦੇ ਹੀ ਆ ਤਾਂ ਮੈਂ ਦੇਖਿਆ ਜਿੱਦਾਂ ਇੱਕ ਮਿਨਿਸਟਰ ਨੇ ਕਰਪਸ਼ਨ ਕੀਤੀ ਸੀ ਕੁਝ, ਉਹ ਤਾਂ ਪਹਿਲਾਂ ਹੀ ਉਹਦੇ ਚ ਡੀਲਾਂ ਹੋ ਜਾਣਗੀਆਂ ਨਾ, ਕੰਟਰੈਕਟ ਸਾਈਨ ਜਦੋਂ ਹੋਣਗੇ ਤੇ ਉਹਦੇ ਵਿੱਚ ਹੀ ਡੀਲਾਂ ਹੋ ਜਾਣਗੀਆਂ ਵੀ ਜੇ ਤੂੰ ਇੱਥੇ ਕੋਈ ਗੜਬੜ ਕਰੇਗਾ ਤੇ ਤੇਰਾ ਜਿਹੜਾ ਕਾਰੋਬਾਰ ਉਹਨੂੰ ਗਵਰਨਮੈਂਟ ਲੈ ਲੂਗੀ ਆਪਦੇ ਅੰਡਰ। ਹਾਂ ਠੀਕ ਆ, ਕੋਈ ਬੰਦਾ ਸਵਿਸ ਬੈਂਕ 'ਚ ਹੋ ਸਕਦਾ ਕੋਈ ਖਾਤਾ ਖੁਲਾਉਂਦਾ ਹੋਵੇ, ਵਿਦੇਸ਼ਾਂ 'ਚ ਖਾਤੇ ਖੁਲਾਉਂਦੇ ਹੋਣ, ਪਰ ਉਹਨੂੰ ਦੇਸ਼ ਛੱਡ ਕੇ ਜਾਣਾ ਪਏਗਾ ਨਾ, ਮੁੜ ਕੇ ਦੇਸ਼ ਤਾਂ ਨਹੀਂ ਵੜ ਸਕਦਾ ਤੇ ਉਹਦੇ ਬੱਚਿਆਂ ਨੂੰ ਬਾਹਰਲੀ ਕੰਪਨੀ ਉੱਥੇ ਜਾ ਕੇ ਕੋਈ ਕਾਰਪੋਰੇਟ ਘਰਾਣਾ ਉੱਥੇ ਜਾ ਕੇ ਬਿਜ਼ਨਸ ਕਰੂਗਾ ਤੇ ਉਹਦੇ ਨਾਲ ਅਗਲੇ ਡੀਲ ਕਰ ਸਕਦੇ ਆ ਵੀ ਭਾਈ ਤੇਰਾ ਕਾਰੋਬਾਰ ਖੋਲਾਂਗੇ ਜੇ ਇੱਥੇ ਕੋਈ ਗੱਲਬਾਤ ਕਰੇਗਾ। ਨਹੀਂ, ਉਹ ਸਾਰਾ ਕੁਝ ਹੁੰਦਾ ਉਹਨਾਂ ਦੀ ਸ਼ਰਤਾਂ ਨਾਲ ਹੀ ਬਿਜ਼ਨਸ ਹੁੰਦਾ, ਉਹ ਆਪਣੀ ਸ਼ਰਤਾਂ ਦੇ ਬਿਜ਼ਨਸ ਕਰਾਉਂਦੇ ਆ, ਉਸ ਤਰੀਕੇ ਨਾਲ ਹੀ ਹੋ ਰਿਹਾ। ਤੇ ਜਿਹੜੀ ਟੈਕਨੋਲੋਜੀ ਦੇ ਵਿੱਚ ਗੱਲ ਹੈ ਇਸ ਸਮੇਂ ਸਾਊਥ ਕੋਰੀਆ ਤੇ ਜਾਪਾਨ ਪੂਰਾ ਗਾਈਡ ਕਰ ਰਿਹਾ ਉਸ ਦੇਸ਼ ਨੂੰ ਤੇ ਸਿੰਗਾਪੁਰ ਪੂਰਾ ਗਾਈਡ ਕਰ ਰਿਹਾ ਉਸ ਦੇਸ਼ ਨੂੰ। ਉਹ ਹੁਣ ਅੱਗੇ ਵੱਧਦੇ ਜਾ ਰਹੇ ਆ। ਮਤਲਬ ਹੁਣ ਜੇ ਮੈਂ ਕਰਾਂ ਵੀ 10-15 ਸਾਲਾਂ 'ਚ 75 ਦੇ ਵਿੱਚ ਤਾਂ ਉਹ ਆਜ਼ਾਦ ਹੋਏ, ਉਸ ਤੋਂ ਬਾਅਦ ਗਰੀਬੀ ਭੋਗੀ, ਉਹਨਾਂ ਨੇ ਆਪਣੇ ਆਪ ਨੂੰ ਸਟੈਂਡ ਕੀਤਾ। ਜਿਹੜੀ ਨੀਂਹ ਹੈ ਉਹ ਨੀਂਹ ਮਜ਼ਬੂਤ ਕਰ ਲਈ ਆਪਣੇ ਦੇਸ਼ ਦੇ ਲੋਕਾਂ ਦੀ। ਉਹਨਾਂ ਨੇ ਬਈ ਐਜੂਕੇਸ਼ਨ ਦੇਤੀ, 100% ਪੜ੍ਹੇ ਲਿਖੇ ਲੋਕ, ਜਿੱਦਾਂ ਆਪਾਂ ਭਾਰਤ ਦੇ ਵਿੱਚ ਕਹਿੰਦੇ ਕੇਰਲ ਦੇ ਵਿੱਚ 100% ਪੜ੍ਹੇ ਲਿਖੇ ਲੋਕ ਹੈ। ਕੇਰਲ ਭਾਰਤ ਦੇ ਵਿੱਚ ਵਧੀਆ ਸੂਬਾ ਮੰਨਿਆ ਜਾਂਦਾ, ਅਨੁਸ਼ਾਸਨ ਵਾਲਾ ਸੂਬਾ ਮੰਨਿਆ ਜਾਂਦਾ, ਕੋਈ ਉੱਥੇ ਏਦਾਂ ਦੰਗੇ ਦੁੰਗੇ ਨਹੀਂ ਹੁੰਦੇ ਜਿੱਦਾਂ ਆਪਣੇ ਭਾਰਤ ਦੇ ਵਿੱਚ ਹੋ ਰਹੇ। ਇਸ ਤਰੀਕੇ ਨਾਲ ਉੱਥੇ 100% ਪੜ੍ਹੇ ਲਿਖੇ ਲੋਕ ਹੈ, ਉਹ ਮਜ਼ਬੂਤ ਨਹੀਂ ਕਰ ਲਈ ਉਹਨੇ। ਹੁਣ ਉਹ ਪੈਸਾ ਇਕੱਠਾ ਕਰਨੇ ਆ, ਮਹਿਲ ਖੜੇ ਕਰਨੇ ਆ ਹਨਾ, ਉਹ ਸਾਰਾ ਸਹੂਲਤਾਂ ਦੇਣ 'ਚ ਹੁਣ ਲੱਗ ਗਏ ਆ ਤੇ ਹੁਣ ਉਸ ਤਰ੍ਹਾਂ ਦੀ ਡਾਮਾਡੋਲ 100% ਪੜ੍ਹੇ ਲਿਖੇ ਕਹਿਣਾ ਤਾਂ ਜੀ ਕੁਛ ਹਾਰਡ ਹੀ ਲੱਗਦਾ ਵੀ ਇੰਨੀ ਜ਼ਿਆਦਾ ਪੜ੍ਹਾਈ ਵੀ ਕੋਈ ਵੀ ਬੰਦਾ ਅਨਪੜ੍ਹ ਨਹੀਂ ਹੈਗਾ। ਨਾ ਬਿਲਕੁਲ ਨਹੀਂ ਹੁੰਦਾ। ਨਾ ਅਨਪੜ੍ਹ ਉੱਤੇ ਹੈ ਹੀ ਨਹੀਂ ਕੋਈ, ਕਿਉਂਕਿ ਸਕੂਲਾਂ ਸਰਕਾਰੀ ਹੈ, ਕੰਪਲਸਰੀ ਹੈ, ਜ਼ਬਰਦਸਤੀ ਪੜ੍ਹਾਇਆ ਜਾਂਦਾ। ਮਤਲਬ ਇਹ ਨਹੀਂ ਹੈ ਕਿ ਇੱਕ ਬੰਦਾ ਉਹਦੇ ਮਾਂ-ਬਾਪ ਭੈਣ ਭਰਾ ਹੈ ਨਹੀਂ, ਉਹ ਇਕੱਲਾ ਲਵਾਰਸ ਬੱਚਾ ਤੇ ਅਨਪੜ੍ਹ ਰਹਿ ਜਾਏਗਾ, ਭੀਖ ਮੰਗੇਗਾ। ਗਵਰਨਮੈਂਟ ਜਿਹੜੀ ਪੜ੍ਹਾਈ ਕਰਾਉਣੀ ਆ ਵੀ ਬੇਸਿਕ ਪੜ੍ਹਾਈ ਜਿਹੜੀ ਹੈਵ ਟੂ ਹੈਵ ਲਾਜ਼ਮੀ ਆ, ਉਹ ਕਿੱਥੋਂ ਤੱਕ ਆ? ਉਹ 8ਵੀਂ ਜਾਂ 10ਵੀਂ ਤੱਕ ਦਾ ਸਟੈਂਡਰਡ ਜਿਹੜਾ ਹੈਗਾ ਉਹ ਮੇਰੇ ਯਾਦ ਨਹੀਂ ਵੀ 8ਵੀਂ ਕਿ 10ਵੀਂ ਹੈ, ਉਹ ਟੋਟਲ ਫ੍ਰੀ ਹੈ। ਹਾਇਰ ਐਜੂਕੇਸ਼ਨ ਵਾਸਤੇ ਫਿਰ ਉਹ ਜੇ ਕਾਬਲੀਅਤ ਤਾਂ ਹੀ ਨੇ। ਜਿਹੜੀ ਬੇਸਿਕ ਪੜ੍ਹਾਈ ਹੈ ਮੈਟ੍ਰਿਕ ਤੱਕ ਜਿੱਦਾਂ ਆਪਾਂ ਪੰਜਾਬ ਦੇ ਵਿੱਚ ਹੈ ਜਾਂ ਇੰਡੀਆ 'ਚ, ਉਹ ਉੱਥੇ ਫ੍ਰੀ ਹੈ, ਟੋਟਲੀ ਫ੍ਰੀ ਹੈ।
ਉਸ ਤੋਂ ਬਾਅਦ ਫਿਰ ਜਿਹੜੀ ਉਹਦੇ ਤੋਂ heritage- ਉੱਪਰ ਜਾਣਾ ਤੇ ਉਹ ਬੰਦੇ ਦੀ ਬਾਅਦ ਚ ਮਰਜ਼ੀ ਆ ਕਿ ਉਹ ਗਵਰਨਮੈਂਟ ਦੀ ਮਰਜ਼ੀ ਆ ਵੀ ਤੂੰ ਪੜ੍ਹਨ ਦੇ ਕਾਬਲ ਆ ਤੇ ਤੂੰ ਪੜ੍ਹੇਗਾ ਤੇ ਜਿਹੜਾ ਨਹੀਂ ਕਾਬਲ ਬੰਦੇ ਦੀ ਕਾਬਲੀਅਤ ਹੈ ਤੇ ਸਰਕਾਰ ਦੀ ਹੈਲਪ ਹੈ, ਮਤਲਬ ਰੋਕਿਆ ਨਹੀਂ ਜਾਂਦਾ। ਪਰ ਜੇ ਕੋਈ ਕਾਬਲੀਅਤ ਨਹੀਂ ਰੱਖਦਾ ਤੇ ਪਰ ਉਹਦੇ ਘਰ ਦੇ ਉਹਦੇ ਤੇ ਖਰਚਾ ਕਰ ਸਕਦੇ ਆ ਤੇ ਫਿਰ ਤਾਂ ਪੜ੍ਹ ਸਕਦਾ ਹੋਊਗਾ ਉਹ। ਨਹੀਂ ਉਹਨੇ ਰੁਜ਼ਗਾਰ ਲਈ ਪੜ੍ਹਨਾ, ਰੁਜ਼ਗਾਰ ਉਹਨੂੰ ਮਿਲ ਜਾਂਦਾ ਉਹਦੇ ਮੁਤਾਬਕ, ਜਿੱਦਾਂ ਦਾ ਰੁਜ਼ਗਾਰ ਕਰਨਾ। ਉਹ ਪੜ੍ਹ ਕੇ ਵੀ ਤੁਹਾਨੂੰ ਅਫਸਰ ਲੱਗਣਾ, ਅਫਸਰ ਲੱਗ ਕੇ ਪੈਸੇ ਕਮਾਣੇ ਤੇ ਲਾਈਫ ਨੂੰ ਇੰਜੋਏ ਕਰਨਾ। ਉਹ ਮਜ਼ਦੂਰ ਬਣ ਕੇ ਉਹ ਤਾਂ ਗੱਲ ਹੈ ਉਹ ਤਾਂ ਤੁਹਾਡੀ ਗੱਲ ਸਹੀ ਆ, ਪਰ ਕੋਈ ਬੰਦਾ ਚਾਹੁੰਦਾ ਨਾ ਵੀ ਮੈਂ ਚਲੋ ਦੂਸਰਾ ਬੰਦਾ 5 ਸਾਲਾਂ ਦੇ ਵਿੱਚ ਉਹੀ ਕੰਮ ਕਰ ਸਕਦਾ, ਮੈਂ 10 ਸਾਲਾਂ 'ਚ ਉਹੀ ਪੜ੍ਹਾਈ ਕਰ ਲੂੰਗਾ ਵੀ ਮੈਂ ਪੜ੍ਹਨਾ ਹੀ ਆ, ਤੇ ਕੀ ਇਹ ਸਹੂਲਤ ਹੈ ਵੀ ਉਹ ਆਪਦੀ ਮਰਜ਼ੀ ਨਾਲ ਪੜ੍ਹ ਸਕੇ? ਹਾਂ ਪੜ੍ਹ ਰਹੇ ਉੱਥੇ, ਜਿਹੜੀ ਯੂਨੀਵਰਸਿਟੀਆਂ ਭਰੀਆਂ ਪਈਆਂ ਉੱਥੇ ਪੜ੍ਹਦੇ ਆ, ਪਰ ਸਰਕਾਰ ਇੰਨਾ ਮਹਿੰਗਾ ਨਹੀਂ ਹੈ ਨਾ ਵੀ ਪੈਸੇ ਖਰਚੇ ਕਰਨੇ ਪੈਣ। ਇੱਕ ਲਿਮਟ ਦੇ ਵਿੱਚ ਮੰਨ ਲਓ ਇੱਥੇ 10 ਲੱਖ ਲੱਗਦਾ ਅਮਰੀਕਾ ਜਾਣ ਵਾਸਤੇ, ਆਈਲੈਟਸ ਕੈਨੇਡਾ ਜਾਣ ਵਾਸਤੇ, ਉੱਥੇ ਹੋ ਸਕਦਾ 10,000 ਲੱਗਦਾ ਹੋਵੇ। ਮਤਲਬ ਟੋਟਲ ਫ੍ਰੀ ਵਰਗਾ ਹੀ ਹੈ ਕਿ ਸਰਕਾਰ ਵੱਲੋਂ ਹੀ ਸਾਰਾ ਕੁਝ ਫ੍ਰੀ ਹੈਗਾ ਉੱਥੇ। ਕੋਈ ਏਦਾਂ ਬਾਹਰ ਵੀ ਜਾਂਦੇ ਆ, ਜਿਵੇਂ ਅਸੀਂ ਬਾਹਰ ਆਉਣੇ ਆ ਏਦਾਂ ਬਾਹਰ ਵੀ ਜਾਂਦੇ ਆ ਲੋਕ ਉੱਥੋਂ। ਬਾਹਰ ਸਰਕਾਰੀ ਪਾਬੰਦੀਆਂ ਨਾਲ ਜਾਂਦੇ ਹੋਣਗੇ, ਪੜ੍ਹਨ ਵਾਸਤੇ ਸਰਕਾਰ ਭੇਜਦੀ ਹੈ। ਤੇ ਅਮਰੀਕਾ 'ਚ ਵੀ ਵੀਅਤਨਾਮੀ ਲੋਕ ਆ, ਪੂਰੀ ਦੁਨੀਆ 'ਚ ਫੈਲੇ ਹੋਏ ਆ, ਭੱਜ ਕੇ ਤਾਂ ਜਾਂਦੇ ਹੋਣਗੇ, ਥੋੜੇ ਬਹੁਤ ਲੋਕ ਜਾਂਦੇ ਆ, ਉਹ ਤਾਂ ਬਹੁਤ ਜਾਂਦੇ ਆ। ਪਰ ਜਿਹੜੇ ਜ਼ਿਆਦਾਤਰ ਲੋਕ ਆ ਗਿਣਤੀ, ਬਹੁ ਗਿਣਤੀ ਆ, ਉਹ ਪੜ੍ਹਨ ਵਾਸਤੇ ਜਾਂਦੇ, ਉਹ ਵਾਪਸ ਆ ਜਾਂਦੇ ਵੀਅਤਨਾਮ 'ਚ। ਉਹ ਤਾਂ ਗਵਰਨਮੈਂਟ ਭੇਜਦੀ ਆ ਨਾ, ਜਿਵੇਂ ਟਾਟਾ ਭੇਜ ਰਿਹਾ ਅਮਰੀਕਾ ਦੇ ਵਿੱਚ, ਭੇਜ ਰਿਹਾ ਟਾਟਾ ਇੰਡੀਆ ਤੋਂ। ਨਹੀਂ ਹੋ ਸਕਦਾ ਇੱਥੋਂ ਵੀ ਗਵਰਨਮੈਂਟ ਨੇ ਭੇਜਿਆ ਹੋਵੇ, ਕੋਈ ਭੇਜਿਆ ਹੋਵੇ ਉੱਥੇ ਰੂਹ ਪੋਸ਼ ਹੋ ਜਾਏ ਅਮਰੀਕਾ ਜਾ ਕੇ, ਏਦਾਂ ਦਾ ਹੁੰਦਾ ਹੀ ਹੈ। ਕੁਛ ਨਾ ਕੁਛ ਜੀ ਚੱਲਣਾ ਹੀ ਆ ਨਾ ਥੋੜਾ ਮੋਟਾ। ਹਾਂ ਉਹ ਚੱਲਦਾ, ਪਰ ਜ਼ਿਆਦਾਤਰ ਜੇ ਬਹੁ ਗਿਣਤੀ ਹੈ ਉਹ ਇਸ ਤਰ੍ਹਾਂ ਜਿੱਦਾਂ ਕਹਿੰਦੇ ਦੇਸ਼ ਨਾਲ ਹੈ, ਧਰਮ ਨਾਲ ਗੱਦਾਰੀ ਨਹੀਂ। ਜਿੱਦਾਂ ਆਪਾਂ ਕਹਿੰਦੇ ਵੀ ਧਰਮ ਨਾਲ ਗੱਦਾਰੀ ਨਹੀਂ ਕਰਨੀ, ਉਹ ਆਪਣੇ ਦੇਸ਼ ਨੂੰ ਧਰਮ ਸਮਝਦੇ ਤੇ ਉਹ ਆਪਣੇ ਦੇਸ਼ ਨਾਲ ਗੱਦਾਰੀ ਬਹੁਤੇ ਲੋਕ ਨਹੀਂ ਕਰਦੇ। ਤੇ ਇਹ ਖਾਸ ਗੱਲ ਹੈ। ਮਤਲਬ ਸਾਨੂੰ ਦੇਸ਼ ਦਾ ਸੈਟਿੰਗ ਏਡੀ ਵਧੀਆ ਕੀਤੀ ਹੋਈ ਆ ਤੇ ਉਹਨਾਂ ਦਾ ਜੀ ਨਹੀਂ ਕਰਦਾ। ਮਤਲਬ ਪੈਸੇ ਦੀ ਜਿਹੜੀ ਹੋੜ ਹੈ, ਪੈਸਾ ਲੱਗਦਾ ਨਹੀਂ ਯਾਰ, ਪੈਸਾ ਕੀ ਚੀਜ਼ ਹੈ? ਕੁਛ ਵੀ ਨਹੀਂ। ਪੈਸੇ ਦੀ ਕੋਈ ਬਹੁਤੀ ਕਦਰ ਹੈ ਹੀ ਨਹੀਂ ਵੀ ਪੈਸੇ ਨਾਲ ਬਹੁਤ ਕੁਝ ਖਰੀਦ ਲਾਂਗੇ ਆਪਾਂ। ਜਦ ਰੋਟੀ ਖਾਣੀ ਆ, ਬੇਸਿਕ ਨੀਡ ਚਾਹੀਦੀਆਂ, ਬੇਸਿਕ ਨੀਡ ਉੱਥੇ ਪੂਰੀ ਤਰ੍ਹਾਂ ਹਰ ਬੰਦਾ ਫੁੱਲਫਿਲ ਕਰ ਰਿਹਾ ਆਪਣੀਆਂ। ਰੋਟੀ ਮਿਲਦੀ ਹੈ, ਕੱਪੜਾ ਮਿਲਦਾ, ਮਕਾਨ ਮਿਲਦਾ, ਆਵਾਜਾਈ ਮਿਲਦੀ ਹੈ। ਹੋਰ ਚਾਹੀਦਾ ਕੀ ਹੈ? ਪੈਸਾ ਕਾਹਦੇ ਲਈ ਚਾਹੀਦਾ? ਸ਼ਰਾਬ ਪੀਣ ਲਈ ਚਾਹੀਦਾ, ਹੋਟਲਾਂ ਜਾਣ ਲਈ ਚਾਹੀਦਾ, ਉਹ ਮਾੜਾ ਮੋਟਾ ਸਾਰੀਆਂ ਸਹੂਲਤਾਂ ਮਿਲ ਰਹੀਆਂ ਨਾ ਜੋ ਬੰਦੇ ਨੂੰ ਚਾਹੀਦੀਆਂ, ਸਾਰੀਆਂ ਸਹੂਲਤਾਂ ਮਿਲ ਰਹੀਆਂ। ਹੁਣ ਇੱਥੇ ਭਾਰਤ ਦੇ ਵਿੱਚ ਤੁਸੀਂ ਕੰਮ ਨਾ ਕਰੋ, ਹੁਣ ਲਾਕਡਾਊਨ ਹੋਇਆ, ਮਜ਼ਦੂਰ ਕੋਲ ਕੰਮ ਕਰਨ ਨੂੰ ਹੈ ਨਹੀਂ, ਉਹਦੇ ਕੋਲ ਤਾਂ ਰੋਟੀ ਖਾਣ ਨੂੰ ਪੈਸੇ ਨਹੀਂ, ਤੇ ਉਹਦੇ ਸੜਕ ਦੇ ਉੱਤੇ ਬੱਚਾ ਪੈਦਾ ਹੋ ਜਾਂਦਾ ਤੇ ਉਹ ਔਰਤ ਬੱਚਾ ਚੱਕ ਕੇ ਘੁੰਮਦੀ ਆ, ਤੇ ਉਹਦੇ ਨਾਲ ਤੁਲਨਾ ਕਰੀਏ ਤਾਂ ਰਾਜੇ ਆ ਮਜ਼ਦੂਰ ਵੀ। ਉਹਦੇ ਦੱਸਿਆ ਨਾ ਜੀ ਪਿੱਛੇ ਜਿਹਾ ਖਬਰ ਆਈ ਆ ਵੀ 70 ਕਿਲੋਮੀਟਰ ਚੱਲ ਕੇ ਤੇ ਬਚਾ ਹੋਇਆ ਤੇ 160-70 ਕਿਲੋਮੀਟਰ ਫਿਰ ਗਏ ਆ। ਮਤਲਬ ਇਹ ਤਾਂ ਇੱਕ ਉਦਾਹਰਨ ਆ ਗਈ ਨਾ, ਲੱਖਾਂ ਉਦਾਹਰਨਾਂ, ਏਦਾਂ ਦੀਆਂ ਲੱਖਾਂ ਉਦਾਹਰਨਾਂ ਭਾਰਤ ਵਿੱਚ ਹੈ। ਪਰ ਉੱਥੇ ਇੱਕ ਮਜ਼ਦੂਰ ਨਾਲ ਇਹੋ ਜਿਹੀ ਹਾਲਤ ਦਿਖਾ ਦਿਓ, ਉੱਥੇ ਕਿਸੇ ਮਜ਼ਦੂਰ ਵਾਲੇ ਦਾ ਹੁੰਦਾ ਹੀ ਨਹੀਂ। ਉਹ ਮਜ਼ਦੂਰ ਉਹਨਾਂ ਵਾਸਤੇ ਰੱਬ ਹੈ, ਮਤਲਬ ਮਜ਼ਦੂਰ ਦੀ ਖਾਸ ਰਿਸਪੈਕਟ ਹੈ। ਮੈਂ ਗੱਲ ਕਰ ਰਿਹਾ ਸੀ ਸਫਾਈ ਕਰਮਚਾਰੀ ਇੱਕ ਮੰਤਰੀ ਦੇ ਨਾਲ ਬਰਾਬਰ ਬੈਠ ਕੇ ਟੇਬਲ ਤੇ ਰੋਟੀ ਖਾਂਦਾ, ਜਿਹੜਾ ਟਾਇਲਟ ਸਾਫ਼ ਕਰਦਾ ਬੱਸ ਸਟੈਂਡ ਦੇ ਵਿੱਚ, ਤੇ ਉਹ ਮੰਤਰੀ ਨਾਲ ਬਰਾਬਰ ਬੈਠ ਕੇ ਟੇਬਲ ਤੇ ਰੋਟੀ ਖਾ ਰਿਹਾ। ਐਨੀ ਰਿਸਪੈਕਟ ਉੱਥੇ ਮਜ਼ਦੂਰ ਦੀ। ਤੇ ਕੱਪੜੇ ਬਿਲਕੁਲ A1 ਡਰੈਸ ਪਾਈ ਹੋਈ ਹੈ, ਬਿਲਕੁਲ ਸਾਫ਼ ਸੁਥਰੇ, ਮੇਕਅਪ ਕਰਕੇ ਔਰਤਾਂ, ਜੇ ਉਹਨਾਂ ਦੇ ਹੱਥ ਝਾੜੂ ਨਾ ਹੋਵੇ ਲੱਗਦਾ ਨਹੀਂ ਵੀ ਔਰਤਾਂ ਜਾਂ ਕੋਈ ਫਿਲਮ ਦੀ ਹੀਰੋਇਨ ਹੈ ਕਿਸੇ ਦੀ, ਤੇ ਲੱਗਦਾ ਹੀ ਨਹੀਂ। ਤੇ ਬਿਲਕੁਲ ਗਲਵਜ਼ ਉਦਾਂ ਹੀ ਪਾ ਕੇ, ਮਾਸਕ ਉਦਾਂ ਹੀ ਬਣ ਕੇ, ਬੜੇ ਤਰੀਕੇ ਨਾਲ ਰਿਸਪੈਕਟ ਮਿਲਦੀ ਹੈ ਉੱਥੇ। ਰਹਿਣਾ ਖਾਣਾ ਪੀਣਾ ਬਰਾਬਰ ਰਹਿੰਦੀ ਹੈ। ਮਜ਼ਦੂਰ ਜਿਹੜੀ ਹੈ ਸਫਾਈ ਕਰਨ ਵਾਲੀ ਹੈ ਤੇ ਆਮ ਜਿਹੜਾ ਉੱਥੇ ਦਾ ਕੋਈ ਸੀਨੀਅਰ ਅਫਸਰ ਹੈ, ਬਰਾਬਰ ਰਹਿ ਰਹੇ ਉਹ ਲੋਕ। ਤੇ ਵਾਕਈ ਫਿਰ ਅਸੀਂ ਬਾਬਾ ਨਾਨਕ ਦਾ ਉਹਨਾਂ ਦੇ ਕੋਲ ਹੀ ਕਿਤੇ ਗੇੜੇ ਕੱਢਦਾ ਰਿਹਾ। ਸਾਨੂੰ ਤਾਂ ਮੈਨੂੰ ਲੱਗਦਾ ਵੀ ਕਹਿੰਦੇ ਆ ਵੀ ਬਾਬਾ ਨਾਨਕ ਆਇਆ ਸੀਗਾ, ਵੀ ਮੈਨੂੰ ਲੱਗਦਾ ਸਾਡੇ 'ਚ ਕੋਈ ਗੱਲ ਤਾਂ ਨਹੀਂ ਬਾਬੇ ਨਾਨਕ ਵਾਲੀ ਆਈ ਜਿਹੜੀਆਂ ਸਮਝਾਉਂਦੇ ਆ ਸਾਨੂੰ। ਮੈਂ ਨਾ ਜਦੋਂ ਹੁਣ ਕਿਉਂਕਿ ਮੇਰੀ ਸਪੈਸ਼ਲ ਅਰੇਂਜਮੈਂਟ ਸੀ ਰਖਵਾਲੀ ਵਾਸਤੇ, ਜਿਹੜੇ ਅਫਸਰ ਵੀ ਮੇਰਾ ਧਿਆਨ ਰੱਖਦੇ ਸੀ, ਉਹ ਮੈਂ ਲੱਤ ਟੁੱਟੀ ਹੋਈ ਸੀ, ਰੌੜ ਪਈ ਸੀ ਵੀ ਚੱਲ ਕਿਸ਼ਤੀ ਦੇ ਵਿੱਚ ਘੁਮਾਉਂਦੇ ਸੀ ਗੁਫਾਵਾਂ, ਜਿਹੜੀਆਂ ਨੈਸਕੋ ਵੱਲੋਂ ਗੁਫਾਵਾਂ ਹੈ। ਕਿਸ਼ਤੀ ਨਾਲ ਮੇਰੇ ਨਾਲ ਇੱਕ ਕੁੜੀ ਤੇ ਮੁੰਡੇ ਨੇ ਇੱਕ ਬੁੱਢਾ ਬਿਠਾਇਆ, ਕਹਿੰਦੇ ਬੁੱਢਾ ਇਹ ਤੁਹਾਡੇ ਨਾਲ ਰਹੇਗਾ ਤੁਹਾਡੀ ਦੇਖਭਾਲ ਵਾਸਤੇ। ਮੈਂ ਹੌਲੀ ਹੌਲੀ ਉਹਨੂੰ ਅੰਗਰੇਜ਼ੀ ਪੁੱਛ ਲਿਆ ਕੌਣ ਹੈ ਭਾਈ? ਉਹ ਕਹਿੰਦਾ ਮੈਂ ਅੰਬੈਸਡਰ ਰਿਹਾ ਨਿਊਜ਼ੀਲੈਂਡ ਤੇ ਇੰਡੀਆ 'ਚ 5-7 ਦੇਸ਼ਾਂ 'ਚ। ਤੇ ਮੈਂ ਫਿਰ ਇੱਥੇ ਕਹਿੰਦਾ ਮਿਨਿਸਟਰ ਵੀ ਰਿਹਾ। ਤੁਹਾਡੀ ਸੇਵਾ 'ਚ ਲੱਗਿਆ ਹੋਇਆ ਸੀ ਅੰਬੈਸਡਰ, ਤੇ ਕਹਿੰਦਾ ਮੈਂ ਮੰਤਰੀ ਵੀ ਰਿਹਾ। ਤੇ ਉਹ 'ਚ ਕੋਈ ਫੂਫਾ ਹੈ ਨਹੀਂ ਕਿ ਮੈਂ ਮੰਤਰੀ ਰਿਹਾ ਤੇ ਅੰਬੈਸਡਰ ਰਿਹਾ। ਉਹ ਮੇਰੇ ਨਾਲ ਆ ਕੇ ਮੇਰੀ ਵੋਟ ਤੇ ਬੈਠ ਕੇ ਮੈਨੂੰ ਗਾਈਡ ਕਰ ਰਿਹਾ, ਮੇਰੀ ਦੇਖਭਾਲ ਕਰ ਰਿਹਾ, ਇਹਨੂੰ ਕੋਈ ਪ੍ਰੋਬਲਮ ਨਾ ਆ ਜੇ। ਅੰਬੈਸਡਰ ਤੇ ਜਿਹੜਾ ਲੈਣ ਆਇਆ ਸੀ ਸਾਡੇ ਕੋਲ 에ਅਰਪੋਰਟ ਤੇ ਲੈਣ ਆਇਆ ਤੇ ਛੱਡਣ ਆਇਆ, ਉਹ ਵੀ ਉੱਥੇ ਦਾ ਮਿਨਿਸਟਰ। ਤੇ ਅਸੀਂ ਜਦੋਂ ਵਾਪਸ ਆਏ ਸਵੇਰੇ 3 ਵਜੇ ਨਿਕਲਣਾ ਸੀ, ਤੇ ਹਾਂ ਟਾਈਮ ਤੇ ਇਹਨੇ ਪਵਾਉਂਦਾ ਜੇ 3 ਵਜੇ ਤਾਂ 3:01 ਨਹੀਂ ਹੋ ਸਕਦੇ। 3 ਵਜੇ ਸਟਾਰਟ ਹੈ ਕੰਮ ਉਹਨਾਂ ਦਾ, ਤੇ ਅੱਗੇ ਪਿੱਛੇ ਨੇ ਸਾਨੂੰ ਵੀ ਉਹਨਾਂ ਨੇ ਕਹਿ ਦਿੱਤਾ ਵੀ ਲੇਟ ਨਹੀਂ ਕਦੇ ਵੀ ਹੋਣਾ। ਤੇ ਜੇ ਤੜਕੇ 3 ਵਜੇ ਨਿਕਲਣਾ ਸੀ, ਸਾਡੀ ਜਿਹੜੀ ਬੱਸਾਂ ਦੇ ਸਾਨੂੰ 에ਅਰਪੋਰਟ ਛੱਡਣਾ ਸੀ, ਉਹਨਾਂ ਦੇ ਜਿਹੜੇ ਮਿਨਿਸਟਰ ਸੀਗੇ ਉਹ ਸਾਨੂੰ ਛੱਡਣ ਵਾਸਤੇ ਆਏ। ਉਹ ਕਲਰਕ ਸੀ ਜਾਂ ਮਿਨਿਸਟਰ ਸੀ, ਕੋਈ ਫਰਕ ਹੀ ਨਹੀਂ। ਤੇ ਉਹ ਮਿਨਿਸਟਰਾਂ ਵਾਲੀ ਗੱਲ ਤਾਂ ਸਾਡੇ ਦੇਸ਼ਾਂ 'ਚ ਹੈ ਕਿ ਇਹ VIP ਬੰਦਾ, ਇਹ ਮਿਨਿਸਟਰ ਹੈ। ਉੱਥੇ ਕੋਈ ਨਹੀਂ ਹੈ, ਸਭ ਬਰਾਬਰ ਹੈ ਉੱਥੇ। ਸਾਡੇ ਤੇ ਜੀ ਮੈਂਬਰ ਬਣ ਜੇ ਤੇ ਉਹ ਨਹੀਂ ਮਾਣ ਹੁੰਦਾ ਵੀ ਗਾਂ ਸਰਪੰਚ ਬਣ ਜੇ ਤੇ ਫਿਰ ਤਾਂ ਉਹ ਕਹਿ ਦਿੰਦਾ ਨਾ ਜੀ ਹੁਣ ਤਾਂ ਗੱਲ ਹੀ ਕੋਈ ਨਹੀਂ। ਕਈ ਲਾਲ ਬੱਤੀ ਵਾਲੀਆਂ ਬੱਤੀਆਂ ਰੱਖੀ ਬੈਠੇ ਆ, ਜਿਨ੍ਹਾਂ ਦੀ ਕੋਈ ਥੋੜੀ ਬਹੁਤੀ ਲਿੰਕ ਹੁੰਦੇ ਆ, ਤੇ ਲਾਲ ਬੱਤੀ ਸਰਪੰਚ ਰੱਖੀ ਬੈਠੇ ਆ।
ਸਾਡੇ ਬਾਬੇ ਨਾ, ਰੱਖੀ ਨਾ, ਬੈਠੇ ਆ, ਜਿਹੜੇ ਦੁਨੀਆ ਨੂੰ ਤਾਰਨ ਆਏ ਹੋਏ ਆ, ਉਹਨਾਂ ਕੋਲ ਲਾਲ ਬੱਤੀਆਂ। ਉੱਥੇ ਸਿਰਫ ਆਰਮੀ ਅਫਸਰਾਂ ਕੋਲ ਦੇਖੀ ਮੈਂ ਲਾਲ ਬੱਤੀ, ਜਾਂ ਪੁਲਿਸ ਕੋਲ ਦੇਖੀ, ਉਹ ਵੀ ਕਿਧਰੇ ਮਿਲਦੀ ਹੈ। ਆਮ ਸਾਡੀ ਤਰ੍ਹਾਂ ਨਾਕੇ ਨਹੀਂ ਲੱਗੇ ਹੋਏ, ਕਿਧਰੇ ਮਿਲਦੀ ਹੈ ਹਾਂਜੀ, ਲਾਲ ਮੈਨੂੰ ਬੱਤੀ। ਯਾਦ ਆ ਗਿਆ, ਪੁਲਿਸ ਕਿੰਨੀ ਗਾ ਫਿਰ? ਜਿੰਨੀ ਤੁਸੀਂ ਕਹਿੰਦੇ ਹੋ ਵੀ ਕੰਟਰੀ ਵਧੀਆ, ਫਿਰ ਪੁਲਿਸ ਦੀ ਤਾਂ ਬਹੁਤ ਘੱਟ ਲੋੜ ਹੋਣੀ ਹੈ। ਬਹੁਤ ਘੱਟ ਜੀ, ਸਿਰਫ ਟ੍ਰੈਫਿਕ ਕੰਟਰੋਲ ਵਾਸਤੇ ਮਾੜੀ ਮੋਟੀ ਹੈ। ਜ਼ਿਆਦਾ ਪੁਲਿਸ ਆਪਾਂ ਉੱਥੇ ਨਹੀਂ ਦੇਖੀ। ਆਮ ਜਿੱਦਾਂ ਸੜਕਾਂ ਤੇ ਘੁੰਮਦੀ ਆ ਪੁਲਿਸ, ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਉੱਥੇ। ਤੇ ਹਾਂ, ਟੈਲੀਫੋਨ ਦੀ ਸਹੂਲਤ ਹੈ, ਕੋਈ ਇਹਦਾ ਕ੍ਰਾਈਮ ਹੁੰਦਾ ਹੋਏਗਾ ਤਾਂ ਪੁਲਿਸ ਪਹੁੰਚ ਜਾਂਦੀ ਹੈ, ਤੇ ਉਹਨਾਂ ਕ੍ਰਾਈਮ ਵੀ ਉੱਥੇ ਹੈ ਨਹੀਂ, ਪੁਲਿਸ ਬਹੁਤ ਘੱਟ ਹੈ। ਤੇ ਉਹ ਸਾਡੀ ਤਰ੍ਹਾਂ ਹੱਟੇ ਕੱਟੇ ਆਪਣੇ ਕੋਲੇ 4-5 ਮਿੰਟ ਹੀ ਰਹਿ ਗਏ ਨੇ, ਤੇ ਮੈਂ ਪਤਾ ਕਰਨਾ ਚਾਹੁੰਦਾ ਜੀ ਵੀ ਉੱਥੇ ਜਿਹੜਾ ਆਪਣਾ ਅੱਜ ਕੱਲ ਇਲੈਕਟ੍ਰੋਨਿਕ ਸਿਸਟਮ ਆ ਗਿਆ, ਇੰਟਰਨੈਟ ਆ ਗਿਆ, ਹੋਰ ਚੀਜ਼ਾਂ, ਇਹ ਕਿੰਨੀਆਂ ਕਿਨੇ? ਤੇ ਦੂਸਰੀ ਗੱਲ, ਜਿਹੜੇ ਸਾਡੇ ਮਿਨਿਸਟਰ ਹੁੰਦੇ ਆ ਤੇ ਉਹਨਾਂ ਦੇ ਨਾਲ ਬਾਡੀਗਾਰਡ ਹੁੰਦੇ ਆ, ਉੱਥੋਂ ਦੇ ਮਿਨਿਸਟਰਾਂ ਦੇ ਨਾਲ ਜਾਂ ਵੱਡੇ ਅਫਸਰਾਂ ਦੇ ਨਾਲ, ਅਮੀਰਾਂ ਲੋਕਾਂ ਦੇ ਨਾਲ ਬਾਡੀਗਾਰਡ ਵਗੈਰਾ ਕਿੱਦਾਂ? ਨਾ, ਬਿਲਕੁਲ ਬਾਡੀਗਾਰਡ ਨਹੀਂ। ਮੈਂ ਰਾਤ ਤੁਹਾਨੂੰ ਦੱਸਿਆ ਵੀ ਰਾਸ਼ਟਰਪਤੀ ਨਾਲ ਮੀਟਿੰਗ ਹੋਈ, ਕੋਈ ਬਾਡੀਗਾਰਡ ਨਹੀਂ। ਜਿਹੜੇ ਮਿਨਿਸਟਰ ਸਾਡੇ ਨਾਲ ਘੁੰਮਦੇ ਸੀ, ਅੰਬੈਸਡਰ ਘੁੰਮਦੇ ਸੀ, ਕੋਈ ਬਾਡੀਗਾਰਡ ਨਹੀਂ, ਕਿਸੇ ਕੋਲ ਕੋਈ ਬਾਡੀਗਾਰਡ ਨਹੀਂ, ਇੱਕ ਵੀ ਬਾਡੀਗਾਰਡ ਨਹੀਂ। ਨਾ, ਇੱਕ ਵੀ ਬਾਡੀਗਾਰਡ ਨਹੀਂ। ਹਾਂ, ਉਪ ਰਾਸ਼ਟਰਪਤੀ ਨਾਲ ਵੀ ਕੋਈ ਬਾਡੀਗਾਰਡ ਨਹੀਂ। ਮੈਂ ਇੱਕ ਹੋਰ ਮੈਂ ਹੋ ਚੀ ਮਿਨ ਦੇ ਜਿਹੜੇ ਟੌਪ ਦੇ ਆਫੀਸਰ ਸੀ, ਉਹਨਾਂ ਕੋਲ ਗਿਆ, ਕੋਈ ਬਾਡੀਗਾਰਡ ਨਹੀਂ। ਜਿਹੜੇ ਕਿਸੇ ਸੂਬਿਆਂ ਦੇ ਮੰਤਰੀ ਸੀ, ਉਹ ਆਮ ਸਾਡੀ ਤਾਂ ਸਧਾਰਨ ਕੱਪੜੇ ਪਾਏ ਹੋਏ। ਮੈਂ ਉਹਦੇ ਨਾਂ ਦੇਖੇ ਵੀ ਨਾਂ ਮੈਲੇ ਜਿਹੇ ਹੈ, ਕਿੱਡੇ ਕੁ ਠੀਕ ਹੈ ਮਿਨਿਸਟਰ ਹੈ, ਪਰ ਉਹ ਆਮ ਕੰਮ ਵੀ ਕਰਦੇ ਮਜ਼ਦੂਰਾਂ ਦੀ ਤਰ੍ਹਾਂ, ਜੋ ਵੀ ਉਹਦਾ ਹੈਗਾ। ਤੇ ਕੋਈ VIP ਕਲਚਰ ਉੱਤੇ ਹੈ ਨਹੀਂ। ਮਤਲਬ ਮਾਣ ਦੀ ਗੱਲ ਨਹੀਂ ਹੈਗੀ, ਉਹ ਸੇਵਾ ਦੀ ਗੱਲ ਹੈ ਕਿ ਮੈਂ ਇਸ ਲੈਵਲ ਤੇ ਸੇਵਾ ਕਰਕੇ ਪਹੁੰਚ ਗਿਆ। ਐਡੀ ਮਾਣ ਦੀ ਗੱਲ ਨਹੀਂ ਵੀ ਹੁਣ ਕਰੋੜਪਤੀ ਬਣ ਗਿਆ, ਬਿਲਕੁਲ ਨਹੀਂ ਹੈਗਾ ਉੱਥੇ। ਇਹ ਮੈਨੂੰ ਖਾਸ ਗੱਲ ਲੱਗੀ ਉੱਥੇ। ਹੋਰ ਪੁੱਛੋ ਕੋਈ ਖਾਸ ਗੱਲ ਜਿਹੜੀ ਮੇਰੇ ਖਿਆਲ ਚ ਤਾਂ ਜੀ ਫਿਰ ਇਹ ਗੱਲ ਹੋਣੀ ਆ ਵੀ ਮਾਣ ਦੀ ਗੱਲ ਤਾਂ ਹੋਵੇ ਨਾ ਜੇ ਚੀਟਿੰਗ ਕਰਕੇ, ਧੋਖਾ ਕਰਕੇ ਪਹੁੰਚਿਆ ਹੋਵੇ। ਜੇ ਉਹਨੂੰ ਪਤਾ ਵੀ ਮੈਨੂੰ ਤਾਂ ਇਹਨਾਂ ਨੇ ਪਾਇਆ ਇਸ ਸੀਟ ਤੇ ਫਿਰ ਤਾਂ ਮਾਣ ਦੀ ਗੱਲ ਵਾਕਿਆ ਨਹੀਂ ਰਹਿ ਜਾਂਦੀ। ਨਹੀਂ, ਹੁਣ ਨੋਟ ਇਕੱਠੇ ਕਰ ਲਏ, ਨੋਟ ਥੋੜੀ ਖਾਣੀ ਤਾਂ ਰੋਟੀ ਹੈ। ਖਾਣੇ ਨੂੰ ਤਾਂ ਵਧੀਆ ਹੈਗਾ, ਰੋਟੀ ਪਾਣੀ ਬਹੁਤ ਵਧੀਆ ਮਿਲਦਾ, ਗਰੀਬ ਨੂੰ ਤੇ ਅਮੀਰ ਨੂੰ ਬਹੁਤ ਵਧੀਆ ਰੋਟੀ ਪਾਣੀ ਮਿਲਦਾ। ਤੇ ਅਸਲ ਜਿਹੇ ਜੀ ਦੁਨੀਆ ਹੋਣੀ ਚਾਹੀਦੀ ਸੀ, ਜਿਹੇ ਮੈਂ ਤੁਹਾਡੇ ਨਾਲ ਵੀ ਗੱਲ ਕੀਤੀ ਸੀ ਵੀ ਮੇਰਾ ਇੱਕ ਸੁਪਨਾ ਵੀ ਦੁਨੀਆ ਸਵਰਗ ਬਣੇ, ਉਹ ਸਵਰਗ ਦਾ ਇੱਕ ਪਾਰਟ ਉਹ ਫਿਰ ਉਹ ਸਵਰਗ ਬਣਾ ਚੁੱਕੇ ਆ। ਮੈਂ ਤਾਂ ਦਰਸ਼ਕਾਂ ਨੂੰ, ਸਰੋਤਿਆਂ ਨੂੰ ਬੇਨਤੀ ਕਰਦਾ ਕਿ ਬੜਾ ਸਸਤਾ ਦੇਸ਼ ਹੈ, ਘੁੰਮ ਫਿਰ ਕੇ ਆਓ। ਸਭ ਤੋਂ ਵੱਡੀ ਗੱਲ, ਸਾਡੇ ਟੂਰ ਤੋਂ ਜਦੋਂ ਅਸੀਂ ਗਏ, ਅਸੀਂ ਰਾਸ਼ਟਰਪਤੀ ਨਾਲ ਮੀਟਿੰਗ ਕੀਤੀ ਤੇ ਸੀਨੀਅਰ ਅਫਸਰਾਂ ਨਾਲ ਮੀਟਿੰਗ ਕੀਤੀ ਹੈ। ਸਾਡੀ ਰਿਕੁਐਸਟ ਦੇ ਉੱਤੇ ਉਹਨਾਂ ਨੇ ਦਿੱਲੀ ਤੋਂ ਸਿੱਧੀ 에ਅਰਲਾਈਨ ਦੇ ਸਟਾਰਟ ਕਰਤਾ। ਪਹਿਲੇ ਜਹਾਜ਼ ਕੋਈ ਇੰਡੀਆ ਤੋਂ ਸਿੱਧਾ ਨਹੀਂ ਜਾਂਦਾ ਸੀ, ਤੇ ਇੰਡੀਆ ਦਾ 12-15 ਹਜ਼ਾਰ ਰੁਪਏ ਟਿਕਟ ਹੈ। ਤੇ ਲੋਕਾਂ ਨੂੰ ਜਾਣਾ ਚਾਹੀਦਾ, ਉੱਥੇ ਜਾ ਕੇ ਦੇਖਣਾ ਚਾਹੀਦਾ ਕਿ ਜੋ ਮੈਂ ਕਹਿ ਰਿਹਾ ਸੱਚ ਹੈ ਕਿ ਝੂਠ ਹੈ। ਦੁਨੀਆ ਦਾ ਦੂਜਾ ਪਾਸਾ ਵੀ ਦੇਖਣਾ ਚਾਹੀਦਾ। ਜਿਹੜੇ ਲੋਕ ਸਰੋਤੇ ਆ ਅਮਰੀਕਾ, ਕੈਨੇਡਾ, ਯੂਰਪ, ਸਾਨੂੰ ਅਮਰੀਕਾ ਵਾਲਿਆਂ ਨੂੰ ਕਿੱਦਾਂ ਵੀ ਕਿੰਨਾ ਕੁ ਖਰਚਾ ਆਉਂਦਾ ਜੀ ਉੱਥੇ ਜਾ ਕੇ? ਬੰਦਾ 10-20 ਦਿਨ ਰਹਿ ਕੇ ਆਉਂਦਾ ਤੇ ਕਿੱਦਾਂ ਰਹਿਣਾ ਪੈਂਦਾ? ਦੂਸਰੀ ਗੱਲ, ਇੱਕ ਨਾਲੇ ਵੀ ਦੱਸਦੇ ਵੀ ਉੱਥੇ ਤੁਰਨਾ ਤਰਨਾ ਕਿੰਨਾ ਕੁ ਪੈਂਦਾ, ਕਿਉਂਕਿ ਅਸੀਂ ਤੁਰਨ ਵਾਸਤੇ ਇਹੋ ਜਿਹੇ ਹੁੰਦੇ ਆ ਅਮਰੀਕਨ ਲੋਕ। ਨਹੀਂ, ਉੱਥੇ ਹਰ ਤਰ੍ਹਾਂ ਦੀ ਸਹੂਲਤ ਹੈ, ਖਾਸ ਕਰਕੇ ਕਿਉਂਕਿ ਟੂਰਿਜ਼ਮ ਨੂੰ ਵਧਾਵਾ ਦੇ ਰਹੇ ਆ, ਪੂਰੀ ਫੈਸਿਲਿਟੀ ਉਹ ਦੇ ਰਹੇ ਆ। ਤੇ ਖਰਚਾ ਉਨੇ ਜਿੰਨਾ ਇੰਡੀਆ ਦੇ ਵਿੱਚ ਹੈ, ਉਸ ਤੋਂ ਘੱਟ ਹੀ ਆ, ਵੱਧ ਨਹੀਂ ਹੈ। ਜੇ ਕੋਈ 5 ਸਟਾਰ ਹੋਟਲ ਦੇ ਵਿੱਚ ਕਮਰਾ ਲੈਣਾ, ਇੰਡੀਆ ਦੇ 2-3 ਹਜ਼ਾਰ ਰੁਪਏ ਮਿਲ ਜਾਂਦਾ। ਕੋਈ ਤੁਸੀਂ 에ਅਰਲਾਈਨ ਦੇ ਵਿੱਚ ਜਾਣਾ, ਦਿੱਲੀ ਤੋਂ ਹਨੋਈ ਜਾਣਾ, ਤਾਂ 15,000 ਰੁਪਏ ਟਿਕਟ ਦੇ ਵਿੱਚ ਤੁਸੀਂ ਜਾ ਸਕਦੇ ਆ, ਤੇ ਬੜਾ ਸਸਤਾ। ਜਿੱਦਾਂ ਆਪਾਂ ਇੰਡੀਆ ਤੋਂ ਜਾਂਦੇ ਨਾ ਬੈਂਕਾਕ ਘੁੰਮਣ, ਤੇ ਉਸ ਤਰ੍ਹਾਂ ਦਾ ਹੈਗਾ। ਤੇ A1 에ਅਰਲਾਈਨ ਹੈਗੀ ਹੈ, ਤੇ ਰਹਿਣਾ ਖਾਣਾ ਪੀਣਾ ਬਹੁਤ ਸਸਤਾ ਹੈ, ਮਹਿੰਗਾ ਨਹੀਂ ਹੈਗਾ। ਮਤਲਬ ਇੰਡੀਆ ਤੋਂ ਘੱਟ ਹੀ ਹੈ, ਵੱਧ ਨਹੀਂ ਹੈ। ਜੇ ਤੁਸੀਂ ਅਮਰੀਕਾ ਤੋਂ ਇੰਡੀਆ ਘੁੰਮਣ ਆਉਂਦੇ, ਜਿੰਨਾ ਘੱਟ ਖਰਚਾ ਕਰਦੇ ਆ, ਉਸ ਤੋਂ ਘੱਟ ਹੀ ਹੈ। ਜਿੰਨਾ ਘੱਟ ਆਮ ਰੋਟੀ ਪਾਣੀ ਦੇ ਖਾਣੇ ਆ ਤੇ ਹੋਟਲ ਦੇ ਕਮਰੇ ਤੇ, ਉਸ ਤੋਂ ਘੱਟ ਹੀ ਖਰਚਾ ਹੈਗਾ ਉੱਥੇ। ਤੇ ਕੋਈ ਚੋਰੀ, ਕੋਈ ਡਾਕੇ ਦੀ ਕੋਈ ਸਮੱਸਿਆ ਨਹੀਂ, ਕੋਈ ਤੁਹਾਨੂੰ ਲੁੱਟ ਲੇਗਾ। ਤੁਸੀਂ ਆਜ਼ਾਦੀ ਨਾਲ ਇਕੱਲੇ ਕੁੜੀ ਹੈ ਜਾਂ ਮੁੰਡਾ ਇਕੱਲੇ ਘੁੰਮ ਸਕਦੇ, ਕੋਈ ਤੁਹਾਨੂੰ ਲੁੱਟ ਨਹੀਂ ਸਕਦਾ ਉੱਥੇ, ਤੇ ਕੋਈ ਖਤਰਾ ਨਹੀਂ ਹੈਗਾ। ਕੋਈ ਤੁਹਾਡਾ ਸਮਾਨ ਚੱਕ ਲੇਗਾ, ਇਹ ਵੀ ਕੁਝ ਨਹੀਂ ਹੈ। ਜਾ ਕੇ ਦੇਖਣਾ ਚਾਹੀਦਾ। ਤੇ ਇਹ ਜਿਹੜੀ ਜੇ ਕੋਈ ਗਾਏ ਨਾ ਹੋ ਚੀ ਮਿਨ ਸਿਟੀ ਹੈ, ਅਮਰੀਕਾ ਤੋਂ ਜਾਂਦਾ ਤੇ ਉਹਨੂੰ ਕਿੰਨੇ ਕੁ ਦਿਨਾਂ ਦਾ ਘੱਟੋ ਘੱਟ ਟ੍ਰਿਪ ਕਿੰਨਾ ਕੁ ਰੱਖਣਾ ਚਾਹੀਦਾ, ਤੇ ਵੱਧ ਤੋਂ ਵੱਧ ਕਿੱਡਾ ਕੁ ਰੱਖਣਾ ਚਾਹੀਦਾ ਵੀ ਉੱਥੇ ਘੁੰਮਣ? ਦੇਖੋ ਜੀ, ਜਿਹੜਾ ਨਾ 10 ਦਿਨ ਘੱਟੋ ਘੱਟ ਆਪਾਂ ਨੂੰ ਰੱਖਣਾ ਚਾਹੀਦਾ। ਸਭ ਤੋਂ ਪਹਿਲੇ ਇੱਥੇ ਜਾਓ ਹਨੋਈ ਤੋਂ ਫਿਰ ਉੱਥੇ ਘੁੰਮੋ, ਜਿਹੜੀ ਰਾਜਧਾਨੀ ਹੈ। ਉਸ ਤੋਂ ਬਾਅਦ ਫਿਰ ਟ੍ਰੇਨ ਜਾਂਦੀ ਹੈ ਹੋਰ ਸੂਬਿਆਂ ਦੇ ਵਿੱਚ, 8-10 ਘੰਟੇ ਦੀ, ਜਿਹੜੇ ਜਿੱਥੇ ਅਸੀਂ ਗਏ 5-7 ਸੂਬਿਆਂ ਦੇ ਵਿੱਚ, ਤੇ ਉਹ ਟ੍ਰੇਨ ਦੇ ਵਿੱਚ ਜਾਓ। ਉਸ ਤੋਂ ਬਾਅਦ ਸੈਂਟਰ ਦੇ ਵਿੱਚ ਪਹੁੰਚ ਕੇ ਫਿਰ ਬਾਏ 에ਅਰ ਗਏ ਸੀ ਹੋ ਚੀ ਮਿਨ ਸਿਟੀ, ਜਿੱਦਾਂ ਆਪਣੇ ਵਪਾਰਕ ਰਾਜਧਾਨੀ ਹੈ ਹੋ ਚੀ ਮਿਨ ਸਿਟੀ, ਲਾਸਟ ਹੋ ਚੀ ਮਿਨ ਸਿਟੀ ਹੈ। ਹੋ ਚੀ ਮਿਨ ਦੇ ਵਿੱਚ ਜਿਹੜੀ ਅਮਰੀਕਾ ਨਾਲ ਯੁੱਧ ਕੀਤਾ, ਉਹ ਗੁਫਾਵਾਂ ਜਿਹੜੀ ਮੈਂ ਗੱਲ ਕੀਤੀ ਹੈ, ਬੇਸਮੈਂਟਾਂ ਪੱਟੀਆਂ ਹੈ, ਉੱਥੇ ਜਾ ਕੇ ਦੇਖ ਕੇ ਆਓ, ਉਹਨਾਂ ਬੇਸਮੈਂਟਾਂ 'ਚ ਘੁੰਮ ਕੇ ਆਓ, ਉਹ ਹਥਿਆਰ ਦੇਖ ਕੇ ਆਓ, ਚੱਪਲਾਂ ਦੇਖ ਕੇ ਆਓ, ਤੇ ਅਮਰੀਕਾ ਦੇ ਭੰਨੇ ਹੋਏ ਹਵਾਈ ਜਹਾਜ਼ ਤੇ ਹੈਲੀਕਾਪਟਰ ਦੇ ਮਜਾਇਲਾਂ ਤੇ ਬੰਬ ਸਾਰੇ ਦੇਖ ਕੇ ਆਓ। ਇਹ ਹੋ ਚੀ ਮਿਨ ਸਿਟੀ ਦੇ ਵਿੱਚ ਹੈ। ਤੇ ਇੱਕ ਪਾਸਾ ਦੇਖਣਾ ਹੋਵੇ ਤਾਂ ਹਨੋਈ ਜਾਓ, ਜਿੱਥੇ ਅੰਕਲ ਹੋ ਚੀ ਮਿਨ ਲੜ ਕੇ ਸੰਘਰਸ਼ ਕੀਤਾ, ਲੜਾਕੇ ਨੇ, ਉੱਥੋਂ ਸ਼ੁਰੂ ਕਰਕੇ ਹੋ ਚੀ ਮਿਨ ਐਂਡ ਹੈ। ਤੇ ਸ਼ਗੋਨ ਦਰਿਆ ਹਾਂਜੀ, ਕਾਲ ਆਈ ਸੀਗੀ ਪਰ ਆਪਾਂ ਨੂੰ ਉਧਰੋਂ ਟਾਈਮ ਸ਼ੋ ਹੋ ਗਿਆ ਪੂਰਾ। ਹਾਂ ਠੀਕ ਹੈ ਜੀ, ਬਸ 10 ਦਿਨ ਦਾ ਬਹੁਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਵੀਰ ਜੀ ਤੁਹਾਡਾ ਵੀ।
ਟਰੈਕਟਰ ਦਾ ਸਮਾਨ ਵਧੀਆ ਹਾਂ ਦਾਨ ਠੀਕ ਹੈ ਜੀ, ਧੰਨਵਾਦ ਜੀ। ਕਰਦੇ ਹਨ। ਇਸ ਮੌਕੇ 0% ਫਾਈਨੈਂਸਿੰਗ, ਕੈਸ਼ ਇੰਪਲੀਮੈਂਟ ਬੋਨਸਿਸ ਅਤੇ 6 ਸਾਲ ਪਾਵਰ ਟ੍ਰੇਨ ਦੀ ਵਾਰੰਟੀ ਸਾਰੇ ਨਵੇਂ ਜੀ ਆਪਣਾ ਨਾ ਟਾਈਮ ਹੋ ਗਿਆ ਰੇਡੀਓ ਦਾ, ਤੇ ਵੈਸੇ ਹੀ ਉਹਨਾਂ ਨਾਲ ਹੈ। ਗੱਲ ਕੋਡ ਕਰਾ ਕੇ ਲਈ ਸਕਦਾ ਕਾਲ ਜਾਂ ਵਿਜ਼ਿਟ ਕਰੋ midlandtractor.com offering contest October 2020. Some restrictions apply. See Midland Tractor for details and terms and conditions as exclusion and limitations apply. As COVID-19 continues, it's important for us to remember some simple guidelines when keeping families, neighbors, community, and ourselves safe. If you're experiencing a fever, chills, and a cough, contact your medical provider by telephone if possible and seek specific instructions about how to obtain care. And whatever you do, make sure to isolate yourself from others so you don't spread the illness. If you're sick, stay home. The only way we are going to COVID-19. ਤੁਸੀਂ ਇਹ ਦੱਸਿਆ ਵੀ ਜਾਣਾ ਇੱਥੇ ਅਨਹੋਈ, ਤੇ ਇਹ ਪਹਾੜੀ ਇਲਾਕਾ ਹੈ, ਤੇ ਦੂਸਰੀ ਗੱਲ ਦਿੱਲੀ ਤੋਂ ਕਿੰਨਾ ਚਿਰ ਲੱਗਦਾ ਉੱਥੇ ਜਾਣ ਵਾਸਤੇ? ਦਿੱਲੀ ਤੋਂ 3 ਘੰਟੇ 3.5 ਘੰਟੇ ਲੱਗਦੇ ਬਸ ਬਾਈ 에ਅਰ। ਹਾਂਜੀ ਹਾਂਜੀ, ਅਸੀਂ ਜੇ ਅੰਮ੍ਰਿਤਸਰ ਤੋਂ ਜਾਏ, ਅੰਮ੍ਰਿਤਸਰ ਤੋਂ ਪਹਿਲੇ ਸਿੰਗਾਪੁਰ ਹੈ, ਸਿੰਗਾਪੁਰ ਤੋਂ ਫਿਰ ਫਲਾਈਟ ਦੇ ਵਿੱਚ ਸਿੰਗਾਪੁਰ ਤੋਂ 1.5 ਘੰਟੇ ਅੱਗੇ ਲੱਗਦੇ ਆ, ਤੇ ਦਿੱਲੀ ਤੋਂ ਵੀ 3.5 ਘੰਟੇ ਲੱਗਦੇ ਬਸ। ਦਿੱਲੀ ਤੋਂ 15,000 ਰੁਪਏ ਦੀ ਟਿਕਟ ਹੈ, 12 ਤੋਂ 15,000 ਟਿਕਟ ਹੈ ਜੀ। ਤੇ ਇਹ ਜੀ ਪਹਾੜੀ ਇਲਾਕਾ ਹੈ ਕਿ ਦੂਜਾ ਇਲਾਕਾ ਹੈ? ਨਹੀਂ, ਨਾਰਮਲੀ ਹੈ, ਪਹਾੜੀ ਨਹੀਂ ਹੈ, ਪਤਾ ਪਲੇਨ ਏਰੀਆ ਹੈ, ਮਾੜੀ ਮੋਟੀ ਪਹਾੜੀਆਂ ਕਿਧਰੇ ਕਿਧਰੇ ਹੈਗੀਆਂ। ਕਹਿੰਦੇ ਜੀ ਮਾੜੀ ਮੋਟੀ ਪਹਾੜੀ ਹੈ, ਜ਼ਿਆਦਾ ਪਲੇਨ ਹੀ ਹੈ। ਪਲੇਨ ਹੀ ਹੈ ਜੀ। ਤੇ ਠੰਡਾ ਹੈ, ਟੈਂਪਰੇਚਰ ਜਿਹੜਾ ਬਹੁਤਾ ਗਰਮੀ ਨਹੀਂ ਹੈਗੀ ਉੱਥੇ, ਸਮੁੰਦਰ ਦੇ ਕੰਢੇ ਆ। ਮੇਰਾ ਨੰਬਰ ਹੈ ਜੀ 551 7236। ਅੱਛਾ ਅੱਛਾ, ਬਸ ਠੀਕ ਹੈ, ਥੈਂਕ ਯੂ ਸਰ, ਥੈਂਕ ਯੂ। ਹਾਂ ਹਾਂ ਠੀਕ ਹੈ ਜੀ, ਫਿਰ ਕਰੀਏ ਬੰਦ। ਹਾਂ ਠੀਕ ਹੈ ਜੀ, ਫਿਰ ਤੁਹਾਡੇ ਨਾਲ ਹਾਂਜੀ ਆਪਾਂ ਠੀਕ ਆ। ਫਿਰ ਹੋਰ ਕੋਈ ਗੱਲਬਾਤ ਆ ਤਾਂ ਤੁਸੀਂ ਦੱਸੋ। ਹਾਂ ਨਹੀਂ ਠੀਕ ਹੈ, ਬਸ ਧੰਨਵਾਦ ਜੀ, ਟਾਈਮ ਹੋ ਗਿਆ ਮੈਨੂੰ ਲੱਗਦਾ। ਜੇ ਹੋਰ ਕੋਈ ਲੜੀ ਚਲਾਣੀ ਹੋਵੇ ਜਿਹੜੀ ਮੇਰੇ ਨਾਲ ਕੋਈ ਬੰਦੇ ਗਏ, ਉਹਨਾਂ ਨੂੰ ਅੱਗੇ ਭੇਜ ਦਾਂਗਾ। ਹਲੇ ਆਪਣੀ ਇਹ ਜਿਹੜੀ ਗੱਲ ਆਪਣੀ ਇਹ ਫੇਸਬੁੱਕ ਦੇ ਉੱਤੇ ਲਾਈਵ ਜਾ ਰਹੀ ਹੈ, ਤੇ ਪਰ ਆਪਾਂ ਵੈਸੇ ਉਧਰੋਂ ਰੇਡੀਓ ਤੋਂ ਕੱਟ ਚੁੱਕੇ ਹਾਂ। ਹਾਂ ਬਸ ਮੇਰਾ ਤੁਸੀਂ ਨੰਬਰ ਦੇ ਦਿਓ, ਮੈਂ ਨਾ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਨਾ ਜਿੰਨੀਆਂ ਉੱਥੇ ਵੀਡੀਓ ਪਈਆਂ ਤੇ ਫੋਟੋ ਪਈਆਂ, ਮੈਂ ਕੁਝ ਘੰਟੇ 'ਚ ਵਾਇਰਲ ਕਰ ਦਾਂਗਾ। ਉਹ ਦੇਖ ਕੇ ਵੀਡੀਓ ਤੋਂ ਅੰਦਾਜ਼ਾ ਲਾ ਸਕਦੇ ਆਪਾਂ ਕਿ ਕਿੱਦਾਂ ਦੇਸ਼ ਹੈ। ਆਪਣੇ ਫੇਸਬੁੱਕ ਤੇ ਲਿੰਕ ਵੀ ਪਾ ਦਿਓ ਨਾਲ। ਤੇ ਨੰਬਰ ਕਾਹਦਾ ਮੰਗਦੇ ਹੋ ਤੁਸੀਂ, ਕਿਹਦਾ ਨੰਬਰ? ਉਹ ਭਾਈ ਸਾਹਿਬ ਹਾਂ ਮੇਰਾ ਨੰਬਰ ਤੁਸੀਂ ਦੇ ਦਿਓ, ਮੇਰਾ ਨੰਬਰ ਨੋਟ ਕਰ ਲਓ, ਕਿਸੇ ਨੇ ਗੱਲ ਕਰਨੀ ਹੈ ਜਾਂ ਮੇਰਾ ਫੇਸਬੁੱਕ ਆਈਡੀ ਤੇ ਚੈੱਕ ਕਰ ਸਕਦੇ ਸਾਰਾ ਕੁਝ। ਇੱਥੇ ਨੰਬਰ ਬੋਲਦੇ ਹੋ ਤੇ ਉੱਥੇ ਹੁਣ ਉਹਨਾਂ ਨੂੰ ਵੀਰ ਜੀ ਨੂੰ ਮੈਂ ਬਾਅਦ ਚ ਭੇਜੂਗਾ ਨੰਬਰ। ਹਾਂ ਮੇਰਾ ਨੰਬਰ ਹੈ ਜੀ 8528125021। ਮੇਰਾ WhatsApp ਨੰਬਰ ਵੀ ਹੈ ਤੇ ਮੇਰਾ ਨਾਰਮਲ ਕਾਲ ਲਈ ਨੰਬਰ ਵੀ ਹੈ। ਫੇਸਬੁੱਕ ਅਕਾਊਂਟ ਹੈ ਮੇਰਾ ਸਤਨਾਮ ਸਿੰਘ ਦਾਊਂ। ਦਾਊਂ ਦੀ ਸਪੈਲਿੰਗ ਹੈ DAUN, ਸਤਨਾਮ SATNAM ਸਿੰਘ DAUN। ਇਹ ਮੇਰਾ ਫੇਸਬੁੱਕ ਅਕਾਊਂਟ ਹੈ ਤੇ ਮੇਰਾ ਫੋਨ ਨੰਬਰ ਹੈ 8528125021। ਇਸ ਦੇ ਨਾਲ ਮੇਰੇ ਨਾਲ ਸੰਪਰਕ ਕਰ ਸਕਦੇ ਆ। ਤੇ ਫੇਸਬੁੱਕ ਤੇ ਮੇਰੇ ਵਾਲ ਦੇ ਉੱਤੇ ਵੀਡੀਓ ਤੇ ਫੋਟੋ ਵੀ ਚੈੱਕ ਕਰ ਸਕਦੇ। ਮੈਂ ਫਿਰ ਇੱਕ ਵਾਰੀ ਸ਼ੇਅਰ ਕਰ ਦਾਂਗਾ ਉਹਨਾਂ ਨੂੰ। ਠੀਕ ਹੈ ਜੀ। ਹਾਂ ਤੇ ਤੁਸੀਂ ਆਪਣੇ ਫੋਟੋਆਂ ਇਹਦੇ ਤੇ ਫੇਸਬੁੱਕ ਤੇ ਵੀ ਲਿੰਕ ਪਾ ਸਕਦੇ ਹੋ ਤੁਹਾਡਾ। ਮੈਂ ਪਾ ਦਿੰਦਾ। ਜਿਹੜੀਆਂ ਤੁਸੀਂ ਫੇਸਬੁੱਕ ਤੇ ਫੋਟੋਆਂ ਪਾਈਆਂ ਹੋਣੀਆਂ ਉਹਦਾ ਲਿੰਕ ਇੱਥੇ ਥੱਲੇ ਆਪਣੇ ਕਮੈਂਟ 'ਚ ਸ਼ੇਅਰ ਕਰ ਦਿਓ। ਮੈਂ ਪਾ ਦਿੰਦਾ ਜੀ, ਮੈਂ ਪਾ ਦਿੰਦਾ। ਮੈਂ ਨਾ ਅਸਲ ਵਿੱਚ ਓਨਲੀ ਫਾਰ ਮੀ ਕੀਤੀਆਂ ਹੋਈਆਂ, ਮੈਂ ਕਦੇ ਸ਼ੇਅਰ ਨਹੀਂ ਕੀਤੀ ਜ਼ਿਆਦਾ। ਉਹ ਮੈਂ ਹੁਣ ਪਾ ਦਿੰਦਾ ਇੱਥੇ। ਜੀ ਜੀ ਜੀ। ਤਿੰਨ ਜਿੰਨੀਆਂ ਵੀ ਤੁਹਾਨੂੰ ਠੀਕ ਲੱਗਣਗੀਆਂ ਉਹ ਪਾ ਦਿਓ, ਜਿਹੜੀਆਂ ਪਬਲਿਕ ਨਹੀਂ ਸਾਰੀਆਂ ਪਾ ਦਾਂ, ਕੋਈ ਗੱਲ ਨਹੀਂ, ਕੋਈ ਏਦਾਂ ਦੀ ਗੱਲ ਹੈ ਨਹੀਂ, ਮੈਂ ਸਾਰੀਆਂ ਪਾ ਦਿੰਦਾ। ਜੀ ਜੀ। ਤੇ ਆਪਣੇ ਕੋਲੇ ਕੋਈ ਹੋਰ ਵੀ ਇਨਫੋਰਮੇਸ਼ਨ ਹੈ ਵੀ ਆਪਾਂ ਨੈਕਸਟ ਵੀਕ ਅੱਗੇ ਲੜੀ ਗਾ ਤੋਰਨਾ ਚਾਹੁੰਦੇ ਆ ਜਾਂ? ਜੇ ਆਪਾਂ ਵੀਅਤਨਾਮ ਦੇ ਸੰਬੰਧ ਲੜੀ ਤੋਰੀਏ ਤਾਂ ਇੱਕ ਬਹੁਤ ਵਧੀਆ ਬੰਦਾ ਹੋਰ ਦੱਸ ਸਕਦਾ, ਐਡਵੋਕੇਟ ਲਵਨੀਤ ਠਾਕੁਰ। ਮੈਂ ਰਿਕਮੈਂਡ ਕਰਾਂਗਾ ਵੀ ਤੁਸੀਂ ਉਹਦੇ ਨਾਲ ਗੱਲ ਕਰੋ ਤੇ ਉਹ ਆਪਣੇ ਤਰੀਕੇ ਨਾਲ ਆਪਣੇ ਐਂਗਲ ਨਾਲ ਵੀ ਦੱਸੇਗਾ ਬਹੁਤ ਸਾਰੀ ਗੱਲਾਂ। ਆਪਾਂ ਉਹ ਬੋਲਣ 'ਚ ਬੜਾ ਮਾਹਰ ਹੈ। ਤੁਸੀਂ ਦੋਨੋਂ ਜਣੇ ਗੈਸਟ ਹੋ ਜਾਓ। ਹਾਂ ਹੋ ਸਕਦੇ ਬਿਲਕੁਲ ਜੀ। ਤੁਸੀਂ ਜਦੋਂ ਜੁਆਇਨ ਹੋਵੋਗੇ ਨਾ ਉਹ ਜ਼ਿਆਦਾ ਬੈਟਰ ਰਹਿਣਾ, ਕਿਉਂਕਿ ਜਿਹੜੇ ਬੰਦੇ ਨੂੰ ਨੌਲੇਜ ਆ ਨਾ ਜੀ ਉਹ ਸਵਾਲ ਬੈਟਰ ਪੁੱਛ ਸਕਦਾ। ਮੈਨੂੰ ਜਦੋਂ ਨੌਲੇਜ ਨਹੀਂ ਤੇ ਮੈਂ ਸਵਾਲ ਉਨਾ ਵਧੀਆ ਨਹੀਂ ਪੁੱਛ ਸਕਦਾ ਜਿੰਨਾ ਤੁਸੀਂ ਉਹਨਾਂ ਨੂੰ ਸਵਾਲ ਪੁੱਛੋਗੇ। ਠੀਕ ਹੈ, ਉਹਨਾਂ ਨੂੰ ਨਾਲ ਲੈ ਲਓ। ਐਡਵੋਕੇਟ ਲਵਨੀਤ ਠਾਕੁਰ ਹਾਈ ਕੋਰਟ ਪ੍ਰੈਕਟਿਸ ਕਰਦੇ ਆ, ਮੁੰਡਾ ਜਿਹਾ ਵਧੀਆ, ਬਹੁਤ ਇੰਟੈਲੀਜੈਂਟ ਹੈ। ਆਪਾਂ ਉਹਦੇ ਨਾਲ ਗੱਲ ਕਰ ਲੈਣੇ, ਉਹਨੂੰ ਨਾਲ ਲੈ ਲਓ। ਨਾਲ ਗਏ ਸੀ? ਤੁਹਾਡੇ ਨਾਲ ਗਏ ਸੀ? ਹਾਂਜੀ ਹਾਂ ਮੇਰੇ ਨਾਲ ਗਏ ਸੀ। ਬਹੁਤ ਵਧੀਆ ਜੀ। ਫਿਰ ਆਪਾਂ ਨੈਕਸਟ ਵੀਕ ਉੱਥੇ ਰੱਖੋ, ਉਹਨਾਂ ਨਾਲ ਗੱਲਬਾਤ ਰੱਖੋ। ਮੈਂ ਕਰ ਲੈਂਦਾ ਜੀ। ਹਾਂ ਰੱਖੋ ਤੁਸੀਂ ਉਹਨਾਂ ਨਾਲ, ਤੇ ਮੈਂ ਤੁਹਾਨੂੰ ਨੰਬਰ ਵੀ ਦੇ ਦੇਣਾ ਉਹਨੇ। ਨੈਕਸਟ ਵੀਕ ਆਪਾਂ ਗੱਲ ਕਰੀਏ ਏਦਾਂ। ਹਾਂ ਨਹੀਂ ਕਰ ਲਓ, ਕੋਈ ਗੱਲ ਨਹੀਂ, ਮੈਂ ਕਹਿ ਦਾਂਗਾ ਉਹਨਾਂ ਨੂੰ, ਤਿਆਰ ਰਹਿਣਗੇ ਉਹ। ਗੋਡਾ ਵੀਰ ਜੀ, ਗੋਡਾ ਜੀ। ਹਾਂ 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 ਚਲੋ ਹਾਂ ਠੀਕ ਹੈ ਜੀ। ਫਿਰ ਥੈਂਕ ਯੂ ਵੈਰੀ ਮਚ ਵੀਰ ਜੀ। ਓਕੇ ਸਰ, ਓਕੇ ਜੀ, ਓਕੇ। ਮੇਰੇ ਨਾਲ ਦਾ ਵੀਰ ਚਲਾ ਗਿਆ। ਅੱਛਾ ਚਲੇ ਗਿਆ। ਮੈਂ ਵੀ ਉਹਨਾਂ ਨੂੰ ਬੰਦ ਕਰਨ ਵਾਲੇ ਕਿਵੇਂ ਕਰਨਾ? ਚਲੇ ਗਿਆ, ਕੋਈ ਗੱਲ ਨਹੀਂ, ਮੈਂ ਇਧਰੋਂ ਵੀਰ ਤੋਂ ਬੰਦ ਕਰਾਉਣਾ ਦੂਜੇ ਤੋਂ, ਕਿਉਂਕਿ ਮੈਨੂੰ ਇਹ ਆ ਵੀ ਮੈਂ ਡਿਲੀਟ ਨਾ ਕਰ ਬੈਠਾ। ਹਾਂ ਨਹੀਂ ਹਾਂ ਧਿਆਨ ਨਾਲ ਕਰਿਓ। This I will live on the Facebook, so I want to save this video on the Facebook. I don't want to lose. Today my first day. Is it? Yeah, the coming end. What you say?
end this. Yeah. End the Zoom meeting.